ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਆਖਣ ਜੋਰ ਛੁਪੇ ਨਹੀਂ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਹੁਣ ਗੱਲ ਆ ਗਈ ਜੋਰ ਦੀ। ਅਸਲ 'ਚ ਜੋਰ ਦਾ ਮਤਲਬ ਹੈ ਜਿਹੜਾ ਕੋਈ ਭਗਤੀ ਕਰਦਾ ਨਾ, ਭਗਤੀ ਕਹਿੰਦੇ ਨੇ ਭਗਤੀ 'ਚ ਸ਼ਕਤੀ ਹੁੰਦੀ ਹੈ। ਸ਼ਕਤੀ ਤਾਂ ਹੁੰਦੀ ਹੈ ਭਗਤੀ ਜ਼ਰੂਰ, ਪਰ ਕਿਹੋ ਜਿਹੀ ਸ਼ਕਤੀ ਹੁੰਦੀ ਹੈ, ਕਿਹੋ ਜਿਹੀ ਸ਼ਕਤੀ? ਇਹੋ ਜਿਹੀ ਸ਼ਕਤੀ ਨਹੀਂ ਹੁੰਦੀ ਵੀ ਕੁਦਰਤ ਨੂੰ ਅਸੀਂ ਪਲਟ ਦਈਏ, ਕੋਈ ਕੁਦਰਤ ਦਾ ਕਾਨੂੰਨ ਪਲਟ ਦਈਏ। ਮਹਾ ਸ਼ਕਤੀ ਨਾਲ ਟਕਰਾਉਣ ਵਾਲੀ ਸ਼ਕਤੀ ਨਹੀਂ। ਸੁਪਰੀਮ ਸ਼ਕਤੀ ਹੈ ਜਿਹੜੀ ਹੁਕਮ ਦੀ, ਉਹਦੇ ਨਾਲ ਟਕਰਾਉਣ ਵਾਲੀ ਕੋਈ ਸ਼ਕਤੀ ਨਹੀਂ। ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਕੁਦਰਤ ਨੂੰ ਬਦਲ ਦੇਣ ਵਾਲੀ ਸ਼ਕਤੀ ਪੈਦਾ ਹੁੰਦੀ। ਇਹ ਗਲਤ ਹੈ, ਬਿਲਕੁਲ ਗਲਤ। ਜਿਹਦੀ ਭਗਤੀ ਕਰਨੀ ਹੈ, ਰਾਜੇ ਦੀ ਚਾਬਨੂਸੀ ਕਰਕੇ ਤਾਂ ਇਹ ਹਲਕਾਰੀ ਮਿਲੀ। ਰਾਜੇ ਦਾ ਹੀ ਵਿਰੋਧ ਜਿੱਦਣ ਕਰੋਗੇ ਧਰਤੀ ਨਾਲ ਮਾਰੂਗਾ ਚੱਕ ਕੇ। ਉਹ ਜਿੱਥੋਂ ਸ਼ਕਤੀ ਲਈ ਆ ਉਹਦਾ ਵਿਰੋਧ ਜਿੱਦਣ ਕਰੋਗੇ ਫਿਰ ਸ਼ਕਤੀ ਤੁਹਾਡੇ ਕੋਲ ਰਹੂਗੀ। ਇਹ ਬਹੁਤ ਬੜਾ ਪੁਆਇੰਟ ਹੈ। ਸਾਰੇ ਧਰਮ ਇੱਥੋਂ ਹੀ ਦਿਸ਼ਾਹੀਨ ਹੋਏ। ਜਿੱਥੋਂ ਸ਼ਕਤੀ ਮਿਲੀ ਆ ਉਹਦਾ ਵਿਰੋਧ ਕਿਵੇਂ ਕਰ ਦੋਗੇ ਤੁਸੀਂ? ਪਰਮੇਸ਼ਰ ਤੋਂ ਸ਼ਕਤੀ ਲਈ ਆ, ਪਰਮੇਸ਼ਰ ਦਾ ਹੀ ਤੁਸੀਂ ਵਿਰੋਧ ਕਰ ਦੋ, ਫਿਰ ਸ਼ਕਤੀ ਰਹਿ ਜੂ ਤੁਹਾਡੇ ਕੋਲ। ਨਾਲੇ ਕਹਿੰਦੇ ਉਹਦੇ ਉਹ ਸਰਬ ਸ਼ਕਤੀਮਾਨ ਹੈ। ਸਰਬ ਸ਼ਕਤੀਮਾਨ ਦਾ ਹੀ ਵਿਰੋਧ ਕਰਕੇ ਫਿਰ ਤੁਹਾਨੂੰ ਛੱਡੂਗਾ, ਨਰਕ 'ਚ ਭੇਜ ਦੂ। ਵਿਰੋਧ ਕਰਕੇ ਹੀ ਅੱਗੇ ਨਰਕਾਂ 'ਚ ਗਏ ਸੀ। ਔਰ ਭਗਤੀ ਕਰਕੇ ਜੇ ਵਿਰੋਧ ਕਰੋਗੇ ਨਾ, ਜੇ ਤਪੋ ਰਾਜ ਮਿਲੂਗਾ ਤਾਂ ਰਾਜੋ ਨਰਕ ਵੀ ਮਿਲੂਗਾ। ਨਰਕ ਕਾਹਦੇ ਮਿਲੂਗਾ? ਰਾਜਾ ਹੰਕਾਰੀ ਹੁੰਦਾ। ਰਾਜ ਦਾ ਮਤਲਬ ਹੈ ਹੰਕਾਰ, ਆਪਣੀ ਹੁਕੂਮਤ, ਦੂਜਿਆਂ ਨੂੰ ਆਪਣੇ ਥੱਲੇ ਰੱਖਣਾ। ਇਹ ਤਾਂ ਹੰਕਾਰ ਹੈ। ਪੈਰਲਲ ਹੁਕੂਮਤ ਹੈ ਪਰਮੇਸ਼ਰ ਦੇ ਰਾਜ। ਗੁਰਬਾਣੀ ਕਹਿੰਦੀ ਹੈ ਭਾਣੇ 'ਚ ਚੱਲਣਾ। ਇਸ ਕਰਕੇ ਸਿੱਖੀ 'ਚ ਰਾਜ ਦਾ ਕਨਸੈਪਟ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ। ਸੱਚੀ ਭਗਤੀ 'ਚ ਰਾਜ ਦਾ ਕਨਸੈਪਟ ਹੋ ਹੀ ਨਹੀਂ ਸਕਦਾ। ਹਾਂ, ਝੂਠੀਆਂ ਭਗਤੀਆਂ ਜਿਹੀ ਕਨਸੈਪਟ ਹੈ। ਤਪੋ ਰਾਜ, ਉਹ ਰਾਜ ਦੇ ਸਵਾਲ ਨਾਲ ਹੋਰ ਕੋਈ ਪ੍ਰਾਪਤੀ ਹੋਣੀ ਵੀ ਹੈ ਨਹੀਂ। ਉਹਨਾਂ ਭਗਤੀਆਂ 'ਚ ਰਾਜ ਤੋਂ ਸਿਵਾ ਪ੍ਰਾਪਤੀ ਕੋਈ ਨਹੀਂ। ਈਸਾਈ ਲੈ ਲਓ, ਮੁਸਲਮਾਨ ਲੈ ਲਓ, ਹਿੰਦੂ ਲੈ ਲਓ, ਸਭ ਰਾਜ ਵੱਲ ਨੂੰ ਗਏ ਹੋਏ ਨੇ ਜਿਹੜੀਆਂ ਭਗਤੀਆਂ। ਬੁੱਧ ਮਤ ਲੈ ਲਓ, ਰਾਜ ਵੱਲ ਨੂੰ ਗਿਆ ਹੈ। ਕੋਈ ਦੁਨੀਆ ਦੀ ਮਤ ਨਹੀਂ ਜਿਹੜੀ ਰਾਜ ਵੱਲ ਨੂੰ ਨਾ ਗਈ ਹੋ। ਮਾਇਆ ਜਿਹੜਾ ਮਾਇਆ ਵੱਲ ਨੂੰ ਜਾਊ, ਰਾਜ ਵੱਲ ਚਲਿਆ ਜਾਊ। ਮਾਇਆ ਹੁੰਦੀ ਹੁੰਦੀ ਜਾਂਦੀ ਜਾਂਦੀ ਮਾਇਆ ਰਾਜ ਵੱਲ ਚਲੀ ਜਾਂਦੀ। ਪੈਸੇ ਨਾਲ ਸਾਰੇ MP ਖਰੀਦੇ ਜਾ ਸਕਦੇ ਨੇ। ਪੈਸੇ ਨਾਲ ਨਵੇਂ ਆਦਮੀ MP ਬਣਾਏ ਜਾ ਸਕਦੇ ਨੇ। MP ਖਰੀਦ ਕੇ ਚਾਹੇ ਤੁਸੀਂ ਆਪਣੇ ਹੱਥ ਸ਼ਕਤੀ ਲੈ ਲਓ। ਪੈਸੇ ਨਾਲ ਮਿਲਟਰੀ ਦੇ ਵੱਡੇ ਵੱਡੇ ਅਫਸਰ ਖਰੀਦੇ ਜਾ ਸਕਦੇ ਨੇ। ਪੈਸੇ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ? ਖਰੀਦ ਹੁੰਦਾ ਹੀ ਹੈ। ਪੈਸੇ ਨਾਲ ਜੇ ਨਹੀਂ ਖਰੀਦ ਹੁੰਦਾ, ਇਮਾਨਦਾਰੀ ਨਹੀਂ ਖਰੀਦ ਹੁੰਦੀ। ਅਫਸਰ ਕੋਈ ਇਮਾਨਦਾਰ ਨਹੀਂ ਖਰੀਦਿਆ ਜਾ ਸਕਦਾ। ਇਮਾਨ ਨਹੀਂ ਖਰੀਦਿਆ ਜਾ ਸਕਦਾ। ਜੇ ਇਮਾਨ ਹੈ ਫਿਰ ਜਿੰਨਾ ਚਿਰ ਇਮਾਨ ਨਹੀਂ ਖਰੀਦਿਆ ਜਾ ਸਕਦਾ। ਜਾਂ ਇਮਾਨ ਡੋਲ ਗਿਆ ਖਰੀਦਿਆ ਜਾਊਗਾ, ਫਿਰ ਉਹ ਇਮਾਨ ਨਹੀਂ ਰਹਿੰਦਾ। ਅਮੁੱਲ ਹੈ, ਅਮੁੱਲ ਗੁਣ, ਅਮੁੱਲ ਵਪਾਰ ਦਾ ਮਤਲਬ ਇਹੀ ਹੈ, ਨਹੀਂ ਖਰੀਦਿਆ ਜਾ ਸਕਦਾ। ਜਿਹੜਾ ਖਰੀਦਿਆ ਗਿਆ ਉਹ ਬੇਈਮਾਨ ਹੈ, ਫਿਰ ਇਮਾਨ ਨਹੀਂ। ਬੇਈਮਾਨ, ਇਮਾਨ ਤੋਂ ਰਹਿਤ। ਭਗਤ ਨਹੀਂ ਖਰੀਦੇ ਜਾ ਸਕੇ, ਗੁਰਮੁਖ ਨਹੀਂ ਖਰੀਦੇ ਜਾ ਸਕੇ। ਗੁਰਸਿੱਖ ਨਹੀਂ ਬਕਾਊ ਸੀਗੇ, ਅੱਜ ਵੀ ਨਹੀਂ ਹਨ। ਜਿਹੜੇ ਬਕਾਊ ਨੇ ਸਿੱਖ ਵੀ ਨਹੀਂ ਹਨ। ਸਿੱਖੀ ਬਕਾਊ ਨਹੀਂ, ਸਿੱਖ ਬਕਾਊ ਨਹੀਂ। ਜਿਹੜਾ ਬਕਾਊ ਆ ਉਹ ਸਿੱਖ ਨਹੀਂ। ਜਿਹੜਾ ਬਕਾਊ ਆ ਧਾਰਮਿਕ ਆਦਮੀ ਵੀ ਨਹੀਂ। ਸ਼ਕਤੀ ਬਕਾਊ ਹੈ। SDM ਤਹਿਸੀਲਦਾਰ ਕੋਈ ਸ਼ਕਤੀ ਹੈ, ਬਕਾਊ ਹੈ, ਪੈਸੇ ਲੈਂਦਾ, ਤਨਖਾਹ ਤੇ ਹੈ। ਸ਼ਕਤੀ ਸਰਕਾਰ ਦੀ ਹੈ।
ਉਹਨੂੰ ਕੱਢ ਦੇਵੇ, ਕੋਈ ਹੋਰ ਆ ਜਾਊਗਾ। ਸ਼ਕਤੀ ਉਹਦੀ ਨਹੀਂ, ਸ਼ਕਤੀ ਸਰਕਾਰ ਦੀ ਹੈ। ਉਹਨੂੰ ਜੇ ਸਸਪੈਂਡ ਕਰ ਦਿੰਦੇ ਨੇ, ਸ਼ਕਤੀ ਉਹਦੇ ਨਾਲ ਜਾਂਦੀ ਹੈ ਕਿਤੇ। ਸ਼ਕਤੀ ਤਾਂ ਸਰਕਾਰ ਦੀ ਦਿੱਤੀ ਹੋਈ ਹੈ ਉਹਨੂੰ, ਸ਼ਕਤੀ ਉਹਦੀ ਨਹੀਂ ਹੈ। ਉਹਦੀ ਅਕਲ ਹੈ ਸਿਰਫ, ਅਕਲ ਵਿਕਾਊ ਹੈ। ਅਕਲ ਦੀ ਸ਼ਕਤੀ ਹੀ ਆਦਮੀ ਦੀ ਸ਼ਕਤੀ ਹੁੰਦੀ ਹੈ। ਭਗਤਾਂ ਨੇ ਗਿਆਨ ਦੀ ਸ਼ਕਤੀ ਮੰਗੀ ਹੈ, ਸਿਰਫ ਬੁੱਧ ਬਲ ਮੰਗਿਆ। ਜਿੱਥੋਂ ਤੱਕ ਬੁੱਧ ਵਿਕਾਊ ਹੈ, ਉੱਥੋਂ ਤੱਕ ਬੁੱਧ ਕੁਬੁੱਧ ਹੈ। ਇਹ ਬੁੱਧ ਜਦ ਬੁੱਧ ਵਿਕਾਊ ਨਹੀਂ ਨਾ ਰਹਿੰਦੀ, ਫਿਰ ਇਹ ਵਿਵੇਕ ਬੁੱਧ ਹੈ। ਜਦ ਉਹਨੂੰ ਆਪਣਾ ਪਤਾ ਲੱਗਦਾ ਮੇਰੀ ਕੀਮਤ ਕੀ ਹੈ, ਮੇਰੀ ਕੀਮਤ ਹੈ ਅਮੁੱਲ, ਫਿਰ ਉਹ ਵਿਕਾਊ ਨਹੀਂ। ਜਿੰਨਾ ਚਿਰ ਉਹਨੂੰ ਆਪਣੀ ਕੀਮਤ ਦਾ ਪਤਾ ਨਹੀਂ, ਉਹਨਾਂ ਚਿਰ ਵਿਕਾਊ। ਆਪਣੀ ਕੀਮਤ ਦਾ ਨਹੀਂ ਪਤਾ ਹੈ ਤਾਂ ਵਿਕਾਊ ਹੈ। ਜੇ ਗਿਆਨ ਹੋ ਗਿਆ, ਆਪਣੀ ਕੀਮਤ ਦਾ ਪਤਾ ਲੱਗ ਗਿਆ, ਫਿਰ ਕਿਵੇਂ ਵਿਕਾਊ ਹੈ? ਆਤਮ ਗਿਆਨੀ ਵਿਕਾਊ ਨਹੀਂ ਹਨ। ਆਪਣਾ ਪਤਾ ਲੱਗ ਗਿਆ ਨਾ ਮੈਂ ਕੀ ਹਾਂ, ਮੈਂ ਕੀ ਹਾਂ, ਜਿਹਨੂੰ ਇਹ ਪਤਾ ਲੱਗ ਗਿਆ ਨਾ, ਉਹ ਨਹੀਂ ਵਿਕਾਊ ਹੈ। ਜਿੰਨਾ ਚਿਰ ਆਪਣਾ ਹੀ ਨਹੀਂ ਗਿਆਨ ਉਹਨੂੰ, ਉਹਨਾਂ ਚਿਰ ਵਿਕਾਊ ਹੈ। ਉਹਨਾਂ ਚਿਰ ਉਹਦੀ ਅਕਲ ਵੀ ਵਿਕਾਊ ਹੈ, ਉਹਦੀ ਸ਼ਕਲ ਵੀ ਵਿਕਾਊ ਹੈ, ਉਹਦਾ ਸਰੀਰਕ ਬਲ ਵੀ ਵਿਕਾਊ ਹੈ। ਮਜ਼ਦੂਰ ਮਜ਼ਦੂਰੀ ਕਰਦਾ, ਸਰੀਰਕ ਬਲ ਨਾ ਕਰਦਾ ਨਾ, ਵਿਕਾਊ ਹੈ। ਸ਼ਾਮ ਨੂੰ ਦਿਹਾੜੀ ਲੈਂਦਾ। ਜ਼ੋਰ ਕੀ ਚੀਜ਼ ਹੈ? ਜ਼ੋਰ 3 ਪ੍ਰਕਾਰ ਦਾ, ਸ਼ਕਤੀਆਂ 3 ਪ੍ਰਕਾਰ ਦੀਆਂ। ਪੈਸੇ ਦੀ ਸ਼ਕਤੀ ਹੈ, ਧਨ ਸੰਸਾਰੀ ਦੌਲਤ। ਇਹਦੇ ਨਾਲ ਤੁਸੀਂ ਰਾਜ ਤੱਕ ਪਹੁੰਚ ਸਕਦੇ ਹੋ, ਫੌਜ ਬਣਾ ਸਕਦੇ ਹੋ, ਲੋਕਾਂ ਨੂੰ ਨਾਲ ਜੋੜ ਸਕਦੇ ਹੋ। ਜੇ ਧਨ ਅਥਾਹ ਹੈ ਤੁਹਾਡੇ ਕੋਲ, ਵੱਡੀ ਫੌਜ ਖੜੀ ਕਰ ਸਕਦੇ ਹੋ, ਛੋਟੇ ਛੋਟੇ ਰਾਜਿਆਂ ਨੂੰ ਜਿੱਤ ਸਕਦੇ ਹੋ। ਇਹ ਤਾਂ ਜਿੱਦੇ ਇੱਕ ਮਹਾਸ਼ਕਤੀ ਬਣ ਸਕਦੇ ਹੋ। ਅਮਰੀਕਾ ਐਵੇਂ ਕਰ ਰਿਹਾ ਸੀ ਨਾ, ਪੈਸੇ ਦੇ ਜ਼ੋਰ ਤੇ ਕਰ ਰਿਹਾ ਸੀ, ਹੁਣ ਵੀ ਕਰ ਰਿਹਾ। ਇੱਕ ਹੁੰਦਾ ਬੁੱਧ ਬਲ, ਧਨ ਬਲ, ਬਾਹੂਬਲ। ਦੂਆ ਬਾਹੂਬਲ, ਆਦਮੀਆਂ ਦੀ ਸ਼ਕਤੀ, ਮੈਨ ਪਾਵਰ। ਦੋ ਤਾਂ ਹੁੰਦੀਆਂ ਨੇ ਸਾਰਿਆਂ ਦੇ ਕੋਲ, ਹਾਥੀ ਘੋੜੇ ਔਰ ਪੈਸਾ। ਪਰ ਬੁੱਧ ਬਲ ਨਹੀਂ ਹਰੇਕ ਕੋਲ ਹੁੰਦਾ। ਬੁੱਧ ਬਲ ਜ਼ਿਆਦਾ ਆਉਂਦਾ ਜਾਂ ਸੰਤੋਖ ਧਨ ਆ ਜਾਵੇ। ਸੰਤੋਖ ਧਨ ਤੇ ਪਹਿਲਾਂ ਬੁੱਧ ਬਲ ਨਹੀਂ ਹੁੰਦਾ। ਸੰਤੋਖ ਤੱਕ ਦਾ ਗਿਆਨ ਖਰੀਦਿਆ ਜਾ ਸਕਦਾ, ਸੰਤੋਖ ਤੇ ਬਾਅਦ ਵਾਲਾ ਗਿਆਨ ਨਹੀਂ ਖਰੀਦਿਆ ਜਾ ਸਕਦਾ। ਜਦੋਂ 7 ਸੰਤੋਖ ਆ ਗਏ, ਉਹ ਤੋਂ ਬਾਅਦ ਨਹੀਂ ਖਰੀਦਿਆ ਜਾ ਸਕਦਾ। ਉਹ ਤੋਂ ਪਹਿਲਾਂ ਖਰੀਦਿਆ ਜਾ ਸਕਦਾ। ਉਹ ਤੋਂ ਪਹਿਲਾਂ ਸਭ ਪ੍ਰਚਾਰ ਖਰੀਦੇ ਹੋਏ ਨੇ। ਉਹ ਤੋਂ ਪਹਿਲਾਂ ਸਭ ਗ੍ਰੰਥੀ ਨੌਕਰੀਆਂ ਕਰਦੇ ਨੇ। ਜਿਹੜਾ ਉਦੋਂ ਉੱਪਰ ਟੱਪ ਜਾਂਦਾ ਫਿਰ ਨਹੀਂ ਕਰਦਾ। ਉਹ ਇਹ ਕਰਦਾ ਵੀ ਆ, ਮੁੱਲ ਕੋਲੋਂ ਅਮੁੱਲ ਵਪਾਰ ਕਰਦਾ। ਪਹਿਲੇ ਵਾਲਿਆਂ ਨੂੰ ਪਤਾ ਕੋਈ ਨਹੀਂ, ਜੇ ਪਤਾ ਤਾਂ ਗੁਜ਼ਾਰਾ ਕੋਈ ਨਹੀਂ ਉਹਨਾਂ ਦਾ। ਉਹ ਕਹਿੰਦੇ ਸਾਡਾ ਗੁਜ਼ਾਰਾ ਨਹੀਂ। ਇਹ ਜ਼ੋਰ ਦੀ ਗੱਲ ਹੈ। ਆਖਣ ਜ਼ੋਰ, ਚੁੱਪੇ ਨਾ ਜ਼ੋਰ, ਚੁੱਪੇ ਨਹੀਂ ਜ਼ੋਰ। ਆਖਣ ਔਖਾ, ਸੱਚਾ ਨਾਮ ਦਾ ਵਿਖਿਆਨ ਕਰਨਾ ਔਖਾ, ਸੱਚ ਦੱਸਣਾ ਔਖਾ। ਆਦਮੀ 'ਚ ਕੋਈ ਸ਼ਕਤੀ ਨਹੀਂ ਹੈ ਕਿ ਸੱਚ ਦਾ ਵਿਖਿਆਨ ਆਪਣੀ ਬੁੱਧ ਬਲ ਦੇ ਉੱਤੇ ਕਰ ਦੇਵੇ, ਆਪਣੀ ਕਿਸੇ ਸ਼ਕਤੀ ਨਾਲ ਕਰ ਦੇਵੇ। ਸੱਚ ਨੂੰ ਪ੍ਰਗਟ ਆਦਮੀ ਕਰ ਦੇਵੇ ਬੋਲ ਕੇ, ਆਦਮੀ ਦੇ ਬਸ ਦੀ ਗੱਲ ਨਹੀਂ ਹੈ। ਮਨੁੱਖੀ ਸੰਸਾਰੀ ਬੁੱਧੀ ਦੇ ਬਸ ਦੀ ਨਹੀਂ ਹੈ ਗੱਲ। ਇੱਥੇ ਤਾਂ ਕਿਰਪਾ ਦੀ ਲੋੜ ਹੈ ਨਾ। ਉਹ ਆਪਣੀ ਨਾਲ ਸ਼ਕਤੀ ਦਿੰਦਾ ਤਾਂ ਇੱਥੇ ਤੱਕ ਪਹੁੰਚਦਾ। ਇਹ ਤਾਂ ਆਖਣ ਜ਼ੋਰ ਦੀ ਗੱਲ ਹੈ। ਇਸਕਾ ਬਲ ਨਹੀਂ, ਜੀਵ ਦਾ ਤਾਂ ਬਲ ਵੀ ਜੀਵ ਦੇ ਹੱਥ ਨਹੀਂ। ਇਹ ਤਾਂ ਕੁਛ ਵੀ ਨਹੀਂ ਬੋਲ ਸਕਦਾ, ਕੁਛ ਵੀ ਨਹੀਂ ਕਰ ਸਕਦਾ, ਜਾਂ ਇਹਦੇ ਕੋਲ ਸ਼ਕਤੀ ਇਹਦੇ ਹੱਥ 'ਚ ਨਹੀਂ ਹੈ। ਹੋਰ ਤਾਂ ਹੋਰ, ਜੇ ਮਨ ਨੂੰ ਚੁੱਪ ਕਰਾਉਣਾ ਹੋਵੇ, ਅਸੀਂ ਤਾਂ ਇਹਨੂੰ ਚੁੱਪ ਵੀ ਨਹੀਂ ਕਰਾ ਸਕਦੇ।
ਚੁੱਪ ਕਰਨਾ ਵੀ ਇਹਦੇ ਵਸਦਾ ਨਹੀਂ, ਬੋਲਣਾ ਤਾਂ ਇੱਕ ਪਾਸੇ ਰਿਹਾ। ਕਰੰਟ ਪਿੱਛੇ ਤੇ ਆ ਰਹੀ ਹੈ, ਪੱਖਾ ਕਨੈਕਟਡ ਹੈ, ਦੇਖਾ ਭਲਾ ਨਾ ਚੱਲੇ, ਇਹ ਟਿਊਬਲਾਈਟ ਬਲਬ ਨਾ ਜਲੇ, ਨਾ ਕਿਵੇਂ ਨਾ ਜਲੇ, ਕਰੰਟ ਜੋ ਪਿੱਛੇ ਤੇ ਆ ਰਹੀ ਹੈ, ਸ਼ਕਤੀ ਪ੍ਰਵਾਹ ਪਿੱਛੇ ਤੇ ਆ ਰਿਹਾ ਹੈ, ਬੋਲੇ ਕਿਵੇਂ ਨਾ। ਕਬੀਰ ਬਾਬਰਾ ਕਾਤੇ ਕਹਿ ਰਿਹਾ, ਪਾਗਲ ਆਦਮੀ ਦੇਖੋ, ਬ੍ਰਹਮ ਗਿਆਨੀ ਵੀ ਚੁੱਪ ਨਹੀਂ ਰਹਿ ਸਕਦਾ, ਭਰਮ ਗਿਆਨੀ ਵੀ ਚੁੱਪ ਨਹੀਂ ਰਹਿ ਸਕਦਾ। ਜੇ ਮੂੰਹ ਤੋਂ ਚੁੱਪ ਕਰ ਗਿਆ ਮੋਨੀ, ਤਾਂ ਅੰਦਰ ਮਨ ਤਾਂ ਬੋਲਦਾ ਨਾ। ਜੇ ਉਹਦੇ 'ਚ ਸ਼ਕਤੀ ਹੁੰਦੀ ਮਨ ਨੂੰ ਚੁੱਪ ਕਰਾ ਲੈਂਦਾ। ਕੋਈ ਕਰਾ ਸਕਿਆ ਜੇ ਉੱਥੇ ਮਨ ਨੂੰ ਚੁੱਪ? ਸਾਰੇ ਧਰਮ ਮਨ ਨੂੰ ਚੁੱਪ ਕਰਾ ਰਹੇ ਨੇ, ਕਰਾ ਰਹੇ ਨੇ। ਇੱਛਾਵਾਂ ਸਾਡੇ ਅੰਦਰੋਂ ਬੰਦ ਹੋ ਜਾਣ, ਨਾ ਉੱਠਣ, ਨਹੀਂ ਹੋ ਰਹੀਆਂ ਬੰਦ। ਚੁੱਪੇ ਨਾ ਜ਼ੋਰ, ਚੁੱਪੈ ਚੁੱਪ ਨਾ ਹੋਵੇ। ਜੇ ਮੂੰਹ ਚੁੱਪ ਕਰ ਗਿਆ ਤਾਂ ਮਨ ਥੋੜੀ ਚੁੱਪ ਕਰ ਗਿਆ। ਜਿੰਨਾ ਚਿਰ ਅੱਗ ਲੱਕੜੀ ਦੇ ਅੰਦਰ ਹੈ ਤਾਂ ਧੂੰਆਂ ਬਾਹਰ ਆਊਗਾ। ਜਿੰਨਾ ਚਿਰ ਤ੍ਰਿਸ਼ਨਾ ਇਹਨੂੰ ਹੈ ਤਾਂ ਧੂੰਆਂ ਨਿਕਲੂਗਾ। ਕਲਪਨਾ ਦਾ ਧੂੰਆਂ ਹੀ ਹੈ, ਇੱਛਾਵਾਂ ਦਾ ਧੂੰਆਂ ਹੀ ਹੈ, ਅੱਗ ਅੰਦਰ ਹੈ ਨਾ। ਜਿੰਨਾ ਚਿਰ ਮਾਇਆ ਦੀ ਭੁੱਖ ਹੈ ਧੂੰਆਂ ਨਿਕਲੂਗਾ, ਕਲਪਨਾ ਨਿਕਲੂਗੀ। ਜਦ ਅੱਗ ਬੁਝ ਗਈ, ਬੁਝ ਗਈ ਆਗ, ਨਿਕਸੇ ਨਾ ਧੂੰਆਂ ਕਿਵੇਂ ਨਿਕਲੂਗਾ? ਸਵਾਲ ਅੱਗ ਕਿਵੇਂ ਬੁਝੇ? ਅੱਗ ਬੁਝਾਉਣੀ ਸਾਡੇ ਹੱਥ 'ਚ ਨਹੀਂ ਹੈ। ਅੱਗ ਖਾਤਰ ਤਾਂ ਪਾਣੀ ਚਾਹੀਦਾ, ਉਹ ਕਿੱਥੋਂ ਆਵੇ? ਉਹ ਸਾਡੇ ਕੋਲ ਹੈ ਨਹੀਂ। ਬਸ ਤਾਂ ਉਹ ਫਿਰ ਮੀਂਹ ਪਿਆ, ਪਰਮੇਸ਼ਰ ਪਾਇਆ, ਜਦ ਅੱਗ ਬੁਝਦੀ ਹੈ। ਜੰਗਲ ਦੀ ਅੱਗ ਲੱਗੀ ਹੋਈ ਐ ਨਹੀਂ ਬੁਝਦੀ। ਮੀਂਹ ਪਿਆ, ਪਰਮੇਸ਼ਰ ਪਾਇਆ। ਇਹ ਰਾਮ ਉਦਕ ਮੇਰੀ ਤਿਖਾ ਬੁਝਾਈ, ਰਾਮ ਉਦਕ ਮਿਲੇ, ਗਿਆਨ ਅੰਮ੍ਰਿਤ ਮਿਲੇ ਤਾਂ ਅੱਗ ਬੁਝੇ। ਤੇ ਸਾਡੇ ਤੋਂ ਤਾਂ ਫਿਰ ਬੁਝਣੀ ਨਾ, ਤਾਂ ਕੋਈ ਚੀਜ਼ ਮਿਲੀ ਤਾਂ ਬੁਝੀ ਨਾ। ਚੁੱਪੇ ਨਹਿ ਜ਼ੋਰ, ਚੁੱਪ ਕਰਨ ਵਾਸਤੇ ਵੀ ਸਾਡੇ ਕੋਲ ਆਪਣੀ ਸ਼ਕਤੀ ਨਹੀਂ ਹੈ। ਲੱਕੜੀ ਨੂੰ ਅੱਗ ਲੱਗ ਜਾ, ਆਪਣੇ ਆਪ ਨਹੀਂ ਬੁਝਾ ਸਕਦੀ, ਸਾਰੀ ਉਜੜ ਜੂ। ਪਰ ਲੱਕੜ ਨੂੰ ਅੱਗ ਪੈ ਜਾਂਦੀ ਹੈ, ਆਪਣੇ ਆਪ ਬੁਝਾ ਲੂ। ਤੇ ਸਾਨੂੰ ਅੱਗ ਪਈ ਹੋਈ ਹੈ ਮਾਇਆ ਦੀ, ਬੁਝ ਕਿਵੇਂ ਜਾਵਾਂਗੇ? ਆਪਣੇ ਆਪ ਕਿਵੇਂ ਬੁਝੂ? ਆਪਣੇ ਆਪ ਨਹੀਂ ਬੁਝਦੀ। ਕੋਈ ਬੁਝਾਉਣ ਵਾਲਾ ਚਾਹੀਦਾ ਹੈ। ਬੁਝਾਉਣ ਵਾਲੇ ਨੂੰ ਵੀ ਪਾਣੀ ਚਾਹੀਦਾ। ਬੁਝਾਉਣ ਵਾਲਾ ਅੰਦਰ ਬੈਠਾ, ਪਰ ਪਾਣੀ ਹੈ ਨਹੀਂ ਉਹਦੇ ਕੋਲ। ਬੁਝਾਉਣ ਵਾਲਾ ਵੀ ਅੰਦਰ ਬੈਠਾ ਹੈ, ਉਹਦੇ ਕੋਲ ਪਾਣੀ ਹੈ ਨਹੀਂ। ਉਹ ਮੂੰਹ ਨੂੰ ਤਾਂ ਚੁੱਪ ਕਰਾ ਲੈਂਦਾ, ਮੂੰਹ ਤੋਂ ਬੋਲਣਾ ਤਾਂ ਚੁੱਪ ਕਰਾ ਲੈਂਦਾ, ਪਰ ਅੰਦਰਲੀ ਅੱਗ ਉਹ ਵੀ ਨਹੀਂ ਬੁਝਾ ਸਕਦਾ। ਉਹ ਅੱਗ ਨਾਮ ਅੰਮ੍ਰਿਤ ਹੈ, ਤਾਂ ਬੁਝਦੀ। ਹਰ ਕੇ ਨਾਮ ਨਾਲ ਬੁਝਦੀ ਹੈ, ਵੈਸੇ ਨਹੀਂ ਬੁਝਦੀ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਅਸੀਂ ਮੰਗ ਸਕਦੇ ਹਾਂ, ਮੰਗਦੇ ਹਾਂ, ਮੰਗ ਸਕਦੇ ਹਾਂ। ਜੇ ਸਾਡੇ ਕੋਲ ਜ਼ੋਰ ਨਹੀਂ ਹੈ, ਪਾਣੀ ਨਹੀਂ ਹੈ, ਮੰਗ ਸਕਦੇ ਹਾਂ। ਪਰ ਜਿਹਦੇ ਕੋਲ ਪਾਣੀ ਹੈ ਉਹਦੇ ਧੱਕੇ ਨਾਲ ਨਹੀਂ ਲੈ ਸਕਦੇ, ਜ਼ੋਰ ਨਾਲ ਨਹੀਂ ਮੰਗ ਸਕਦੇ। ਮੰਗਣ ਵਿੱਚ ਜ਼ੋਰ ਕੰਮ ਨਹੀਂ ਕਰਦਾ। ਫਿਰ ਜਿਹੜੀਆਂ ਸ਼ਕਤੀਆਂ ਪ੍ਰਾਪਤ ਕਰਦੇ ਨੇ ਭਗਤੀ ਨਾਲ, ਕਾਹਦੇ ਵਾਸਤੇ ਕਰਦੇ ਨੇ? ਹੈ ਤਾਂ ਇਹ ਮੰਗਤਾ। ਮੰਗਤਾ ਨੂੰ ਸ਼ਕਤੀ ਦੀ ਕੀ ਲੋੜ ਹੈ? ਮੰਗਤੇ ਨੂੰ ਨਿਮਰਤਾ ਦੀ ਲੋੜ ਹੈ, ਸ਼ਕਤੀ ਦੀ ਲੋੜ ਨਹੀਂ ਹੈ। ਇੱਥੇ ਮੰਗਤਾ ਧੱਕੇ ਨਾਲ ਕੋ ਲੈ ਲੂ ਕਿਸੇ ਤੇ ਜਾ ਕੇ, ਛਿੱਤਰ ਖਾਂਦਾ ਫਿਰੂਗਾ। ਮੰਗਣ ਵਿੱਚ ਜ਼ੋਰ ਨਹੀਂ ਹੁੰਦਾ, ਜ਼ੋਰ ਦੀ ਲੋੜ ਨਹੀਂ ਹੁੰਦੀ। ਜੇ ਮੰਗਣਾ ਹੈ ਪਰਮੇਸ਼ਰ ਤੋਂ ਮੰਗਣਾ ਹੈ, ਅਸੀਂ ਦਾਤੇ ਤੋਂ ਮੰਗਣੀ ਹੈ। ਭਗਤੀ ਵਿੱਚ ਸ਼ਕਤੀਆਂ ਦੀ ਕੀ ਲੋੜ ਹੈ ਤੁਹਾਨੂੰ? ਦੇਖੋ ਸ਼ਕਤੀਆਂ ਵਾਲਿਆਂ ਨੂੰ ਕਿੱਥੋਂ ਫੜਿਆ ਹੈ? ਭਗਤੀ ਦੀ ਸ਼ਕਤੀ ਵਾਲਿਆਂ ਨੂੰ ਕਿੱਥੋਂ ਫੜਿਆ ਹੈ? ਜਿਹੜੇ ਸ਼ਕਤੀ ਦਾ ਰੌਲਾ ਪਾਉਂਦਾ ਭਗਤੀ 'ਚ, ਬੋਧੀ ਤੋਂ ਫੜ ਲੈ ਜਾ ਕੇ। ਕਿਹੜੇ ਹਿਸਾਬ ਨਾਲ ਪਾਉਂਦੇ ਨੇ? ਸ਼ਕਤੀ ਭਗਤੀ ਇੱਕ ਜਗ੍ਹਾ ਹੁੰਦੀ ਹੈ।
ਸ਼ਕਤੀ ਹੰਕਾਰ ਦਾ ਪ੍ਰਤੀਕ ਹੈ। ਹੰਕਾਰ ਦਾ ਤਾਂ ਨਾਸ਼ ਕਰਨਾ ਹੈ। ਜੇ ਸਰੈਂਡਰ ਕਰਦਾ ਜਿਹੜਾ ਆਦਮੀ, ਉਹ ਸ਼ਕਤੀ ਹੁੰਦੀ ਹੈ। ਜਿਹ 'ਚ ਸ਼ਕਤੀ ਹੈ, ਸਰੈਂਡਰ ਨਹੀਂ ਕਰ ਸਕਦਾ। ਔਰ ਰਣਜੀਤ ਸਿੰਘ ਦਾ ਕੀ ਹਾਲ ਹੋਇਆ, ਉਸ ਨੂੰ ਦੇਖ ਲੈਣ। ਨਵੇਂ ਰਾਜ ਲੈ ਕੇ ਕੀ ਕਰੋਗੇ? ਮਿਸਲ ਵਾਲਿਆਂ ਨੂੰ ਦੇਖ ਲੈਣ ਕੀ ਹਾਲ ਹੋਇਆ। ਰਾਜ ਲੈ ਲਿਆ ਸੀ, ਸਬਕ ਨਹੀਂ ਲਿਆ ਉੱਥੋਂ। ਅਸਲ 'ਚ ਸਿੱਖੇ ਨਹੀਂ ਹਨ, ਇਹਨਾਂ ਨੂੰ ਲੋੜ ਹੀ ਨਹੀਂ ਸਿੱਖੀ ਦੀ। ਇਹ ਤਾਂ ਰੌਲਾ ਪਾਉਂਦੇ ਨੇ। ਉਹ ਟਾਰਗੇਟ ਹੈ ਰਾਜ ਹੈ, ਸਿੱਖੀ ਇਹਨਾਂ ਦਾ ਟਾਰਗੇਟ ਹੀ ਨਹੀਂ ਹੈ। ਸਿੱਖੀ ਟਾਰਗੇਟ ਨਹੀਂ ਹੈ। ਸਿੱਖੀ ਦਾ ਅਸਲ 'ਚ ਇਹਨਾਂ ਦੇ ਰਾਹ ਦਾ ਰੋਡ ਹੈ। ਅੰਦਰੋਂ ਉਹਨਾਂ ਨੂੰ ਪਤਾ ਸਾਰਿਆਂ ਨੂੰ ਸਿੱਖੀ ਇਹਨਾਂ ਦੇ ਰਸਤੇ ਦਾ ਰੋਡ ਹੈ। ਰਣਜੀਤ ਨੂੰ ਪਤਾ ਨਹੀਂ ਸਿੱਖੀ ਮੇਰੇ ਰਸਤੇ ਦਾ ਰੋਡ ਹੈ। ਉਹ ਰੋਡੇ ਤਾਂ ਦੂਰ ਕਰਦਾ ਕਰਦਾ ਮੂਰਤੀਆਂ ਤੱਕ ਲਾਇਆ ਪਰਿਕਰਮਾ 'ਚ। ਗੁਰਦੁਆਰਾ ਵੀ ਬਣਾਤਾ, ਸੋਨਾ ਵੀ ਚੜਾਤਾ, ਮੂਰਤੀਆਂ ਵੀ ਲੈ ਆਉਂਦੀ। ਗੁਰਦੁਆਰਾ ਬਣਾਉਣਾ ਸਿੱਖੀ ਨਹੀਂ ਸੀ, ਸੋਨਾ ਚੜਾਉਣਾ ਸਿੱਖੀ ਨਹੀਂ ਸੀ। ਪ੍ਰਚਾਰ ਸਿੱਖੀ ਸੀ। ਪ੍ਰਚਾਰ ਬਦਲਤਾ, ਮੂਰਤੀਆਂ ਲਿਆ ਕੇ ਬਿਠਾਲਤੀਆਂ, ਸਭ ਕੁਛ ਬਦਲਤਾ, ਵਿਚਾਰਧਾਰਾ ਹੀ ਬਦਲਤਾ। ਸਿੱਖੀ ਰਸਤੇ ਦਾ ਰੋਡ ਹੈ ਇਹਨਾਂ ਦੇ ਲੋਕਾਂ ਦੇ, ਜਿਹੜੇ ਰਾਜ ਵਾਸਤੇ ਸੋਚਦੇ ਨੇ। ਇਸ ਕਰਕੇ ਇਹਨਾਂ ਦੀ ਖਾਲਸੇ ਨਾਲ ਨਹੀਂ ਬਣੀ। ਰਣਜੀਤ ਸਿੰਘ ਦੀ ਅਕਾਲੀ ਫੂਲਾ ਸਿੰਘ ਨਾਲ ਨਹੀਂ ਬਣੀ, ਜਾਤੇ ਬਾਅਦ ਅਕਾਲੀਆਂ ਦੀ ਨਹੀਂ ਬਣੀ। ਬਣੂ ਕਿਵੇਂ? ਕਿਸੇ ਵੀ ਸਰਕਾਰ ਨਾਲ ਨਹੀਂ ਬਣ ਸਕਦੀ ਸਿੱਖ ਦੀ। ਉਹ ਹੰਕਾਰ ਹੈ, ਉਹ ਸੰਸਾਰੀ ਹੈ, ਭਗਤ ਹੈ। ਜੋੜੇ ਨਹੀਂ ਆ ਸਕਦਾ ਇਹਨਾਂ ਦਾ ਆਪਸ ਵਿੱਚ। ਕਿਵੇਂ ਜੋੜ ਆਊਗਾ? ਨਹੀਂ ਜੋੜਾ ਆ ਹੀ ਨਹੀਂ ਸਕਦਾ, ਨਾ ਆਵੇ ਕਦੇ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਨਾ ਕੋਈ ਜ਼ੋਰ ਨਾ ਦਿੰਦਾ। ਜੇ ਮੰਗਾਂਗੇ ਜ਼ੋਰ ਨਾ ਕੋਈ ਦੇ ਦੂਗਾ। ਪਰਮੇਸ਼ਰ ਤੋਂ ਜ਼ੋਰ ਨਾਲ ਕੋਈ ਚੀਜ਼ ਲਈ ਜਾ ਸਕਦੀ ਹੈ, ਪਰ ਇਹਨਾਂ ਦੀ ਭਗਤੀ ਜ਼ੋਰ ਨਾਲ ਸਾਬਤ ਕਰਦੀ ਹੈ। ਲਈਆ ਧਰੂ ਨੇ ਜ਼ੋਰ ਨਾਲ ਲਿਆ ਨਾ ਜ਼ੋਰ ਨਾਲ। ਇੱਕ ਢੰਗ ਪਰ ਵਿਸ਼ਨੂੰ ਆ ਕੇ ਹੱਥ ਬੰਨ੍ਹਦਾ ਵੀ ਰੱਬ ਦੇ ਵਾਸਤੇ। ਇਹ ਸਾਰੇ ਜ਼ੋਰ ਨਾਲ ਸਾਬਤ ਕਰਦੇ ਨੇ ਲਿਆ ਹੋਇਆ। ਇਹ ਪੌੜੀ ਉਹਨਾਂ ਦੀਆਂ ਭਗਤੀਆਂ ਦੇ ਖਿਲਾਫ ਹੈ, ਸਾਰੀਆਂ ਤੇ ਟੋਟਲ ਭਗਤੀਆਂ ਦੇ ਖਿਲਾਫ ਹੈ। ਜਿੰਨੀਆਂ ਗੁਰਮਤਿ ਦੇ ਖਿਲਾਫ, ਗੁਰਮਤਿ ਨੂੰ ਛੱਡ ਕੇ ਜਿੰਨੀਆਂ ਭਗਤੀਆਂ ਨੇ ਨਾ, ਉਹਨਾਂ ਸਾਰੀਆਂ ਦੇ ਖਿਲਾਫ ਹੈ ਪੌੜੀ। ਪਿਛਲੀ ਪੌੜੀਆਂ ਨੇ ਇੱਕੋ ਹੀ ਗੱਲ ਹੈ, ਉਹੀ ਗੱਲ ਚੱਲਦੀ ਹੈ। ਦੁਬਾਰਾ ਫੇਰ ਡਿਸਕਸ ਕਰਾਂਗੇ ਉਹਨੂੰ ਇਕੱਠੀਆਂ ਮਿਲਾ ਕੇ ਜਾਂ ਡਿਸਕਸ ਕਰਾਂਗੇ, ਪਤਾ ਲੱਗੂ ਇੱਕੋ ਹੀ ਗੱਲ ਹੈ ਦੋਹਾਂ ਦੀ। ਹਾਂ, ਦੇਣ ਨਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਨਾ ਤੁਸੀਂ ਜ਼ੋਰ ਨਾ ਮੰਗ ਸਕਦੇ ਹੋ, ਨਾ ਕੋਈ ਤੁਹਾਡੇ ਤੁਸੀਂ ਜ਼ੋਰ ਨਾਲ ਕੋਈ ਪ੍ਰਾਪਤ ਕਰ ਸਕਦੇ ਹੋ। ਦੇ ਕੌਣ ਦਊ ਤੁਹਾਡੇ? ਜ਼ੋਰ ਨਾਲ ਕੋਈ ਨਹੀਂ ਦਿੰਦਾ। ਸੰਸਾਰ ਤੋਂ ਅਸੀਂ ਜ਼ੋਰ ਨਾਲ ਚੀਜ਼ਾਂ ਲੈ ਲੈਂਦੇ ਹਾਂ, ਪਰ ਸਰਬ ਸ਼ਕਤੀਮਾਨ ਤੇ ਕੌਣ ਲੈ ਲੂਗਾ? ਜੋ ਜੇ ਤਾਂ ਕਮਜ਼ੋਰ ਹੋਵੇ ਕਹਾਂ, ਉੱਥੇ ਤਾਂ ਅਸੀਂ ਲੈ ਸਕਦੇ ਹਾਂ ਕੋਈ ਚੀਜ਼। ਗਰੀਬ ਤੇ ਤਾਂ ਡਾਕੂ ਆ ਕੇ ਖੋਹ ਲੈਂਦੇ ਨੇ। ਜੇ ਇੱਥੇ ਧਰਮ ਦੇ ਵਿੱਚ ਵੀ ਤੁਸੀਂ ਜ਼ੋਰ ਨਾਲ ਲੈ ਸਕਦੇ ਹੋ, ਡਾਕੂ ਹੋ ਤੁਸੀਂ, ਫਿਰ ਉਹ ਕਮਜ਼ੋਰ ਹੈ, ਤੁਸੀਂ ਸ਼ਕਤੀਸ਼ਾਲੀ ਹੋ, ਤਾਂ ਲੈ ਲਿਆ ਹੋਊਗਾ ਕਿਸੇ ਨੇ ਜੇ ਪ੍ਰਾਪਤ ਕੀਤਾ। ਇਹ ਵਿਰੋਧ ਕਾਹਦਾ ਕੀਤਾ? ਹੁਕਮ ਦਾ ਹੀ। ਇਹ ਸੰਸਾਰੀ ਦ੍ਰਿਸ਼ਟੀਕੋਣ ਵਾਲੇ ਧਰਮ ਨੇ, ਅਸਲੀ ਨਹੀਂ ਹਨ ਧਰਮ ਇਹ। ਹਾਂ, ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਕਿਉਂ? ਇਹ ਐਂ ਕਹਿੰਦੇ ਨੇ ਭਗਤਾਂ ਨੇ ਰੱਬ ਨੂੰ ਵਸ ਵਿੱਚ ਕੀਤਾ, ਪ੍ਰੇਮ ਦੀਆਂ ਡੋਰੀਆਂ ਪਾ ਕੇ। ਭਗਤਾਂ ਦੇ ਤਾਂ ਵਸ ਵਿੱਚ ਹੈ ਰੱਬ, ਵਸ ਵਿੱਚ ਗੁਲਾਮ ਹੈ। ਜੇ ਮਨ ਨਹੀਂ ਆਪਣੇ ਆਪ ਨਹੀਂ ਬਸ ਵਿੱਚ ਆਏ, ਸਰੈਂਡਰ ਹੋਏ, ਉਹਨੂੰ ਬਸ ਵਿੱਚ ਕੀਤਾ ਹੋਇਆ ਇਹਨਾਂ ਨੇ। ਸਾਰੀ ਪੁੱਠੀ ਪੜਾਈ ਹੈ। ਜਿਹੜੇ ਲੋਕ ਕਹਿੰਦੇ ਨੇ ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰੀਆਂ, ਉਹ ਸਾਰੀ ਗੁਰਮਤਿ ਦੇ ਖਿਲਾਫ ਪੜਾਈ ਹੈ। ਉਹਦਾ ਉਹਨਾਂ ਨੇ ਬਸ ਕੀਤਾ, ਜੋ ਮਰਜ਼ੀ ਕਰਾਓ। ਤੇ ਉਹ ਧੰਨੇ ਦੇ ਨੱਕੇ ਛੱਡਦਾ ਦਿਖਾਇਆ ਕ੍ਰਿਸ਼ਨ। ਕਿਉਂ ਦਿਖਾਇਆ? ਕਿਉਂ ਦਿਖਾਇਆ? ਇਹ ਤਾਂ ਪੜ੍ਹਾਈ ਕਰਾਈ ਹੋਈ ਹੈ ਸਿੱਖਾਂ ਨੇ। ਗੁਰਮਤਿ ਇਹਨਾਂ ਨੂੰ ਕਿੱਥੋਂ ਆ ਜਾਂਦੀ?
ਇਹ ਤਾਂ ਮੰਤਰ ਵਾਲੇ ਜਿਹੜੇ ਮੰਤਰ ਜਾਪ ਹੈ, ਮੰਤਰ ਦਾ ਮਤਲਬ ਹੁੰਦਾ ਜਿਹਦਾ ਮੰਤਰ ਪੜ੍ਹਨਾ ਉਹਨੂੰ ਅਸੀਂ ਬੁਲਾ ਸਕਦੇ ਹਾਂ ਮੰਤਰ ਦੇ ਜ਼ੋਰ ਨਾਲ, ਉਹਨੂੰ ਬਸ 'ਚ ਕਰ ਲਿਆ। ਹਨੂੰਮਾਨ ਦਾ ਮੰਤਰ ਹੈ, ਹਨੂੰਮਾਨ ਨੂੰ ਆਉਣਾ ਪੈਂਦਾ, ਜੋ ਕਹਿਣ ਕੰਮ ਕਰਨਾ ਪੈਂਦਾ। ਹਨੂੰਮਾਨ ਦਾ ਵੀ ਗੁਲਾਮ ਹੋਇਆ ਉਹਦਾ। ਮੰਤਰ ਵਾਲੇ ਨੇ ਨਾ ਜਿਹੜੇ, ਤਾਂ ਹੀ ਦਸਮ ਪਾਤਸ਼ਾਹ ਕਹਿੰਦੇ ਮੰਤਰ ਮੇ ਨਾ ਜੰਤਰ ਮੇ ਨਾ ਤੰਤਰ ਮੇ। ਨਾ ਮੰਤਰ ਨਾਲ ਤੁਸੀਂ ਬਸ 'ਚ ਕਰ ਸਕਦੇ ਹੋ, ਨਾ ਜੰਤਰ ਦੇ ਵਿੱਚ ਉਹਨੂੰ ਬੰਦ ਕਰ ਸਕਦੇ ਹੋ, ਨਾ ਤੰਤਰ। ਇਹ ਤੇ ਪਰੇ ਹੈ। ਉਹ ਕੀ ਹੈ? ਉਹਦਾ ਗਿਆਨ ਹੈ। ਤਿੰਨੇ ਕੱਟੇ ਹੋਏ ਨੇ, ਤਿੰਨੇ ਚਾਲੂ ਨੇ ਸਿੱਖਾਂ 'ਚ। ਸ਼ਬਦ ਲਿਖ ਕੇ ਦਿੰਦੇ ਨੇ, ਗਲ 'ਚ ਪਾ ਲਿਓ। ਸਾਰੀਆਂ ਚੀਜ਼ਾਂ ਉਹ ਪ੍ਰਚਲਿਤ ਨੇ। ਅੱਜ ਇਹਨਾਂ ਨੇ ਸਾਧਾਂ ਨੇ ਕੀਤੀਆਂ ਹੋਈਆਂ ਜੀ ਤੋਂ ਗੁਰਬਾਣੀ ਖਿਲਾਫ ਹੈ। ਐਸ ਐਂਗਲ ਤੋਂ ਜੇ ਵਿਆਖਿਆ ਹੁੰਦੀ, ਸੰਤ ਆਪੇ ਚੁੱਪ ਕਰ ਜਾਂਦੇ। ਤੁਸੀਂ ਤਾਂ ਸੰਤ ਜੀ ਮੱਥਾ ਟਿਕਾਉਂਦੇ ਨੇ, ਤੁਸੀਂ ਟਿਕਾ ਲਓ, ਤੁਹਾਨੂੰ ਨਹੀਂ ਟੇਕਦੇ। ਬਾਦਲ ਦੇ ਨਹੀਂ ਗੋਡੀ ਹੱਥ ਲਾਉਂਦੇ, ਟੌੜੇ ਦੇ ਨਹੀਂ ਲਾਉਂਦੇ, ਜਹੇਦਾਰਾਂ ਦੇ ਨਹੀਂ ਲਾਉਂਦੇ, ਆਪਣੇ ਨਹੀਂ ਲਾਉਂਦੇ ਦੀਂਦੇ, ਉਹਨਾਂ ਦੇ ਦੀਂਦੇ ਨੇ ਲਾਉਂਦੇ। ਤੁਸੀਂ ਟਿਕਾ ਲਓ, ਤੁਹਾਨੂੰ ਤਾਂ ਕੋਈ ਟੇਕਦਾ ਨਹੀਂ। ਤੁਹਾਨੂੰ ਵੀ ਟੇਕਦੇ ਨੇ ਜਿਹੜੇ ਜਿਨ੍ਹਾਂ ਨੂੰ ਤੁਹਾਡੇ ਤੋਂ ਕੁਛ ਲੈਣਾ, ਤੁਹਾਨੂੰ ਟੇਕਦੇ ਨੇ। ਤੁਸੀਂ ਗੱਲ ਕਰੋ ਵੀ ਗੁਰਮਤਿ ਆ ਕਹਿੰਦੀ ਹੈ, ਇਹ ਕਰਦੇ। ਇੱਥੇ ਦੇਖੋ ਨਾ ਵੀ ਸੰਤ ਬਣੇ ਫਿਰਦੇ ਨੇ, ਇਹਨਾਂ ਨੂੰ ਇਹ ਗੱਲ ਜਿਹੜੀ ਕਹਿ ਰਹੇ ਨੇ ਤੇ ਗੁਰਮਤਿ ਦੇ ਖਿਲਾਫ ਹੈ ਗੱਲ। ਪ੍ਰਚਾਰ ਇਹ ਉਲਟ ਕਰਦੇ ਨੇ। ਸਿੱਖੀ ਨਾਲ ਸੰਬੰਧ ਨਹੀਂ ਇਹਨਾਂ ਦਾ, ਸਿੱਖੀ ਦੇ ਖਿਲਾਫ ਖੜੇ ਨੇ ਇਹ। ਗੱਲ ਇਹ ਦੱਸਣ ਵਾਲੀ ਹੈ। ਮੱਥੇ ਸਾਰੇ ਟੇਕੀ ਜਾਣ, ਕੋਈ ਰੌਲਾ ਨਹੀਂ, ਸਾਰੀ ਦੁਨੀਆ ਹੀ ਟੇਕੀ ਜਾਵੇ, ਉਹਦੇ ਨਾਲ ਨਹੀਂ ਕੋਈ ਫਰਕ ਹੁੰਦਾ। ਆਪੇ ਹਟਾ ਦੂ। ਜਿਹਦੇ ਕੋਲ ਗੁਰਮਤਿ ਹੋਊ ਨਾ, ਉਹਨੂੰ ਕੋਈ ਟੇਕੇ ਨਾ ਟੇਕਣ ਦੇਵੇ। ਉਹ ਪਿਰਤ ਨਹੀਂ ਪਾਉਂਦਾ ਇਹ, ਉਹਨੇ ਪਿਰਤ ਪੈਣੇ ਨਹੀਂ ਦੇਣੀ, ਇਹ ਆਪੇ ਨਹੀਂ ਪੈਣ ਦੇਣੀ। ਹੁਕਮ ਹੈ ਗੁਰੂ ਦਾ, ਫਤਿਹ ਬੁਲਾਓ, ਸਟ੍ਰਿਕਟ ਕਰ ਲਓ ਹੁਕਮ। ਦੇਖਾ ਭਲਾ ਧੱਕੇ ਨਾਲ ਕੋਈ ਮੱਥਾ ਟੇਕ ਦੂ, ਧੱਕੇ ਨਾਲ ਕੋਈ ਲੈ ਲੂ ਕੁਛ, ਮੰਗਣ ਦੇਣ ਨਾ ਜ਼ੋਰ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਜੇ ਕੋਈ ਇਹ ਚਾਹੇ ਮੈਂ ਆਪਣੀ ਸ਼ਕਤੀ ਨਾਲ ਜਿਉਂਦਾ ਰਹਿ ਸਕਦਾ, ਮੈਂ ਆਪਣੀ ਉਮਰ ਵਧਾ ਲੂੰਗਾ, ਇਹ ਵੀ ਗਲਤ ਹੈ। ਭਗਤੀ ਕਰਕੇ, ਭਗਤੀ ਕਰਕੇ ਮੈਂ ਆਪਣੀ ਸ਼ਕਤੀ ਨਾਲ ਜ਼ਿਆਦਾ ਦੇਰ ਜਿਉਂਦਾ ਰਹਿ ਜੂ, ਇਹ ਵੀ ਗਲਤ ਹੈ। ਜੇ ਕੋਈ ਕਹੇ ਮੈਂ ਆਪਣੀ ਮਰਜ਼ੀ ਨਾਲ ਛੇਤੀ ਮਰ ਜੂ, ਇਹ ਵੀ ਗਲਤ ਹੈ। ਕਿਉਂਕਿ ਜੰਮਣਾ ਮਰਨਾ ਹੁਕਮ ਹੈ। ਹੁਕਮ ਹੈ। ਆਦਮੀ ਦੀ ਸ਼ਕਤੀ ਇਹਦੇ ਵਿੱਚ ਕੁਝ ਹੁੰਦੀ ਹੋਣੀ। ਹਾਂਜੀ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਰਾਜ, ਰਾਜ ਕੋਈ ਆਪਣੀ ਸ਼ਕਤੀ ਨਾਲ ਨਹੀਂ ਪ੍ਰਾਪਤ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਹੁਕਮ ਹੈ। ਉਹ ਮਾਲ ਵੀ ਆਪਣੀ ਪ੍ਰਾਪਤੀ ਨਾਲ ਨਹੀਂ ਕਰ ਸਕਦਾ। ਰਾਜ ਮਾਲ ਜਿਹਦਾ ਮਨ ਦੇ ਵਿੱਚ ਸ਼ੋਰ ਹੈ ਨਾ, ਜਿਹਦੇ ਖਾਤਰ ਮਨ ਤੜਫਦਾ, ਹਰ ਵਕਤ ਸ਼ੋਰ ਪਾਉਂਦਾ, ਰੌਲਾ ਪਾਉਂਦਾ ਵੀ ਮੈਂ ਆਹ ਕਰ ਲੂੰ, ਮੈਂ ਉਹ ਕਰ ਦੂੰ। ਰਾਜਮਾਲ ਦਾ ਹੀ ਮਨ 'ਚ ਸ਼ੋਰ ਹੈ ਨਾ। ਤੂੰ ਆਪਣੀ ਸ਼ਕਤੀ ਨਾਲ ਨਹੀਂ ਪ੍ਰਾਪਤ ਕਰ ਸਕਦਾ ਕੁਛ ਵੀ। ਸ਼ੋਰ ਹੈ, ਸ਼ੋਰ ਹੈ ਇਹਦਾ। ਰੌਲਾ ਦਾ ਜਿੰਨਾ ਮਰਜ਼ੀ ਪਾਈ ਜਾ, ਪਰ ਇਹਦੇ ਨਾਲ ਰੌਲੇ ਨਾਲ ਪ੍ਰਾਪਤੀ ਕੁਛ ਨਹੀਂ। ਰਾਜ ਔਰ ਮਾਨ ਦਾ ਮਨ 'ਚ ਸ਼ੋਰ ਹੈ, ਸ਼ੋਰ ਹੈ ਰਹੂਗਾ। ਜ਼ੋਰ ਹੈ ਜਿਹੜਾ ਸ਼ੋਰ ਦਾ ਜ਼ੋਰ ਹੈ ਨਾ ਤੇਰਾ, ਇਹਦੇ ਨਾਲ ਪ੍ਰਾਪਤੀ ਨਹੀਂ ਹੈ। ਜ਼ੋਰ ਨਾਲ ਸੁਰਤੀ, ਗਿਆਨ ਵਿਚਾਰ। ਗਿਆਨ ਵਿਚਾਰ 'ਚ ਸੁਰਤੀ ਨੂੰ ਟਿਕਾ ਲੈਣਾ ਔਰ ਗਿਆਨ ਵਿਚਾਰ ਕਰਨੀ, ਇਹ ਵੀ ਮਨੁੱਖੀ ਬੁੱਧੀ ਦੇ ਜ਼ੋਰ ਤੋਂ ਪਰੇ ਹੈ। ਜਿੰਨਾ ਚਿਰ ਕਿਰਪਾ ਨਹੀਂ ਮੰਗਦਾ, ਐਕਸਟਰਾ ਬੁੱਧੀ ਉਹਦੇ ਕੋਲ ਨਹੀਂ ਆਉਂਦੀ, ਐਕਸਟਰਾ ਪਾਵਰ ਨਹੀਂ ਆਉਂਦੀ, ਉਹਦੀ ਮਿਹਰ ਨਹੀਂ ਹੁੰਦੀ, ਉਹਨਾਂ ਚਿਰ ਗਿਆਨ ਵਿਚਾਰ ਹੋ ਹੀ ਨਹੀਂ ਸਕਦਾ। ਗੁਰਬਾਣੀ ਦੀ ਵਿਚਾਰ ਵੀ ਨਹੀਂ ਹੋ ਸਕਦੀ। ਜੇ ਆਪਣੇ ਲੈਵਲ ਤੇ ਕਰਨਗੇ, ਜਿਵੇਂ ਵਿਦਵਾਨ ਕਰਦੇ ਨੇ, ਗੁਰਬਾਣੀ ਨੂੰ ਸਮਝ ਨਹੀਂ ਸਕਣਗੇ। ਜ਼ੋਰ ਆਪਣੀ ਬੁੱਧ ਬਲ ਦੀ ਗੱਲ ਹੈ ਸਿਰਫ।
ਜਿੱਥੇ ਜੋਰ ਅਜ਼ਮਾਈ ਹੈ ਉੱਥੇ ਹੰਕਾਰ ਹੈ। ਗੋਦਵਾਲ ਤੈਨੂੰ ਦੇ ਦਿੱਤਾ, ਜੇ ਤੂੰ ਕਹੇ ਮੈਂ ਇਹਦੇ ਜ਼ੋਰ ਨਾਲੇ ਜਨਤਾ ਕੇ ਬਸ ਕੁਛ ਨਹੀਂ, ਕੁਛ ਨਹੀਂ। ਗੁਰਬਾਣੀ ਨੂੰ ਸਮਝਣ ਵਾਸਤੇ ਦਿੱਤਾ ਹੈ, ਜੇ ਦੱਸਿਆ ਕਿਰਪਾ ਮੰਗ। ਨਾਨਕ ਨਦਰੀ ਪਾਈ ਹੈ, ਉੱਪਰ ਆਇਆ ਸੀ ਨਾ, ਉੱਪਰਲੀ ਪੌੜੀ ਨਾਲ ਲੇਟੜ ਹੈ ਸਾਰੀ ਗੱਲ। ਉੱਪਰਲੀ ਪੌੜੀ ਯਾਰੇ ਕੋਈ ਨੇ। ਨਾਨਕ ਨਦਰੀ ਆਇਆ, ਇੱਥੇ ਐਂਡ ਕੀਤਾ ਨਾ, ਨਦਰੀ ਪਾਈ ਹੈ, ਕੂੜੀ ਕੂੜਾ। ਇਹ ਕੂੜੇ ਜਿਹੜੇ ਨੇ ਇਹ ਛੇਖੀਆਂ ਮਾਰਦੇ ਨੇ ਐਵੇਂ ਹੀ ਖਾਮ ਖਾ। ਫਲਾਣੇ ਨੇ ਇਹ ਕਰਤਾ, ਢਿਮਕੇ ਨੇ ਇਹ ਕਰਤਾ, ਉਹ ਸਾਡੇ ਗੁਰੂ ਨੇ ਉਹ ਕਰਤਾ, ਫਲਾਣੇ ਸੰਤ ਨੇ, ਇਹ ਸਭ ਇਹਨਾਂ ਦੀਆਂ ਗਪੌੜੇ ਨੇ। ਇਹੀ ਸਾਖੀਆਂ ਲਿਖੀਆਂ ਹੋਈਆਂ ਨੇ। ਬਾਅਦ ਦੇ ਵਿੱਚ ਬੜੇ ਬੜੇ ਗਪੌੜੇ ਮਾਰ ਦਿੰਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਸਿਰ ਤੇ ਰੋਟੀ ਖਾਂਦੇ ਨੇ। ਕੂੜੀ ਕੂੜੇ ਜਿਹੜੇ ਨੇ ਨਾ, ਇਹ ਐਵੇਂ ਸ਼ੇਖੀਆਂ ਹੀ ਮਾਰਦੇ ਨੇ, ਗੱਲਾਂ ਹੀ ਕਰਦੇ ਨੇ। ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੁੰਦੀ। ਇਸ ਕਰਕੇ ਇਹ ਬਾਣੀ ਇਕੱਲੀ ਸੱਚੀ ਬਾਣੀ ਹੈ, ਬਾਕੀ ਸਾਰੇ ਗ੍ਰੰਥ ਸੱਚੇ ਹੈ ਹੀ ਨਹੀਂ। ਜੋ ਕੁਝ ਗੁਰਬਾਣੀ 'ਚ ਲਿਖਿਆ ਸੱਚੀ ਬਾਣੀ, ਤੇ ਜੇ ਇਹ ਸੱਚੀ ਹੈ ਬਾਕੀ ਕੀ ਨੇ ਫਿਰ? ਬਾਕੀ ਝੂਠੀਆਂ ਕੱਚੀਆਂ ਗੱਲਾਂ ਨੇ, ਸਭ ਝੂਠੀਆਂ ਗੱਲਾਂ ਨੇ ਸਭ। ਇਹ ਤਾਂ ਦਲੀਲ ਹੈ, ਹਰ ਗੱਲ ਤੇ ਪੈਰ ਪੈਰ ਤੇ ਦਲੀਲ ਹੈ। ਉਹਨਾਂ ਕੋਲ ਦਲੀਲ ਕੋਈ ਨਹੀਂ। ਸਰਬ ਸ਼ਕਤੀਮਾਨ ਵੀ ਕਹਿੰਦੇ ਨੇ, ਬਸ ਵਿੱਚ ਵੀ ਉਸ ਨੂੰ ਕਰਨਾ। ਸਰਬ ਸ਼ਕਤੀਮਾਨ ਵੀ ਹੋਇਆ, ਬਸ ਵਿੱਚ ਵੀ ਉਸ ਨੂੰ ਕਰਨਾ। ਸਰਬ ਸ਼ਕਤੀਮਾਨ ਤਾਂ ਤੂੰ ਹੋਇਆ, ਉਹ ਕਹਿੰਦਾ ਰਹਿ ਗਿਆ। ਉਹਦੇ ਤਾਂ ਰਿਛਮੋਂ ਨੱਥ ਪਾ ਲੈਣੀ ਹੈ ਤੁਸੀਂ, ਜਾਂ ਬਾਂਦਰਮੋਂ ਗਲ 'ਚ ਰੱਸੀ ਪਾ ਲੈਣੀ ਹੈ, ਉਹਨੂੰ ਤਾਂ ਨਚਾਉਣਾ ਤੁਸੀਂ। ਤੇ ਉਹ ਨਾਥ ਨਾ ਰਿਹਾ, ਨਾਥ ਤਾਂ ਫਿਰ ਤੁਸੀਂ ਬਣ ਗਏ। ਔਰ ਭਗਤੀ ਫਿਰ ਵੀ ਕਰੀ ਜਾਂਦੇ ਨੇ। ਫਿਰ ਭਗਤੀ ਕਿਹਦੀ ਕਰਦੇ? ਮਾਲਾ ਫੇਰ ਨਹੀਂ ਛੱਡੀ। ਰੱਬ ਬਸ ਵਿੱਚ ਵੀ ਹੈ, ਫਿਰ ਮਾਲਾ ਕਿਹਦੀ ਫੇਰਦੇ ਹੋ? ਮਾਲਾ ਵੀ ਨਹੀਂ ਛੱਡੀ, ਸਮਾਧੀ ਵੀ ਨਹੀਂ ਛੱਡੀ। ਕਿੱਡਾ ਫਰਾਡ ਹੈ, ਕਿੱਡੇ ਝੂਠੇ ਨੇ। ਫਿਰ ਤੁਹਾਨੂੰ ਮਾਲਾ ਦੀ ਕੀ ਲੋੜ ਹੈ? ਰੱਬ ਦਾ ਤੁਸੀਂ ਬਸ ਕਰ ਲਿਆ। ਫਿਰ ਕਿਹਦੇ ਖਾਤਰ? ਹੋਰ ਰੱਬ ਤੋਂ ਉੱਪਰ ਵੀ ਹੈ ਕੁਛ ਜਿਹਨੂੰ ਬਸ ਕਰਨਾ ਹੈ? ਕੋਈ ਜਵਾਬ ਨਹੀਂ। ਝੂਠੇ ਜੋ ਹੈ। ਪਰ ਇਹ ਗੱਲ ਪੁੱਛੇ ਕੌਣ, ਕਹੇ ਕੌਣ? ਲੋਕ ਤਾਂ ਡਰਦੇ ਨੇ ਉਹਨਾਂ ਤੇ ਵੀ ਤਾਂ ਸ਼ਰਾਪ ਨਾ ਦੇ ਦੇਣ। ਸੰਤਾਂ ਨੂੰ ਕੁਝ ਕਹੀਦਾ ਨਹੀਂ, ਨਿੰਦਿਆ ਨਹੀਂ ਕਰੀਦੀ। ਡਰਾਏ ਹੋਏ ਨੇ ਲੋਕ, ਡਰਾ ਕੇ ਰੱਖਦੇ ਨੇ। ਨੌਵੇਂ ਪਾਤਸ਼ਾਹ ਨੇ ਕਿਹਾ ਪਾਇਆ ਕਾਹੂ ਕੋ ਦੇਤਨਾ। ਅਸੀਂ ਨਹੀਂ ਡਰਾਉਂਦੇ ਕਿਸੇ ਨੂੰ, ਅਸੀਂ ਤਾਂ ਡਰ ਚੱਕਦੇ ਹਾਂ। ਜਿਹੜਾ ਡਰ ਪਾਇਆ ਝੂਠੇ ਨੇ, ਡਰ ਚੱਕਦੇ ਹਾਂ। ਪਾਇਆ ਕਾਹੂ ਕੋ ਦੇਤ ਨਹਿ ਪਾਇਵਾਨ ਤਾਂ ਨਾ। ਸਾਨੂੰ ਇਹਨਾਂ ਦੇਵੀ ਦੇਵਤਾਂ ਦਾ ਡਰ ਹੈ, ਜਿਹੜੇ ਡਰ ਪਾਉਂਦੇ ਨੇ। ਡਰ ਸਾਨੂੰ ਕੋਈ ਨਹੀਂ। ਜੋਨ ਸੁਰਤੀ ਗਿਆਨ ਵਿਚਾਰ, ਸੁਰਤੀ ਨੂੰ ਬੰਨ ਲੈਣਾ, ਟਿਕਾ ਲੈਣਾ ਸਾਡੇ ਵੱਸ ਦੀ ਗੱਲ ਨਹੀਂ। ਸਿੱਧ ਸਮਾਧੀ 'ਚ ਸੁਰਤੀ ਟਿਕਾਉਂਦੇ ਨੇ ਨਾ, ਟਿਕਦੀ ਨਹੀਂ। ਫਿਰ ਟਿਕਦੀ ਕਿਉਂ ਨਹੀਂ? ਟਿਕਦੀ ਕਿਉਂ ਨਹੀਂ? ਬੁੱਧੀ 'ਚ ਨਹੀਂ ਹੈ ਬਲ ਸੁਰਤੀ ਨੂੰ ਟਿਕਾ ਲਵੇ। ਬੁੱਧੀ 'ਚ ਬਲ ਕਦੋਂ ਮਿਲੂਗਾ? ਗੁਰਬਾਣੀ ਸਮਝੇ ਤੇ, ਮੰਨੇ ਤੇ, ਮਨ ਭਾਉ ਕੀਤੇ ਤੇ, ਫਿਰ ਟਿਕ ਸਕਦੀ ਹੈ, ਵਰਨਾ ਨਹੀਂ ਟਿਕ ਸਕਦੀ। ਸੁਰਤੀ ਨਾ ਗਿਆਨ ਵਿਚਾਰ। ਜੇ ਕੋਈ ਕਹੇ ਮੈਨੂੰ ਸਮਝ ਆ ਜਾਊਗੀ ਬਾਣੀ, ਆਪਣੇ ਲੈਵਲ ਤੇ ਬਿਲਕੁਲ ਗਲਤ। ਜਿੰਨਾ ਚਿਰ ਹੱਥ ਖੜੇ ਨਹੀਂ ਕਰਦਾ ਸਮਝ ਆਉਂਦੀ ਹੋਣੀ। ਇਸ ਕਰਕੇ ਕਿਰਪਾ ਦੀ ਗੱਲ ਵਾਰ-ਵਾਰ ਹੈ, ਕਿਰਪਾ ਦੀ ਗੱਲ ਵਾਰ-ਵਾਰ ਹੈ। ਗੁਰਬਾਣੀ ਨਦਰੀ ਕਰਮ ਪਵੇ ਨਿਸ਼ਾਨ। ਕਰਮ ਬਖਸ਼ਿਸ਼ ਹੈ। ਪਹਿਲਾਂ ਉਹਨੂੰ ਮਿਹਰ ਹੋਵੇ, ਵਾਕਈ ਨਿਮਰਤਾ ਇਹਦੇ 'ਚ, ਉਹ ਮੰਨ ਲਵੇ ਤੇਰੀ ਨਿਮਰਤਾ ਨੂੰ, ਦਰਗਾਹ 'ਚ ਪ੍ਰਵਾਨ ਹੋ ਜਾਵੇ ਨਿਮਰਤਾ, ਫਿਰ ਉਹ ਬਖਸ਼ਿਸ਼ ਕਰੇ।
ਜੇ ਨਿਮਰਤਾ ਮਨ ਵੀ ਜਿੰਨਾ ਚ ਲਵੇ, ਜਿੰਨਾ ਚ ਦੇਵੇ ਨਾ ਕੁਛ, ਮਿਲੇ ਹੀ ਨਾ ਜਿੰਨਾ ਚਿਰ। ਇਸ ਕਰਕੇ ਐਕਸਟਰਾ ਤਾਕਤ ਦਿੰਦਾ ਬੁੱਧ ਨੂੰ, ਥੋੜ੍ਹੀ ਜਿਹੀ ਤਾਂ ਸਮਝ ਆਉਂਦੀ ਹੈ। ਥੋੜ੍ਹੀ ਥੋੜ੍ਹੀ ਤਾਕਤ ਇਹਦੀ ਵਧੀ ਜਾਂਦੀ ਹੈ, ਥੋੜ੍ਹੀ ਥੋੜ੍ਹੀ ਤਾਕਤ ਉਹ ਆਪਣੀ ਉਹ ਆਪਣੀ ਉਨੀ ਕੁ ਕਲਾ ਨਾਲ ਵਰਤਾਉਂਦਾ, ਕਲਾ ਨਾਲ ਵਰਤਾਉਂਦਾ ਤਾਂ ਸਮਝ ਆਉਂਦੀ ਹੈ। ਕੁਛ ਇਹਦੀ ਕਲਾ, ਕੁਛ ਉਹਦੀ ਕਲਾ। ਜੋਰ ਨਾ ਜੁਗਤੀ ਛੁਟੈ ਸੰਸਾਰ, ਜੋਰ ਨਾ ਜੁਗਤੀ। ਸੰਸਾਰ ਦੇ ਵਿੱਚੋਂ ਭਗਤੀ ਕੋਈ, ਜਿੰਨੀਆਂ ਵੀ ਭਗਤੀਆਂ ਨੇ, ਜੋਰ ਕੋਈ ਐਸਾ ਨਹੀਂ ਜਿਹਦੇ ਨਾਲ ਛੁੱਟੇ। ਇਹ ਜੋਰ ਦੀ ਗੱਲ ਕੌਣ ਕਰਦੇ ਨੇ? ਵਿਸ਼ਨੂੰ ਭਗਤ ਕਰਦੇ ਨੇ, ਕਿ ਉੱਥੇ ਰਾਜ ਹੈ, ਰਾਜ ਵਿੱਚ ਜੋਰ ਹੈ। ਜੋਗੀਆਂ 'ਚ ਜੁਗਤੀ, ਦੋਏ ਮੱਤਾਂ ਖੰਡਨ ਕਰਦੀ, ਨਾ ਜੋਰ ਨਾਲ ਨਾ ਜੁਗਤੀ ਨਾਲ। ਦੋਹਾਂ 'ਚ ਸੰਸਾਰ ਦੀ ਕੋਈ ਜੁਗਤੀ ਕੀ ਹੈ? ਜੁਗਤੀ ਆਪਣੀ ਬੁੱਧੀ ਦੀ ਕਲਾ ਹੈ, ਆਪਣੀ ਕਲਾ, ਆਪਣਾ ਹੁਨਰ, ਆਪਣੀ ਚਤਰਾਈ। ਦੋਹਾਂ ਚੀਜ਼ਾਂ ਨੂੰ ਨਹੀਂ ਛੁੱਟ ਸਕਦਾ। ਸਾਇੰਸਦਾਨ ਜੋ ਮਰਜ਼ੀ ਬਣਾ ਲੈਣ, ਮਾਇਆ ਪਾਰ ਕਰਕੇ ਦਿਖਾ ਦੇਣ, ਮਾਇਆ ਤੋਂ ਪਾਰ ਜਾ ਕੇ ਦਿਖਾ ਦੇਣ। ਇਹਨਾਂ ਦਾ ਟਾਰਗੇਟ ਹੀ ਮਾਇਆ ਤੋਂ ਪਾਰ ਜਾਣ ਦਾ। ਮਾਇਆ ਤੋਂ ਪਾਰ ਜਾਣਾ ਜੋਰ ਔਰ ਜੁਗਤੀ ਦੋਹਾਂ ਦੇ ਬਾਹਰ ਹੈ। ਜੁਗਤੀ ਜੋਗੀਆਂ ਦੀ ਹੈ। ਜਿਹੜੇ ਨਾਮ ਜਪਣ ਦੀ ਯੁਕਤੀ ਕਹਿੰਦੇ ਨੇ, ਬਤਾ ਦੇਣਗੇ ਸੰਤ, ਉਹ ਵੀ ਰਗੜੇ ਗਏ ਇੱਥੇ, ਸਭ ਰਗੜੇ ਹੋਏ ਨੇ, ਸਭ ਚੋਰ ਹਰਾਮਖੋਰ ਨੇ। ਚੋਰ ਹਰਾਮਖੋਰ ਕਿਉਂ ਨੇ? ਗੁਰਬਾਣੀ ਤੋਂ ਉਲਟ ਗੱਲ ਕਹਿੰਦੇ ਨੇ। ਕਿਸੇ ਹੋਰ ਮੱਤ ਦੀਆਂ ਗੱਲਾਂ ਚੋਰੀ ਕਰਕੇ ਗੁਰਮਤ ਦੇ ਵਿੱਚ ਫਿੱਟ ਕਰਦੇ ਨੇ ਲਿਆ ਕੇ। ਕਾਹਦੇ ਵਾਸਤੇ? ਰੋਟੀ ਵਾਸਤੇ, ਹਰਾਮਖੋਰੀ ਵਾਸਤੇ। ਕਰਕੇ ਨਹੀਂ ਨਾ ਖਾਂਦੇ। ਜਿਹੜਾ ਆਦਮੀ ਆਪਣੇ ਦਸਾਂ ਨੌਂ ਦੀ ਕਮਾਈ ਕਰਕੇ ਨਹੀਂ ਖਾਂਦਾ, ਉਹਨੂੰ ਹਰਾਮਖੋਰ ਕਹਿੰਦੇ ਨੇ। ਦੂਏ ਦੀ ਜੇਬ ਤੇ ਨਿਗਾਹ ਰੱਖੇ ਹਰਾਮਖੋਰ ਹੈ। ਨਾ ਕਿਰਤਕਾਰ ਕਰਕੇ ਖਾਣਾ ਹਰਾਮਖੋਰੀ ਹੈ। ਜੁਗਤੀ ਔਰ ਜ਼ੋਰ ਦੋਹਾਂ ਚੀਜ਼ਾਂ ਦੇ ਵਿੱਚ, ਦੋਏ ਚੀਜ਼ਾਂ ਸੰਸਾਰ ਤੋਂ ਛੁਟਕਾਰਾ ਨਹੀਂ ਕਰਾ ਸਕਦੀ। ਦੋਏ ਮਤ ਸੀ। ਇੱਕ ਵਿਸ਼ਨੂੰ ਨੂੰ ਮੰਨਣ ਵਾਲੇ ਨੇ, ਵੈਸ਼ਨਵ ਮਤ ਵਾਲੇ ਨੇ, ਇੱਕ ਸ਼ੈਵ ਭਗਤ ਨੇ। ਦੋ ਹੀ ਮਤਾਂ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਬੁੱਧ ਮਤ ਹੈ, ਇਹ ਦੋਹਾਂ ਦਾ ਮਜਮੂਆ ਹੈ। ਗਿਆਨ ਵੀ ਪੜ੍ਹਿਆ ਬੁੱਧ ਨੇ, ਜਟਾਂ ਵੀ ਰੱਖੀ ਨੇ। ਇੱਕੋ ਬਣਾਉਣਾ ਚਾਹੁੰਦਾ ਸੀ ਦੋਵੇਂ ਧਰਮਾਂ ਨੂੰ, ਬਣਿਆ ਹੀ ਨਹੀਂ ਰਿਹਾ ਕੋਈ ਵੀ ਨਹੀਂ। ਦੋਹਾਂ 'ਤੇ ਵਿਸ਼ਵਾਸ ਕਰਦਾ ਸੀ। ਸ਼ਾਇਦ ਗ੍ਰੰਥ ਪੜ੍ਹੇ ਉਹਨਾਂ 'ਚੋਂ ਕੁਛ ਨਹੀਂ ਮਿਲਿਆ। ਮਿਲਣਾ ਉਹ ਜੋ ਕੀ ਸੀ, ਕਲੀਅਰ ਨਹੀਂ ਹੋਇਆ। ਭਗਵਾਨ ਕੀ ਹੈ, ਪਰਮੇਸ਼ਰ ਕੀ ਹੈ, ਕਲੀਅਰ ਹੁੰਦਾ ਹੀ ਨਹੀਂ। ਸਿਮਰਤ ਸ਼ਾਸਤਰਾਂ ਤਾਂ ਕਲੀਅਰ ਹੁੰਦਾ ਨਹੀਂ, ਉਹ ਤਾਂ ਉਲਝਦਾ ਉੱਥੇ। ਤਾਂ ਸਮਾਧੀ 'ਚੋਂ ਨਹੀਂ ਕੁਛ ਮਿਲਿਆ, ਗ੍ਰੰਥਾਂ 'ਚੋਂ ਨਹੀਂ ਕੁਛ ਮਿਲਿਆ। ਜੇ ਕਿਸੇ ਨੇ ਪੁੱਛਿਆ, ਭਗਵਾਨ ਚੁੱਪ ਕਰ ਗਿਆ। ਚੁੱਪੇ ਕਰਦਾ ਵਿਚਾਰਾ, ਹੋਰ ਕੀ ਕਰਦਾ। ਸੀਮਤ ਕਿੱਥੇ ਤੱਕ ਰਹਿ ਗਿਆ? ਸੰਸਾਰੀ ਸੁੱਖ ਤੱਕ। ਸੰਸਾਰੀ ਸੁੱਖ ਤੱਕ ਦਾ ਗਿਆਨ ਦਿੱਤਾ ਲੋਕਾਂ ਨੂੰ ਉਹਨੇ। ਸੰਸਾਰੀ ਸੁੱਖ ਕਿਵੇਂ? ਘਰ ਰਹਿ ਕੇ। ਸੋਹੀ ਉਪਦੇਸ਼ ਉਹਦਾ, ਹੋਰ ਕੀ। ਪਰਲੋਕ ਦੀ ਗੱਲ ਨਹੀਂ ਕਰਦਾ। ਪਰਲੋਕ ਦੀ ਗੱਲ ਨਹੀਂ ਬੁੱਧ ਮਤ ਹੈ, ਬਿਲਕੁਲ ਵੀ ਨਹੀਂ। ਇਸ ਕਰਕੇ ਬੁੱਧ ਨੂੰ ਕਹਿੰਦੇ ਨੇ ਆਤਮਾ ਔਰ ਪਰਮਾਤਮਾ ਨੂੰ ਮੰਨਦਾ ਹੀ ਹੈ ਨਹੀਂ। ਮੰਨਦਾ ਤਾਂ ਸੀ, ਖੋਜਦਾ ਵੀ ਸੀ, ਮਿਲਿਆ ਨਹੀਂ। ਇਹ ਨਹੀਂ ਕਿਹਾ ਮੈਨੂੰ ਮਿਲਿਆ ਨਹੀਂ, ਕਿਹਾ ਮੈਂ ਇਹ ਖੋਜਣ ਗਿਆ ਸੀ। ਕਿਹਾ ਨਹੀਂ ਉਹਨੇ। ਰਜਨੀਸ਼ ਉਹਦੀ ਉਹ ਗੱਲ ਕਰ ਰਿਹਾ, ਮਹਾਰਾਮੀ ਹੈ ਰਜਨੀਸ਼। ਸਾਰਿਆਂ ਨੇ ਰਿਜੈਕਟ ਕਰਤਾ ਰਜਨੀਸ਼ ਨੂੰ। ਰਜਨੀਸ਼ ਦੀ ਦਲੀਲ ਲੈਂਦੇ ਨੇ ਜਿਹੜੇ ਮਹਾਰਾਮੀ ਨੇ। ਜਿਨ੍ਹਾਂ ਰਜਨੀਸ਼ ਨਾਲ ਟੋਲਾ ਸੀ, ਕਿਹਾ ਜਾ ਸੀ ਉਹ ਭਗਤ ਸੀ ਕੋਈ? ਜਿਹੜੇ ਉਹਦੇ ਚੇਲੇ ਤੋਂ ਉਹਨਾਂ 'ਚ ਭਗਤ ਕੌਣ ਸੀ? ਧਾਰਮਿਕ ਆਦਮੀ ਨਹੀਂ ਸੀ ਕੋਈ। ਉਹ ਸਾਰੇ ਨਸ਼ੇ ਕਰਨ ਵਾਲੇ ਸੀ, ਗੁੰਡਾਗਰਦੀ ਵਾਲੇ ਸੀ, ਕਰਪਟ ਸੀ ਸਾਰੇ, ਗੈਰ ਸਮਾਜਿਕ ਸੀ ਸਾਰੇ। ਆਪ ਵੀ ਗੈਰ ਸਮਾਜਿਕ ਸੀ ਉਹ। ਇਹਦੇ ਕਰਕੇ ਹਰ ਜਗ੍ਹਾ ਤੇ ਉਹਨੂੰ ਕੱਢ ਦਿੰਦੇ ਸੀ, ਭਜਾਓ ਇਹਨੂੰ ਇੱਥੋਂ।
ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਹਦੇ ਕੋਲ ਭਾਈ ਕੋਈ ਸ਼ਕਤੀ ਹੋਵੇ ਦੇਖ ਲਵੇ ਵਰਤ ਕੇ, ਜੇ ਨਹੀਂ ਵਿਸ਼ਵਾਸ ਇਸ ਗੱਲ ਤੇ। ਔਰ ਪਹਿਲਾਂ ਸਾਰਿਆਂ ਨੇ ਵਰਤ ਕੇ ਦੇਖੀ ਹੋਈ ਵੀ ਹੈ। ਜਿਹਦੇ ਕੋਈ ਸ਼ਕਤੀ ਹੁੰਦੀ ਹੈ ਵਰਤ ਕੇ ਦੇਖਦਾ ਉਹ। ਪਹਿਲਾਂ ਦੇਖੀਆਂ ਹੋਈਆਂ ਨੇ, ਜੇ ਹੁਣ ਕਿਸੇ ਹੁਣ ਵਰਤ ਲਵੇ। ਪਹਿਲਾਂ ਜਿਹਨਾਂ ਕੋਈ ਸ਼ਕਤੀਆਂ ਸੀ ਉਹਨਾਂ ਨੇ ਵਰਤੀਆਂ ਨੇ। ਕੀ ਵਰਤੀਆਂ ਨੇ? ਉਹ ਉੱਤਮ ਬਣ ਗਏ, ਦੂਏ ਨੀਚ ਬਣਾਤੇ, ਕਮਜ਼ੋਰ ਬਣਾਤੇ ਨਾ। ਨੀਚ ਕਮਜ਼ੋਰਾਂ ਨੂੰ ਨੀਚ ਬਣਾਤਾ, ਜਿਹੜੇ ਸ਼ਕਤੀ ਵਾਲੇ ਉੱਤਮ ਬਣ ਗਏ, ਉੱਚੀਆਂ ਜਾਤਾਂ ਵਾਲੇ ਬਣ ਗਏ। ਨਾਨਕ ਉੱਤਮ ਨੀਚ ਨਾ ਕੋਈ। ਉੱਤਮ ਨੀਚ ਕੋਈ ਨਹੀਂ। ਜਿਹਦੇ ਕੋਲ ਸੰਸਾਰੀ ਸ਼ਕਤੀ ਆ ਜਾਂਦੀ ਹੈ ਆਪਣੇ ਆਪ ਨੂੰ ਉੱਤਮ ਮੰਨ ਲੈਂਦਾ, ਦੂਜਿਆਂ ਨੂੰ ਨੀਚ ਕਹਿੰਦਾ, ਕਮਜ਼ੋਰ ਨੂੰ। ਇਹ ਉੱਤਮ ਨੀਚ ਨਹੀਂ ਹੈ। ਗੁਰਬਾਣੀ ਦਰਗਾਹ 'ਚ ਉੱਤਮ ਨੀਚ ਨਹੀਂ ਹੈ। ਹੋਰ ਇੱਥੇ ਉੱਤਮ ਨੀਚ ਕੋਈ ਨਹੀਂ। ਜੋਰਾਵਰ ਜਿਹੜਾ ਹੈਗਾ ਆਪਣੇ ਆਪ ਨੂੰ ਉੱਚ ਕਹਿੰਦਾ, ਸੰਸਾਰੀ ਸ਼ਕਤੀ ਵਾਲਾ। ਉਹ ਸੰਸਾਰੀ ਸ਼ਕਤੀ ਦਾ ਜਿਹੜਾ ਬੈਲੈਂਸ ਵਿਗੜਿਆ ਹੋਇਆ ਉਹੀ ਕਰ ਰਹੇ ਨੇ ਰਿਜ਼ਰਵੇਸ਼ਨ ਨਾਲ। ਠੀਕ, ਹੋਰ ਕੀ ਕਰ ਰਹੇ ਨੇ? ਸੰਸਾਰੀ ਬੈਲੈਂਸ ਵਿਗੜੇ ਇਹਨੂੰ ਠੀਕ ਕਰ ਰਹੇ ਨੇ, ਪਰ ਇਹ ਵੀ ਠੀਕ ਨਹੀਂ ਹੋ ਰਿਹਾ। ਹੁਣ ਉਹ ਸ਼ਕਤੀਸ਼ਾਲੀ ਉਹ ਲਈ ਜਾਂਦੇ ਨੇ, ਗਰੀਬਾਂ ਨੂੰ ਉਹ ਵੀ ਨਹੀਂ ਪੁੱਛਦੇ। ਇਹਨਾਂ ਵਿੱਚੋਂ ਜਿਹੜੇ ਸ਼ਕਤੀਸ਼ਾਲੀ ਹੋ ਗਏ ਉਹ ਕਹਿੰਦੇ ਅਸੀਂ ਵੀ ਖਾ ਲਈਏ, ਦੂਏ ਗਰੀਬਾਂ ਨੂੰ ਅਸੀਂ ਵੀ ਨਾ ਪੁੱਛੀਏ। ਆਪਣਿਆਂ ਨੂੰ ਉਹ ਵੀ ਨਹੀਂ ਪੁੱਛਦੇ। ਜਿਹਦੇ ਕੋਈ ਸ਼ਕਤੀ ਆ ਜਾਂਦੀ ਹੈ ਦਿਮਾਗ ਉਹਦਾ ਖਰਾਬ ਹੋ ਜਾਂਦਾ। ਜਿੰਨੇ ਹਰੀਜਨਾਂ ਦੇ ਆਗੂ ਨੇ ਉਹ ਕਹਿੰਦੇ ਨੇ ਸਾਡੇ ਮੁੰਡੇ ਅਸੀਂ ਗਾਹ ਰਹੀਏ, ਦੂਏ ਥੱਲੇ ਰਹਿਣ। ਉਹ ਕਿਹੜਾ ਉਹਨਾਂ ਨੂੰ ਪੁੱਛਦੇ ਨੇ? ਆਦਮੀ ਸਾਰੇ ਇੱਕੋ ਨੇ, ਸੋਚ ਇੱਕੋ ਜਿਹੀ ਰਹਿਣੀ ਹੈ, ਖੁਦਗਰਜੀ ਸਭ 'ਚ ਰਹਿਣੀ ਹੈ। ਉਹਨਾਂ 'ਚ ਵੀ ਖੁਦਗਰਜੀ ਹੋਈ ਹੈ ਹਿੰਦੂਆਂ 'ਚ। ਉਹ ਸਿਰਫ ਵਰਤਦੇ ਨੇ ਵੋਟਾਂ ਵਾਸਤੇ। ਉਹਨਾਂ ਨੂੰ ਥੋੜ੍ਹੀ ਬਹੁਤੀ ਉਹਨਾਂ ਦੀ ਰਿਆਇਤ ਵੀ ਕਰਦੇ ਨੇ ਨਾਲ ਜੋੜਨ ਵਾਸਤੇ। ਹਕੀਕਤ ਇੱਕੋ ਜਿਹੀ ਹੋਈ ਹੈ ਦੋਹਾਂ, ਕੋਈ ਫਰਕ ਨਹੀਂ। ਨਾਨਕ ਉੱਤਮ ਨੀਚ ਨਾ ਉੱਤਮ ਹੈ ਕੋਈ ਨਾ ਨੀਚ ਹੈ। ਉੱਤਮ ਨੀਚ ਕਾਹਦੇ ਨਾਲ? ਇਸ ਤਰੀਕੇ ਨਾਲ ਸੰਸਾਰੀ ਆਦਮੀ 'ਚ ਕੋਈ ਉੱਤਮ ਨੀਚ ਨਹੀਂ ਹੈ। ਉੱਤਮ ਨੀਚ ਕਾਹਦੇ ਨਾਲ? ਉੱਤਮ ਨੀਚ ਦਾ ਨਾਮ ਨਾਲ ਹੈ। ਨਾਨਕ ਨਾਵਾ ਆਵਾਜ਼, ਚਾਹੇ ਊਚ ਹੈ ਕਿੰਨਾ ਮਰਜੀ ਊਚ ਹੈ, ਜੇ ਨਾਮ ਨਹੀਂ ਉਹ ਵੀ ਨੀਚ ਹੈ। ਨਾਨਕ ਨਾਵਾ ਆਵਾਜ਼ ਖਸਮ ਸਾਰੇ ਤੇ। ਜਿੰਨੀਆਂ ਮੱਤਾਂ ਨੇ ਖਸਮ ਨੂੰ ਨਹੀਂ ਜਾਣਦੀਆਂ, ਵਿਸਰਿਆ ਹੋਇਆ ਹੈ। ਸੱਚ ਵਿਸਰਿਆ ਹੋਇਆ ਹੈ, ਸੱਚ ਸਭਨਾ ਦਾ ਖਸਮ ਹੈ। ਜਿੰਨੀਆਂ ਮੱਤਾਂ ਨੇ ਸੱਚ ਵਿਸਾਰਿਆ ਹੋਇਆ, ਸਭ ਕਮਜਾਤਾਂ ਨੇ। ਜਿਵੇਂ ਔਰਤ ਨੂੰ ਅਸੀਂ ਕਮਜਾਤ ਕਹਿੰਦੇ ਹਾਂ ਨਾ, ਉਹ ਔਰਤ ਕਮਜਾਤ ਹੈ ਜਿਹੜਾ ਆਪਣੇ ਪਤੀ ਨੂੰ ਵਿਸਾਰੀ ਫਿਰਦੀ ਹੈ, ਹੋਰ ਬੰਦਿਆਂ ਤੇ ਅੱਖ ਰੱਖਦੀ ਹੈ, ਨਿਗਾਹ ਰੱਖਦੀ ਹੈ, ਕਮਜਾਤ ਹੈ। ਜਿਵੇਂ ਅਸੀਂ ਕਮਜਾਤ ਲਫ਼ਜ਼ ਵਰਤਿਆ ਹੈ, ਉਵੇਂ ਇਹਨਾਂ ਭਗਤੀਆਂ ਦੇ ਖਿਲਾਫ ਵਰਤਿਆ ਹੈ। ਔਰਤ ਜਿੱਥੇ ਆਈ ਹੈ ਭਗਤੀਆਂ ਦੀ ਪ੍ਰਤੀਕ ਆਈ ਹੈ। ਤ੍ਰਿਆ ਚਰਿਤਰ ਦਾ ਮਤਲਬ ਹੈ ਬਾਕੀ ਮੱਤਾਂ ਨੇ ਉਹ ਸੰਤ ਸਮੂਹ ਅਨੇਕ ਮਤੀ ਕੇ। ਅਨੇਕ ਮੱਤਾਂ ਜੋ ਚਾਰ ਮੱਤਾਂ ਦੇ ਚਰਿੱਤਰ ਲਿਖੇ ਨੇ। ਮੱਤਾਂ ਨੇ ਇਹ ਥਾਂ ਤੋਂ ਇੱਥੇ ਵੀ ਡੇਰੇ ਅੱਡ ਅੱਡ ਖੁੱਲ੍ਹੇ ਬੈਠੇ ਨੇ। ਬਥੇਰੀਆਂ ਔਰਤਾਂ ਨੇ ਗਲੀ ਗਲੀ 'ਚ ਪੁੱਛਿਆ ਦਿੰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਉਹਨਾਂ ਦੇ ਭੇਦ ਖੋਲ੍ਹੇ ਨੇ। ਗੱਲ ਕੀ ਹੁੰਦੀ? ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਗੱਲ ਸ਼ੁਰੂ ਹੋਈ ਸੀ ਪਿੱਛੋਂ, ਪਿਛਲੀ ਪੌੜੀ ਤੋਂ। ਦੋਏ ਪੌੜੀਆਂ ਡਿਸਕਸ ਕਰਨ ਨੂੰ ਮੈਂ ਕਿਹਾ ਸੀ। ਹੁਣ ਜੇ ਦੋਹਾਂ ਨੂੰ ਪੜਾ ਕੇ ਪੜਾਂਗੇ ਫਿਰ ਸਮਝ ਆਊ। ਪਹਿਲੀ ਪੌੜੀ ਇਹਦਾ ਪਾਰਟ ਹੈ। ਪਹਿਲਾਂ ਕੁਝ ਉਹ ਗੱਲ ਕਰੀ ਸੀ। ਰਾਤੀ ਰੁੱਤੀ ਤਿੱਤੀ ਵਾਰ, ਹਾਂ, ਆਸਣ ਲੋਏ ਲੋਏ ਭੰਡਾਰ, ਆਸਣ ਲੋਏ ਲੋਏ ਭੰਡਾਰ। ਜੋ ਕੁਛ ਪਾਇਆ ਸੋਏ ਕਾ। ਸ੍ਰਿਸ਼ਟੀ ਦੀ ਰਚਨਾ ਦੀ ਗੱਲ। ਜਿੰਨੇ ਜਗ੍ਹਾ ਸ੍ਰਿਸ਼ਟੀ ਦੇ ਵਿੱਚ ਜੀਵ ਬੈਠੇ ਨੇ, ਉਹਨੇ ਜਿੰਨੀਆਂ ਜੂਨੀਆਂ ਬਣਾਈਆਂ ਨੇ, ਹਰੇਕ ਜਗ੍ਹਾ ਆਪ ਹੈ, ਹਰੇਕ ਦੇ ਨਾਲ। ਕਿਉਂ ਹੈ ਆਪ? ਰਹਿਬਰ ਹੈ ਉਹ। ਪੌੜੀ ਉਹਨੇ ਚੜਾਉਣੀ ਹੈ, ਗਿਆਨ ਦੇਣਾ। ਗੁਰੂ ਹੈ ਨਾ। ਗੁਰ ਮੇਰਾ ਸੰਗ ਸਦਾ ਹੈ, ਉਹ ਗੁਰਦੇਵ ਨਾਲ ਬੈਠਾ। ਸ਼ਬਦ ਉਹਦੇ ਨਾਲ ਹੈ, ਹਰ ਜਗ੍ਹਾ ਹੈ। ਉਹ ਗੁਰਦੇਵ ਨੂੰ ਰਹਿਬਰ,
ਗੁਰਦੇਵ ਨੂੰ ਸ਼ਬਦ ਦਾ ਦੱਸ ਰਿਹਾ, ਗੁਰਦੇਵ ਇਹਨੂੰ ਦੱਸ ਰਿਹਾ। ਸ਼ਬਦ ਤੋਂ ਸੇਧ ਲੈ ਕੇ ਗੁਰਦੇਵ ਇਹਨੂੰ ਸੇਧ ਦੇ ਰਿਹਾ। ਮੀਡੀਅਮ ਹੈ, ਵਿਚਾਲੇ ਮਾਧਿਅਮ, ਗੁਰਦੇਵ ਮਾਧਿਅਮ। ਜਿੱਥੇ ਵੀ ਜੀਵ ਬੈਠਾ ਹੈ ਉੱਥੇ ਉਹ ਨਾਲ ਹੈ ਹਰ ਵਕਤ, ਚਾਹੇ ਜੂਨ ਕੋਈ ਹੈ, ਜੂਨ ਦਾ ਨਹੀਂ ਕੋਈ ਮਤਲਬ ਇਹਦਾ। ਜੋ ਕੁਝ ਪਾਇਆ ਕਰ ਕਰ ਵੇਖਿਆ ਸਿਰਜਣਹਾਰ, ਜੋ ਕੁਝ ਪਾਇਆ ਸੋ ਇੱਕ ਵਾਰ। ਇਹਨਾਂ ਦੀ ਜਿਹੜੀ ਖੁਰਾਕ ਹੈ ਇੱਕੋ ਵਾਰ ਪਾਤੀ ਨਾ। ਗਿਆਨ ਵੀ ਉਹਦੇ ਵਿੱਚ ਇੱਕੋ ਵਾਰ ਪਾਤਾ, ਸਾਰਾ ਜਿਹੜਾ ਸ਼ਬਦ ਹੈ ਸਾਰਾ ਹੀ ਗਿਆਨ ਹੈ, ਸਭ ਵਾਸਤੇ ਗਿਆਨ ਉਹਦੇ 'ਚ। ਇੰਨੀਆਂ ਗੈਸਾਂ ਨੇ ਇੱਕੋ ਹੀ ਵਾਰ ਪਾਤੀਆਂ। ਜਿਹੜੀ ਆਦਮੀ ਦੀ ਖੁਰਾਕ ਹੈ ਹਵਾ ਦੇ ਵਿੱਚ ਹੋਰ ਹੈ, ਜਿਹੜੀ ਸੱਪ ਦੀ ਖੁਰਾਕ ਹੈ ਹੋਰ ਹੈ, ਦਰਖਤ ਦੀ ਖੁਰਾਕ ਹੋਰ ਹੈ, ਆਦਮੀ ਦੀ ਹੋਰ ਹੈ। ਇੱਕੋ ਵਾਰ ਪਾਤਾ ਨਾ, ਇੱਕੋ ਵਾਰ ਪਾਤੀ ਨਾ ਇਕੱਠੀਓ। ਜਿੰਨੇ ਜੀਵ ਬਣਾਏ ਨੇ ਉਹਨਾਂ ਦੀ ਖੁਰਾਕ ਵੀ ਜਦੇ ਪਾਤੀ। ਸਾਹ ਲੈਣ 'ਚ ਵੀ ਤਾਂ ਖੁਰਾਕ ਅੱਡ ਅੱਡ ਹੈ, ਹਵਾ 'ਚ ਪਾਤੀ ਪਹਿਲਾਂ। ਇਸ ਕਰਕੇ ਕੇਤਿਆਂ ਪਾਉਣ ਉਹਨਾਂ ਦਾ ਜੀਵਨ ਇਸ ਪਾਉਣ ਨਾਲ ਨਹੀਂ ਹੈ, ਆਦਮੀ ਵਾਲੀ ਦਾ। ਅਸੀਂ ਜਿਹਨੂੰ ਪ੍ਰਾਣ ਵਾਯੂ ਕਹਿੰਦੇ ਆ ਉਹ ਦਰਖਤ ਦੀ ਪ੍ਰਾਣ ਵਾਯੂ ਨਹੀਂ ਹੈ। ਦਰਖਤ ਕਾਰਬਨ ਡਾਈਆਕਸਾਈਡ ਖਾਂਦਾ, ਆਕਸੀਜਨ ਛੱਡਦਾ। ਅਸੀਂ ਆਕਸੀਜਨ ਖਾ ਕੇ ਕਾਰਬਨ ਡਾਈਆਕਸਾਈਡ, ਦੋਨਾਂ ਦੀ ਪ੍ਰਾਣ ਵਾਯੂ ਅੱਡ ਅੱਡ ਹੋ ਗਈ। ਜਿਹੜੇ ਪ੍ਰਾਣ ਵਾਯੂ ਆਦਮੀ ਤੱਕ ਸੀਮਿਤ ਨੇ ਉਹਨਾਂ ਦਾ ਗਿਆਨ ਵੀ ਸੀਮਿਤ ਹੈ, ਹੋ ਗਿਆ ਨਾ ਸੀਮਿਤ। ਇਸ ਕਰਕੇ ਵਾਯੂ ਨੂੰ ਪ੍ਰਾਣ ਵਾਯੂ ਨਹੀਂ ਮੰਨਦਾ ਗੁਰੂ ਨਾਨਕ। ਛੋਟੀ ਬੁੱਧੀ ਵਾਲਿਆਂ ਦੀ ਗੱਲ ਹੈ, ਵਿਆਪਕ ਬੁੱਧੀ ਨਹੀਂ ਹੈ। ਸੱਪ ਦੀ ਖੁਰਾਕ ਆਦਮੀ ਨਾਲ ਉਲਟ ਹੈ। ਜੇ ਸੱਪ ਪਰ ਆਦਮੀ ਨੂੰ ਇਕੱਠੇ ਬੰਦ ਕਰ ਦਈਏ, ਜ਼ਿਆਦਾ ਸੱਪ ਪਰ ਇੱਕ ਆਦਮੀ ਹੋਵੇ ਜਾਂ ਦੋ ਹੋਣ, ਦੋਏ ਨਹੀਂ ਮਰਦੇ ਉਸੇ ਹਵਾ ਨਾਲ। ਉਹਦੀ ਖੁਰਾਕ ਉਹਨੇ ਠੀਕ ਕਰ ਦੇਣੀ, ਉਹਦੀ ਉਹਨੇ ਕਰ ਦੇਣੀ। ਉਹਨੇ ਜਿਹੜੀ ਗੈਸ ਛੱਡਣੀ ਆਦਮੀ ਨੂੰ ਚਾਹੀਦੀ ਹੈ, ਹਾਲਾਂਕਿ ਸੱਪ ਦੇ ਲੜੇ ਤੇ ਆਦਮੀ ਮਰ ਜਾਂਦਾ, ਪਰ ਖੁਰਾਕ ਜਿਹੜੀ ਹਵਾ ਛੱਡਦਾ ਆਦਮੀ ਦਾ ਜੀਵਨ ਹੈ। ਜੋ ਕੁਝ ਪਾਇਆ ਸੋ ਇੱਕ ਹਵਾ। ਇਸ ਕਰਕੇ ਸਾਰੇ ਜੀਵ ਜ਼ਰੂਰੀ ਨੇ। ਇੱਥੇ ਕਿਉਂ ਜ਼ਰੂਰੀ ਨੇ ਹੁਣ ਸਾਨੂੰ ਇੰਨੀ ਹੁਣ ਪਤਾ ਲੱਗਦਾ ਥੋੜ੍ਹਾ ਥੋੜ੍ਹਾ। ਇੱਕ ਦੂਜੇ ਦੀ ਖੁਰਾਕ ਨੂੰ ਸਹੀ ਕਰਨ ਵਾਸਤੇ ਵੀ ਪੈਦਾ ਕੀਤੇ ਨੇ। ਜੇ ਦਰਖਤ ਨਾ ਹੁੰਦੇ ਤਾਂ ਆਕਸੀਜਨ ਮੁੱਕ ਜਾਂਦੀ, ਜੇ ਆਦਮੀ ਨਾ ਹੁੰਦੇ ਤਾਂ ਦਰਖਤ ਵੀ ਨਹੀਂ ਹੋ ਸਕਦੇ। ਕਾਰਬਨ ਡਾਈਆਕਸਾਈਡ ਇਹਨਾਂ ਤੋਂ ਮਿਲਦੀ ਹੈ। ਹਾਂਜੀ, ਕਰ ਕਰ ਵੇਖਿਆ ਸਿਰਜਣਹਾਰ, ਕਰ ਕਰ ਵੇਖੇ ਸਿਰਜਣਹਾਰ। ਜਿੰਨੇ ਪੈਦਾ ਕੀਤੇ ਨੇ ਸਾਰਿਆਂ ਦਾ ਧਿਆਨ ਹੈ, ਸਾਰਿਆਂ ਨੂੰ ਖੁਰਾਕ ਦੇਣੀ ਹੈ, ਉਹਨਾਂ ਦਾ ਬੈਲੈਂਸ ਵੀ ਰੱਖਣਾ ਹੈ। ਜੇ ਇੱਧਰੋਂ ਬੈਲੈਂਸ ਆਦਮੀ ਵਿਗਾੜਦਾ, ਕੋਈ ਹੋਰ ਬੈਲੈਂਸ ਪੈਦਾ ਕਰ ਦਿੰਦਾ ਕਿਸੇ ਤਰੀਕੇ ਨਾਲ। ਉਹਨੇ ਤਾਂ ਜਿਉਂਦੇ ਰੱਖਣਾ, ਸਭ ਨੂੰ ਜਿਉਂਦੇ ਰੱਖਣਾ। ਉਹ ਹੋਰ ਕੋਈ ਇੰਤਜ਼ਾਮ ਕਰ ਦਿੰਦਾ। ਸਾਨੂੰ ਲੱਗਦਾ ਨਵੀਂ ਬਿਮਾਰੀ ਆ ਗਈ, ਸਮਝ ਨਹੀਂ ਨਾ। ਸੰਤੁਲਨ ਜਾਂ ਅਸੀਂ ਵਿਗਾੜਦੇ ਹਾਂ ਤਾਂ ਉਹਨੂੰ ਸੰਤੁਲਨ ਪੈਦਾ ਕਰਨ ਖਾਤਰ ਕੁਝ ਕਰਨਾ ਪੈਂਦਾ। ਸਾਨੂੰ ਉਹਦੀ ਸਮਝ ਨਹੀਂ। ਨਾਨਕ ਸੱਚੇ ਕੀ ਸਾਚੀ ਕਾਰ, ਇਸ ਕਰਕੇ ਉਹ ਸੱਚੇ ਦੀ ਸੱਚੀ ਕਾਰ। ਇਹ ਤਾਂ ਹੋ ਗਿਆ ਰਚਨਾ ਬਾਰੇ। ਉਹਦੀ ਸ਼ਕਤੀ ਪਾਵਰ ਦੱਸੀ ਹੈ ਵੀ ਉਹ ਕੌਣ ਹੈ ਜਿਹਦੀ ਭਗਤੀ ਕਰਨੀ ਹੈ। ਭਗਤੀ ਕਰਨ ਵਾਲੇ ਉਹਨੂੰ ਬਸ ਕਰਨ ਨੂੰ ਫਿਰਦੇ ਨੇ, ਜ਼ੋਰ ਨਾਲ ਉਹ ਤੋਂ ਪਾਵਰਾਂ ਖੋਣ ਨੂੰ ਫਿਰਦੇ ਨੇ, ਜ਼ੋਰ ਨਾਲ ਉਹਨੂੰ ਬਸ ਕਰਨ ਨੂੰ ਫਿਰਦੇ ਨੇ, ਜ਼ੋਰ ਨਾਲ ਉਹਨੂੰ ਸਮਝਣ ਨੂੰ ਫਿਰਦੇ ਨੇ। ਸਾਰੀਆਂ ਫਿਰਦੇ ਨੇ। ਉਹ ਜਿਹਦੀ ਉਹ ਉੱਪਰ ਡੈਫੀਨੇਸ਼ਨ ਹੈ, ਪੌੜੀ ਦਿੱਤੀ ਹੈ, ਉਹਦੇ ਨਾਲ ਜ਼ੋਰ ਚੱਲ ਜੂ। ਸਕਤੇ ਨਾਲ ਸ਼ਰੀਕਤ ਕੈਸੇ, ਜਿਹਨੂੰ ਸ਼ਕਤਾ ਮੰਨਦੇ ਉਹਦੇ ਨਾਲ ਸ਼ਰੀਕਤ ਕਰਨੀ ਬੇਵਕੂਫੀ। ਨਿਉਕੇ ਵਕਤ ਲਗਾਈਏ, ਉਹਦੇ ਅੱਗੇ ਤਾਂ ਨੀਵਾਂ ਹੋ ਕੇ ਵਕਤ ਟਪਾਈ ਦਾ ਹੁੰਦਾ। ਇਹ ਸਿਆਣਿਆਂ ਦੀ ਗੱਲ ਹੈ, ਚਾਹੇ ਗੁਰਬਾਣੀ ਨਹੀਂ ਹੈ ਤਾਂ ਸਿਆਣੀ ਗੱਲ ਨਾ।
ਸਖਤੇ ਨਾਲ ਸ਼ਰੀਕਤ ਨਹੀਂ ਚਲਦੀ। ਇੱਕ ਤੂੰ ਜੀਭੋਂ ਲੱਖ ਹੋ ਹੈ ਸ਼ਰੀਕਤ ਜਿਹੜਾ ਸ਼ਰੀਕਤ ਕਰਦਾ ਹੈ, ਦੇਖੋ ਉਹ ਸਖਤ ਹੈ, ਸ਼ਕਤੀਸ਼ਾਲੀ ਹੈ। ਜਿਹੜਾ ਸ਼ਰੀਕਤ ਕਰਦਾ ਉਹਦਾ ਨਾਮ ਸਾਕਤ ਹੈ, ਸ਼ਕਤੀਸ਼ਾਲੀ ਨਹੀਂ ਹੈ। ਮੰਨਦਾ ਹੈ ਆਪਣੇ ਆਪ ਨੂੰ ਸ਼ਕਤੀਸ਼ਾਲੀ, ਉਹਦਾ ਨਾਮ ਸਕਤਾ ਨਹੀਂ ਸਾਕਤ ਕਰਨਾ ਲੱਗ ਗਿਆ ਵਿੱਚ। ਸਾਕਤ ਹੈ, ਸ਼ਰੀਕ ਖੁਦਾ ਹੈ। ਸਾਕਤ ਦਾ ਮਤਲਬ ਸ਼ਰੀਕ ਖੁਦਾ। ਸਾਕਤ ਸੰਗ न कीजिए दूर हो जाइए भाग। ਕਹਿੰਦੇ ਜੇ ਕਾਲੇ ਬਰਤਨ ਨੂੰ ਛੂ ਲਈਏ, ਕਾਲੇ ਬਰਤਨ ਨੂੰ, ਤਾਂ ਦਾਗ ਤਾਂ ਲੱਗਣਾ ਹੀ ਹੈ। ਇਸ ਕਰਕੇ ਕਾਲੇ ਬਰਤਨ ਤੇ ਦੂਰ ਰਹੀਏ, ਸਾਕਤ ਤੋਂ ਦੂਰ। ਸਾਕਤ ਕਾਲੀ ਕੰਬਲੀ। ਕਬੀਰ ਕਹਿੰਦਾ ਧੋਏ ਹੋਏ ਨਾ ਸੇ, ਜਿੰਨਾ ਮਰਜੀ ਧੋ ਲਓ ਉਹ ਨਹੀਂ ਚਿੱਟਾ ਹੁੰਦਾ। ਸਾਕਤ ਨਾਲ ਨਹੀਂ ਮਗਜਮਾਰੀ ਦਾ ਹੁੰਦਾ। ਉਹਨੂੰ ਪੜਾਉਣ ਦੀ ਗੁਰਬਾਣੀ ਕੋਸ਼ਿਸ਼ ਨਹੀਂ ਕਰੇਗੀ। ਸਾਕਤ ਵੀ ਉਹਨੇ ਬਣਾਏ ਹੋਏ ਨੇ, ਰੱਖੇ ਨੇ, ਉਹਨਾਂ ਦੀ ਵੀ ਲੋੜ ਹੈ। ਟੀਮਾਂ ਦੋਏ ਹੁੰਦੀਆਂ ਨੇ, ਦੋ ਟੀਮਾਂ ਬਿਨਾਂ ਗੇਮ ਨਹੀਂ ਚੱਲਦੀ। ਸੰਸਾਰ ਦੀ ਖੇਡ ਕਿਵੇਂ ਚੱਲੂ ਜੇ ਦੂਈ ਟੀਮ ਨਾ ਹੋਵੇ। ਇੱਕ ਤੂੰ ਜੀਭੋਂ ਲੱਖ ਹੋ ਹੈ ਲੱਖ ਹੋਵਾਂ ਲੱਖ 20। ਕਹਾਂ ਗਿਆ ਇੱਕ ਦੋ ਜੀਭੋਂ ਲੱਖ ਹੋਵੇ। ਹੁਣ ਭਗਤੀ ਚੱਲ ਪਈ। ਕਰਦੇ ਕੀ ਨੇ? ਜੀਭ ਨਾਲ ਉਚਾਰਨ ਕਰਦੇ ਨੇ। ਆਹ ਸੀ ਦੂਈ ਪੌੜੀ। ਉੱਪਰ ਵੀ ਚਲੋ ਦੇਖ ਲਈ ਆਪਾਂ, ਠੀਕ ਹੈ। ਲੱਖ ਜੀਭਾਂ ਹੋ ਜਾਣ, ਤੇਰੀ ਤਾਂ ਜੀਭ ਇੱਕ ਹੈ। 20 ਲੱਖ ਵੀ ਹੋ ਜਵੇ, ਉਹ ਜਗਦੀਸ਼ ਦੇ ਨਾਂ ਨੂੰ ਲੱਖ ਲੱਖ ਵਾਰ ਚਾਹੇ ਕਹੀ ਜਾ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇੱਕ ਨਾਮ ਇੱਕੋ ਹੀ ਨਾਮ ਜਪੀ ਜਾ, ਚਾਹੇ ਤੂੰ ਨਾ ਲੱਖ ਜਾਓ। ਤੇਰਾ ਇਕੱਠਾ ਦਾ 20 ਲੱਖ ਵਾਰ ਹੋ ਗਿਆ ਇੱਕ ਵਾਰ ਦਾ ਹੀ। ਇਹ ਤਰ੍ਹਾਂ ਹੈ ਪਤ ਪਬੜੀਆਂ ਚੜੀਆਂ ਹੋਇਆ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ। ਇਹ ਕੀੜੇ ਨੇ ਨਾ ਜਿਹੜੇ ਕੀੜੇ। ਕੀੜਾ ਕੌਣ ਹੁੰਦਾ? ਜਿਹੜਾ ਸਰੀਰ ਨਾਲ ਜੁੜਿਆ ਕੀੜਾ ਹੈ। ਇਹ ਕੀੜਿਆਂ ਨੇ ਤਾਂ ਮੰਨ ਲਈ ਇਹ ਗੱਲ। ਕੀੜਿਆਂ ਨੇ ਗੱਲ, ਜਿਹੜੇ ਕੀੜੇ ਨੇ ਨਾ ਮਾਇਆ ਨਾਲ ਜੁੜੇ ਨੇ, ਮਾਇਆਧਾਰੀ, ਇਹਨਾਂ ਨੇ ਰੀਸ ਬਣ ਜੀ ਕੀਤਾ ਆਕਾਸ਼ ਕੀ। ਜਿਹੜੇ ਆਕਾਸ਼ ਨਾਲ ਜੁੜੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ, ਆਕਾਸ਼ ਨਾਲ ਤਾਂ ਹੰਸ ਜੁੜੇ ਹੋਏ ਨੇ। ਜੋ ਨਿਰਾਕਾਰੀ ਲੋਕ ਨੇ ਉਹ ਆਕਾਸ਼ ਬਾਣੀ, ਆਕਾਸ਼ ਨਾਲ ਜੁੜੇ ਹੁੰਦੇ ਨੇ। ਜਿਹੜੇ ਕੀੜੇ ਨੇ ਜ਼ਮੀਨ ਨਾਲ ਜੁੜੇ ਹੁੰਦੇ, ਇਹ ਮਿੱਟੀ ਨਾਲ, ਸਰੀਰ ਨਾਲ ਜੁੜੇ ਹੁੰਦੇ। ਸੁਣ ਗੱਲਾਂ ਆਕਾਸ਼ ਕੀ ਗੁਰਬਾਣੀ ਨੂੰ ਪੜ੍ਹ ਲਿਆ, ਕੀੜਿਆਂ ਨੇ ਰੀਸ ਕਰ ਲਈ। ਉਸ ਨਾਮ ਨੂੰ ਉਹ ਨਾਮ ਦੂਆ ਸਮਝ ਲਿਆ। ਜਿਹੜਾ ਉਹਨਾਂ ਨੇ ਨਾਮ ਜਪਣ ਨੂੰ ਕਿਹਾ ਸੀ, ਇਹਨੂੰ ਨਾਮ ਜਪਣਾ ਬਣਾ ਲਿਆ। ਰੀਸ ਕਰਕੇ ਇਹ ਮਾਲਾ ਫੇਰਨ ਲੱਗੇ, ਨਾਮ ਜਪਣ ਲੱਗੇ। ਕੀਟਾਂ ਹੀ ਰੀਸ। ਉਹਨਾਂ ਦਾ ਨਾਮ ਨਹੀਂ ਸਮਝੇ ਨਾਮ ਕੀ ਹੁੰਦਾ। ਨਾਮ ਦਾ ਅਰਥ ਨਾਂ ਰੱਖ ਕੇ ਉਹਨੂੰ ਰੈਪੀਟੇਸ਼ਨ ਕਰਨ ਲੱਗੇ, ਉਹਨੂੰ ਜਪਣਾ ਬਣਾ ਲਿਆ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ। ਉਹ ਆਕਾਸ਼ਬਾਣੀ ਤੋਂ ਗੁਰਬਾਣੀ ਬਣੀ ਹੈ। ਇਹ ਗੱਲਾਂ ਨੇ, ਆਕਾਸ਼ ਕੀਆਂ ਗੱਲਾਂ ਨੇ। ਇਹ ਗੁਰਬਾਣੀ ਜਿਹੜੀ ਬਾਣੀ ਹੈ, ਆਕਾਸ਼ ਬਾਣੀ, ਉਹਦੀਆਂ ਹੀ ਗੱਲਾਂ, ਉਹਦਾ ਹੀ ਵਿਆਖਿਆ ਹੈ, ਉਹਦੇ ਬਾਰੇ ਹੀ ਗੱਲਾਂ ਨੇ। ਇਹ ਉਹਦੇ ਬਾਰੇ ਹੀ ਤੁਹਾਨੂੰ ਕੋਈ ਸਮਝਾਇਆ ਹੋਇਆ, ਸਾਨੂੰ ਗਿਆਨ ਹੈ ਉਹਦਾ। ਇਹ ਗਿਆਨ ਨੂੰ ਸੁਣ ਕੇ ਆਪਣੀ ਮਤ ਨਾਲ ਬਣਾ ਲਿਆ ਨਾ। ਕੀਟਾਂ ਦੀ ਰੀਸ, ਕੀਟਾਂ ਨੇ ਵੀ ਰੀਸ ਕਰ ਲਈ। ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਨਾਨਕ ਕਹਿੰਦਾ ਉਹਦਾ ਨਜ਼ਰ ਹੀ ਮਿਲਣਾ ਸੀ। ਤੁਸੀਂ ਜ਼ੋਰ ਨਾਲ ਗਾਹਾਂ ਕਰਦੇ ਹੋ। ਗਾਹਾਂ ਜ਼ੋਰ ਦੀ ਗੱਲ ਤਾਂ ਕੀਤੀ ਹੈ, ਨਜ਼ਰੀ ਛੱਡ ਕੇ ਇਹ ਗੱਲ ਨਹੀਂ ਸਮਝੀ ਵੀ ਨਜ਼ਰੀ ਪਾਈ ਹੈ। ਇਹ ਵੀ ਤਾਂ ਗੁਰਬਾਣੀ ਨੇ ਕਹੀ ਸੀ ਨਜ਼ਰੀ ਪਾਈ। ਇਹ ਕਿਉਂ ਨਹੀਂ ਸੁਣੀ? ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ, ਇਹ ਗੱਲ ਕਿਉਂ ਨਹੀਂ ਸੁਣੀ? ਜੇ ਨਜ਼ਰੀ ਪਾਈ ਹੈ ਤਾਂ ਐਸਾ ਨਾਮ ਜਪਦੇ ਜੀ ਨਾ ਕਿਰਪਾ ਹੁੰਦੀ ਤੁਹਾਡੇ ਤੇ। ਉਹ ਵਿਧੀ ਅਪਣਾਉਂਦੇ, ਕਿਰਪਾ ਕਿਵੇਂ ਹੋਵੇ? ਸਵਾਲ ਹੈ ਕਿਰਪਾ ਕਿਵੇਂ ਹੋਵੇ? ਕਿਰਪਾ ਹੋਵੇ ਭਾਣੇ 'ਚ ਰਹੋ, ਉਹਦੇ 'ਚ ਉਹਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਬਸ ਕਰਨ ਦਾ ਖਿਆਲ ਛੱਡ ਦਿਓ। ਆਪਣੇ ਮਨ ਨੂੰ ਬਸ ਕਰੋ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਆਪਣਾ ਮਨ ਜਿੱਤਣ ਦੀ ਬਜਾਏ, ਆਪਣੇ ਮਨ ਨੂੰ ਕਾਬੂ ਕਰਨ ਦੀ ਬਜਾਏ ਪਰਮੇਸ਼ਰ ਨੂੰ ਕਾਬੂ ਕਰਨ ਦੀ ਗੱਲ ਕਰਦੇ ਨੇ ਮਨਮੁਖ ਨੇ। ਜਿਵੇਂ ਮੈਂ ਚਾਹੁੰਦਾ ਉਵੇਂ ਪਰਮੇਸ਼ਰ ਕਰੇ ਮੇਰੇ ਕਾਬੂ 'ਚ ਹੋ ਕੇ। ਇਹ ਤਾਂ ਹੰਕਾਰ ਹੈ ਸਿੱਧਾ।
ਇਹ 3 ਪੌੜੀਆਂ ਦੇ ਵਿੱਚ 2 ਪੌੜੀਆਂ ਇਸ ਤਰੀਕੇ ਨਾਲ ਨੇ। ਹਾਂਜੀ, ਅਗਲੀ ਪੌੜੀ ਹੈ। ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਵਾਰ ਬਣਾਏ, ਸਾਡੇ ਬਣਾਏ ਹੋਏ ਨੇ। ਬਣਾਇਆ ਤਾਂ ਪਰਮੇਸ਼ਰ ਨੇ ਤਾਂ ਸਮਾਂ ਬਣਾਇਆ। ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ। ਤਿਸ ਵੀ ਧਰਤੀ ਥਾਪ ਰਾਤਾਂ ਰੁੱਤਾਂ ਅਸੀਂ ਤਾਂ ਕਹਿੰਦੇ ਆ ਕਿਉਂਕਿ ਚੰਦ ਸੂਰਜ ਨੇ ਅਸੀਂ ਉਹਦੇ ਥਿੱਤਾਂ ਬਣਾ ਲਈਆਂ। ਚੰਦ ਘਟਦਾ, ਦਿਨ ਰਾਤ ਬਣਾ ਲਏ, ਚੰਦ ਸੂਰਜ ਛਿਪਦਾ ਚੜ੍ਹਦਾ। ਇਹਦੇ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਹੜੀ ਜ਼ਮੀਨ ਹੈ ਇਹ ਟਿਕਾ ਕੇ ਬੰਨ੍ਹ ਕੇ ਰੱਖੀ ਹੋਈ ਹੈ। ਬੰਨ੍ਹ ਕੇ, ਪੰਡ ਬੰਨ੍ਹ ਕੇ ਜ਼ਮੀਨ ਦੀ। ਵਿਖਰਦੀ ਕਿਉਂ ਨਹੀਂ ਜ਼ਮੀਨ? ਗਿਰਦੀ ਕਿਉਂ ਨਹੀਂ ਥੱਲੇ ਨੂੰ? ਆਕਾਸ਼ 'ਚ ਖੜੀ ਹੈ, ਡਿੱਗਦੀ ਕਿਉਂ ਨਹੀਂ? ਬੰਨ੍ਹ ਕੇ ਰੱਖੀ ਹੋਈ ਹੈ, ਥਾਪ ਕੇ ਰੱਖੀ ਹੋਈ ਹੈ। ਜਿਵੇਂ ਪਾਥੀ ਪੱਥ ਕੇ ਰੱਖਦੇ ਨੇ ਨਾ, ਇਹ ਰੱਖੀ ਹੈ। ਟਕਾਤੀ ਇੱਥੇ ਵੀ, ਇੱਥੋਂ ਹਿੱਲਣਾ ਨਹੀਂ। ਐਸੇ ਏਰੀਏ ਜਿੰਨੇ 'ਚ ਘੁੰਮ ਸਕਦੀਆਂ, ਅੱਗੇ ਪਿੱਛੇ ਨਹੀਂ ਜਾਣਾ। ਤਾਂ ਘੁੰਮਦੀ ਹੈ। ਰੁੱਤਾਂ ਕਿਵੇਂ ਬਣਨ? ਰੁੱਤਾਂ ਕਿਵੇਂ ਬਣਨ? ਜੇ ਧਰਤੀ ਇੱਕ ਥਾਂ ਰਹੇ, ਰੁੱਤਾਂ ਨਹੀਂ ਬਣ ਸਕਦੀ। ਰੁੱਤਾਂ ਨਹੀਂ ਬਣਨਗੀਆਂ ਤਾਂ ਸਬਜ਼ੀਆਂ, ਫਰੂਟ ਇਹ ਕਿਵੇਂ ਪੈਦਾ ਹੋਵੇ? ਪੈਦਾ ਕਿਵੇਂ ਹੋਵੇ? मौसम का मैं बदल लूँ सबको कुछ ਇਹ ਸਾਇੰਸ ਸਾਰੀ ਉਹ ਜਾਣਦਾ। ਅਸੀਂ ਤਾਂ ਉਹਦੇ ਜਾਣੇ ਹੋਏ ਨੂੰ ਦੇਖ ਰਹੇ ਹਾਂ, ਉਹ ਤਾਂ ਪਹਿਲਾਂ ਹੀ ਜਾਣਦਾ ਸੀ। ਤਾਂ ਤੁਸੀਂ ਬਣਾ ਕੇ ਦਿਖਾਓ ਰੁੱਤਾਂ। ਅਸੀਂ ਸਮਝੇ ਰਹੇ ਹਾਂ, ਬਣਾ ਤਾਂ ਨਹੀਂ ਸਕਦੇ। ਕਿਤੇ ਰੁੱਤ ਬਦਲਦੇ ਨੇ ਕਿਸੇ ਏਰੀਏ 'ਚ। ਪਵਨ ਪਾਣੀ ਅਗਨੀ ਪਾਤਾਲ। ਪੌਣ ਬਣਾਈ, ਥਾਪ ਰੱਖੀ ਧਰਮਸਾਲ। ਪੌਣ ਪਾਣੀ ਬਣਾਇਆ। ਪੌਣ ਸਾਰਿਆਂ ਵਾਸਤੇ ਬਣਾਈ ਨਾ। ਪਾਣੀ ਬਣਾਇਆ, ਅੱਗ ਬਣਾਈ, ਆਕਾਸ਼ ਬਣਾਇਆ, ਪਤਾਲ ਆਕਾਸ਼ ਜਿਹੜਾ ਸਾਰਾ ਬਣਾਇਆ ਨਾ। ਇਸ ਵਿੱਚ ਧਰਤੀ ਥਾਪ ਰੱਖੀ ਉਹਦੇ ਧਰਮਸਾਲ। ਆਕਾਸ਼ ਵਿੱਚ ਧਰਤੀ ਥਾਪ ਰੱਖੀ ਹੈ ਧਰਮਸਾਲ। ਪਤਾਲ ਤਾਂ ਕਹਿੰਦਾ ਚਾਰੇ ਪਾਸੇ ਪਤਾਲ ਹੈ, ਚਾਹੇ ਚਾਰੇ ਪਾਸੇ ਆਕਾਸ਼ ਕਹਿ ਲਓ। ਜੇ ਧਰਤੀ ਘੁੰਮਣੀ ਹੈ, ਜਿੱਧਰਲਾ ਪਾਸੇ ਉੱਤੇ ਥੱਲੇ ਪਤਾਲ ਹੈ ਥੱਲੇ। ਇਹਨੂੰ ਚਾਹੇ ਪਤਾਲ ਕਹਿ ਲਓ, ਚਾਹੇ ਆਕਾਸ਼ ਕਹਿ ਲਓ। ਇਹ ਕਿਹੜਾ ਖੜੀ ਹੈ? ਜੇ ਤਾਂ ਧਰਤੀ ਖੜੀ ਹੋਵੇ ਤਾਂ ਉੱਤੇ ਆਕਾਸ਼ ਹੈ, ਥੱਲੇ ਪਤਾਲ ਹੈ। ਇਹ ਵੀ ਉਹਨਾਂ ਲੋਕਾਂ ਦਾ ਹੀ ਹੈ ਥੋੜ੍ਹੀ ਬੁੱਧੀ ਵਾਲਿਆਂ ਦਾ। ਜਿਹੜਾ ਹੁਣ ਆਕਾਸ਼ ਹੈ, ਘੜੀ ਨੂੰ ਪਤਾਲ ਹੋ ਜਾਣਾ। 12 ਘੰਟੇ ਬਾਅਦ ਇਹ ਪਤਾਲ ਹੋ ਜਾਂਦਾ ਆਕਾਸ਼, ਪੂਰੇ ਦਾ ਪੂਰਾ ਹੀ। ਜਿੱਥੇ ਅਸੀਂ ਹੁਣ ਖੜੇ ਹਾਂ, ਸਿਰ ਥੱਲੇ ਨੂੰ ਹੋ ਜਾਣਾ, ਪਰ ਸਾਡਾ ਸਿਰ ਸਾਨੂੰ ਉੱਤੇ ਨੂੰ ਹੀ ਲੱਗਣਾ ਹਰ ਵਕਤ। ਸਾਨੂੰ ਉੱਤੇ ਨੂੰ ਹੀ ਲੱਗਦਾ ਸਿਰ। ਇਸ ਕਰਕੇ ਆਕਾਸ਼ ਲੱਗਣਾ ਸਾਨੂੰ। ਤਾਂ ਚਾਰੇ ਪਾਸੇ ਘੁੰਮ ਜਾਣਾ, ਆਕਾਸ਼ ਲੱਗਣਾ। ਅਸੀਂ ਵੀ ਨਾਲੇ ਘੁੰਮਦੇ ਆਹ ਆਕਾਸ਼ ਪਤਾਲ ਬਣ ਜਾਣਾ। ਇਹ ਵੀ ਆਕਾਸ਼, ਉਹ ਥੱਲੇ ਵਾਲਾ ਆਕਾਸ਼ ਲੱਗਣ ਲੱਗ ਜਾਣਾ, ਇਹ ਪਤਾਲ ਬਣ ਜਾਣਾ। ਇਹਨੂੰ ਕੁਛ ਕਹਿ ਲਓ, ਚਾਹੇ ਕੋਈ ਗੱਲ ਹੈ। ਜਾਂ ਚੀਜ਼ ਘੁੰਮਦੀ ਹੈ ਪਰ ਇੱਕੋ ਹੀ ਹੈ। ਥਾਪ ਰੱਖੀ ਧਰਮਸਾਲ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਾਤਾਲ ਦਾ ਲਫ਼ਜ਼ੀ ਮਤਲਬ ਹੈ ਪੈਰਾਂ ਦੇ ਥੱਲੇ ਦਾ ਇਲਾਕਾ। ਇਹਦੇ ਵਿੱਚ ਧਰਤੀ ਥਾਪੀ ਕਿਉਂ ਧਰਤੀ ਬਣਾਈ ਹੈ? ਇਹ ਸਵਾਲ ਹੈ। ਧਰਤੀ ਕਿਉਂ ਬਣਾਈ? ਇਹ ਧਰਮਸਾਲ ਹੈ, ਧਰਮ ਕਮਾਉਣ ਵਾਸਤੇ ਬਣਾਈ ਹੈ। ਇਹ ਧਰਮ ਹੀ ਹੈ, ਜੀਵ ਹੋ ਗਏ। ਇਹ ਬਣਾਉਣ ਦੀ ਵਜ੍ਹਾ ਕੀ ਹੈ? ਸਵਾਲ ਇਹ। ਕਿਉਂ ਲੋੜ ਪਈ ਇਹਦੀ ਇੰਨਾ ਕੁਛ ਕਰਨ ਦੀ? ਇਹ ਧਰਮਸਾਲ ਹੈ, ਇਹ ਸਾਰੀ ਉਹ ਧਰਮਸਾਲ ਹੈ। ਅਸੀਂ ਧਰਮਸਾਲਾ ਮਹੱਲਿਆਂ 'ਚ ਬਣਾਈਆਂ ਹੋਈਆਂ ਨੇ, ਉਹਨੇ ਧਰਮਸਾਲ ਐਡੀ ਬਣਾਤੀ। ਧਰਮਸਾਲ ਕੀ ਹੁੰਦੀ ਹੈ? ਜਿੱਥੇ ਧਰਮ ਲਫ਼ਜ਼ ਆਊਗਾ ਉਹਦਾ ਅਰਥ ਗਿਆਨ ਆਊਗਾ। ਜੈ ਗਿਆਨ ਤਹਿ ਧਰਮ।
ਅਸੀਂ ਜਿੱਥੇ ਧਰਮ ਉਹਦਾ ਅਰਥ ਗਿਆਨ ਲੈਣਾ। ਗਿਆਨ ਪ੍ਰਾਪਤ ਕਰਨ ਦਾ ਸਾਧਨ ਜਿਹੜਾ ਧਰਮ, ਉਹਦਾ ਨਾਮ ਧਰਮ। ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਧਰਮ। ਗਿਆਨ ਉਹ 'ਚ ਸਾਰਾ ਹੀ ਹੋਊ, ਸ੍ਰਿਸ਼ਟੀ ਦਾ ਵੀ ਹੋਊਗਾ, ਪਰ ਮੇਨ ਵਿਸ਼ਾਤਮਕ ਗਿਆਨ ਹੋਊ। ਸ੍ਰਿਸ਼ਟੀ ਦਾ ਗਿਆਨ ਤਾਂ ਸ੍ਰਿਸ਼ਟੀ 'ਚ ਹੈ। ਧਰਮ 'ਚ ਉਹ ਗਿਆਨ ਹੁੰਦਾ ਹੈ ਜਿਹੜਾ ਸ੍ਰਿਸ਼ਟੀ ਦੇ ਲੋਕ ਨਹੀਂ ਪੜ੍ਹਦੇ। ਸ੍ਰਿਸ਼ਟੀ ਦੇ ਲੋਕ, ਰਾਜਾ ਜਿਹੜਾ ਗਿਆਨ ਨਹੀਂ ਪੜ੍ਹਾਉਂਦਾ ਉਹ ਧਰਮ ਪੜ੍ਹਾਉਂਦਾ, ਕਿਉਂਕਿ ਰਾਜੇ ਦੇ ਖਿਲਾਫ ਹੈ ਨਾ ਗਿਆਨ। ਰਾਜਾ ਨਹੀਂ ਪੜ੍ਹਾਉਂਦਾ ਗਿਆਨ। ਰਾਜੇ ਦਾ ਤਾਂ ਮੁੰਡਾ ਪੜ੍ਹ ਗਿਆ ਪ੍ਰਹਲਾਦ, ਉਹਨੂੰ ਸਿਆਪਾ ਖੜਾ ਕਰਤਾ ਰਾਜੇ ਨੂੰ। ਰਾਜੇ ਦੇ ਤਾਂ ਖਿਲਾਫ ਹੈ ਗਿਆਨ। ਮੁੰਡਾ ਪੜ੍ਹ ਗਿਆ, ਪੜ੍ਹਿਆ ਹੀ ਨਹੀਂ, ਮੰਨ ਗਿਆ, ਮੰਨਿਆ ਹੀ ਨਹੀਂ, ਦ੍ਰਿੜ ਹੋ ਗਿਆ, ਰਾਜੇ ਨੂੰ ਸਿਆਪਾ ਖੜਾ ਹੋ ਗਿਆ। ਕਹਿੰਦੇ ਰਾਜ ਨਹੀਂ ਇਹਨੂੰ ਪੜ੍ਹਾ ਸਕਦਾ ਗਿਆਨ। ਕਿਉਂ ਪੜ੍ਹਾਊਗਾ ਉਹ? ਇਹ ਤਾਂ ਇਹਨਾਂ ਨੂੰ ਪਤਾ ਨਹੀਂ ਸੀ। ਯੂਨੀਵਰਸਿਟੀਆਂ ਤਾਂ ਕਰਤਾ ਇਹਨਾਂ ਨੇ ਲਾਗੂ, ਪਤਾ ਨਹੀਂ ਸੀਗਾ ਇਹਨਾਂ ਨੂੰ ਇਹ ਕਿਆ ਗੱਲ ਹੈ। ਤਾਂ ਹੁਣ ਪਤਾ ਲੱਗੂ, ਇਹਦਾ ਗਲ ਪਾ ਲਿਆ ਸੀ, ਮਰਿਆ ਸਭ। ਇਹ ਤਾਂ ਇਹਨਾਂ ਨੂੰ ਹੁਣ ਪਤਾ ਲੱਗੂ, ਮਰਿਆ ਤਾਂ ਨਹੀਂ, ਤਾਂ ਜਿਉਂਦਾ ਪਾ ਲਿਆ ਗਲ 'ਚ। ਲੋਕ ਤਾਂ ਮਰਿਆ ਕਹਿੰਦੇ ਨੇ, ਭੱਜਣ ਕਿੱਧਰੋਂ ਭੱਜਣਗੇ? ਇਹਦਾ ਜਿਉਂਦਾ ਪਾ ਲਿਆ ਇਹਨਾਂ ਨੇ ਗਲ 'ਚ। ਸਿੱਖੀ ਤੋਂ ਭੱਜ ਜਾਓ, ਕਿਆ ਰਾਜ ਛੱਡ ਦਿਓ। ਤੇ ਜਿਵੇਂ ਧਰਤੀ ਥਾਪ ਰੱਖੀ ਧਰਮਸਾਲਾ। ਗੁਰਮਤਿ ਦੀ ਯੂਨੀਵਰਸਿਟੀ ਤਾਂ ਬਣਾ ਲਈ। ਹੁਣ ਤਾਂ ਗੁਰਮਤਿ ਨਾ ਪੜ੍ਹਾਉਣਗੇ ਤਾਂ ਮਰਨਗੇ, ਪੜ੍ਹਾਉਣਗੇ ਤਾਂ ਮਰਨਗੇ। ਦੋਹਾਂ ਪਾਸਿਆਂ ਮੌਤ ਹੈ। ਪੜ੍ਹਾਉਣ ਨਾਂ ਤਾਂ ਰੱਖ ਲਿਆ, ਪੜ੍ਹਾਉਣਗੇ ਤਾਂ ਮਰਨਗੇ, ਨਾ ਪੜ੍ਹਾਉਣਗੇ ਤਾਂ ਮਰਨਗੇ। ਬਿੱਲੀ ਤਾਂ ਥੈਲੇ ਦੇ ਬਾਹਰ ਆ ਗਈ। ਹੁਣ ਬਿੱਲੀ ਦੇਖ ਲਈ ਲੋਕਾਂ ਨੇ, ਪਹਿਲਾਂ ਥੈਲੇ 'ਚ ਨਹੀਂ ਪਤਾ ਬਿੱਲੀ ਕਿਹੋ ਜਿਹੀ ਹੁੰਦੀ ਹੈ। ਬਿੱਲੀ ਹੈ ਥੈਲੇ 'ਚ, ਬਿੱਲੀ ਹੈ ਕਿਹੋ ਜਿਹੀ ਹੈ, ਵੀ ਕੱਢਾਂਗੇ ਜਾਂ ਪਤਾ ਲੱਗੂਗਾ। ਬਾਹਰ ਦਾ ਅੰਦਾਜ਼ੇ ਤੇ ਜਿੰਨਾ ਚਿਰ ਗੁਰਮਤਿ ਦਾ ਗਿਆਨ ਬਾਹਰ ਨਹੀਂ ਆਇਆ, ਅੰਦਾਜ਼ਿਆਂ ਦੇ ਅਰਥ ਨੇ ਸਾਰੇ। ਔਰ 96 ਦੇ ਵਿੱਚ ਲਿਖ ਦਿੱਤਾ ਸੀ ਨਾਦਵੇਦ ਵਿਚਾਰ 'ਚ ਵੀ ਬਹੁਤਾ ਚਿਰ ਨਹੀਂ ਇਹ ਜਾਣਾ ਕਿ ਗੁਰਬਾਣੀ ਦਾ ਗਿਆਨ ਹੈ ਨਹੀਂ, ਬਹੁਤਾ ਚਿਰ ਨਹੀਂ ਲੱਗਣਾ। ਲਿਖਿਆ ਸੀ ਨਾ ਉਦੋਂ ਪਤਾ ਸੀ ਵੀ ਬਹੁਤਾ ਚਿਰ ਨਹੀਂ ਲੱਗਣਾ। ਉਹ ਤਾਂ ਪੂਰਾ ਆਇਆ ਨਹੀਂ ਸੀ ਬਾਹਰ, ਬਿੱਲੀ ਥੈਲੇ ਤੇ ਪੂਰੀ ਬਾਹਰ ਆਈ ਨਹੀਂ ਸੀ। ਹੁਣ ਜਿਹਨੂੰ ਕੋ ਰਹਿੰਦੀ ਹੈ, ਜਿਹਦੇ ਵਾਸਤੇ ਹੋਰ ਕੱਢ ਲਵੇ। ਜਿੰਨਾ ਸਾਤੇ ਸ਼ਕਲ ਦਿਖਾਈ ਹੋਈ ਅਸੀਂ ਦਿਖਾਤੀ, ਜਿਹਨੇ ਇਹ ਤੋਂ ਜ਼ਿਆਦਾ ਦੇਖਣੀ ਆਪ ਕੱਢ ਲਵੇ। ਕਿਹੜਾ ਕਿਸੇ ਨੂੰ ਬੰਦੀ ਹੈ ਇੱਥੇ? ਹੋਰ ਵਿਆਖਿਆ ਕਰ ਲਵੇ, ਕਲੀਅਰ ਕਰ ਲਵੇ। ਇਹ ਇਹਨੂੰ ਨਕਲੀ ਸਾਬਤ ਕਰੇ, ਜਾਂ ਤਾਂ ਥੈਲੇ 'ਚ ਬੰਦ ਕਰਕੇ ਦਿਖਾਵੇ। ਜੇ ਉਹਨੂੰ ਚੰਗੀ ਨਹੀਂ ਲੱਗਦੀ, ਠੀਕ ਨਹੀਂ ਹੈ, ਬਿੱਲੀ ਲੱਗਦੀ ਹੈ ਤਾਂ ਸ਼ੇਰ ਦਾ ਬੱਚਾ ਹੈ। ਬਿੱਲੀ ਵਰਗਾ ਹੀ ਹੁੰਦਾ, ਨਿਆਣਾ ਹੁੰਦਾ, ਛੋਟਾ ਜਿਹਾ ਬਿੱਲੀ ਵਰਗਾ ਲੱਗਦਾ, ਬੜਾ ਹੋ ਕੇ ਸ਼ੇਰ ਬਣ ਜਾਣਾ ਇਹਨੇ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮਸਾਲ ਹੈ ਧਰਤੀ ਸਾਰੀਓ। ਪਰ ਇੱਥੇ ਹੋ ਕੀ ਰਿਹਾ? ਇਸ ਕਰਕੇ ਕ੍ਰਿਸ਼ਨ ਕਹਿੰਦਾ ਜਬ ਜਬ ਹੋਏ ਧਰਮ ਕੀ ਹਾਨੀ। ਹਾਨੀ ਦਾ ਕਹਿੰਦਾ ਹਾਨੀ ਆਪੇ ਕਰ ਰਹੇ ਨੇ। ਉਹ ਜਿਹੜੇ ਹਾਨੀ ਦਾ ਰੌਲਾ ਪਾਉਣ ਵਾਲੇ ਨੇ, ਆਪ ਹਾਨੀ। ਉਹਨਾਂ ਨੂੰ ਕੌਣ ਸਮਝਾਵੇ? ਹਾਨੀ ਦਾ ਤੁਸੀਂ ਉਹ ਕਰ ਰਹੇ ਹੋ ਧਰਮ ਦੀ। ਡੁਪਲੀਕੇਟ ਧਰਮ ਦਾ ਪ੍ਰਚਾਰ ਕਰਨਾ ਹਾਨੀ ਕਰਨੀ। ਚਲੋ ਜੇ ਭੁਲੇਖੇ ਨਾਲ ਹੁਣ ਤਾਂ ਹੀ ਕੀਤਾ, ਹੁਣ ਆ ਜਾਓ ਆਪਾਂ ਰਲ ਕੇ ਕਰ ਲਈਏ। ਗੱਲ ਤਾਂ ਵੇਦ ਦੀ ਹੋਈ ਹੈ ਇਹ, ਜਾਂ ਕਹੋ ਵੇਦ ਦੀ ਗੱਲ ਹੈ ਨਹੀਂ, ਬ੍ਰਹਮ ਗਿਆਨ ਹੈ ਨਹੀਂ। ਸਾਰੇ ਜਿਹੜੇ ਸੰਤ ਨੇ, ਚੰਗੇ ਸੰਤ ਨੇ, ਹੈਗੇ ਨੇ ਬਥੇਰੇ, ਉਹ ਚੁੱਪ ਨੇ ਵਿਚਾਰੇ। ਉਹਨਾਂ ਨੂੰ ਕੁਛ ਕਲੀਅਰ ਹੈ, ਕੁਛ ਨਹੀਂ ਕਲੀਅਰ। ਉਹਨਾਂ ਤੋਂ ਪੁੱਛ ਲਓ ਵੀ ਗੱਲ ਠੀਕ ਹੈ ਕਿ ਨਹੀਂ।
ਸਾਰੇ ਇਕੱਠੇ ਹੋ ਜਾਣਗੇ। ਇਹਨਾਂ ਨੂੰ ਖੜਾ ਛਡਾਉਣਾ ਔਖਾ ਹੋ ਜਾਊਗਾ। RSS ਦੇ ਤਾਂ ਗਲ ਦੀ ਹੱਡੀ ਬਣ ਜਾਣੀ ਹੈ। ਇਹ ਤਾਂ ਹਿੰਦੂਤਵ ਗਲ ਦੀ ਹੱਡੀ ਬਣ ਗਈ ਇਹਨਾਂ ਦੇ। ਇਹਨਾਂ ਦੇ ਰਾਜ ਕਰੇਗਾ ਖਾਲਸਾ, ਗਲ ਦੀ ਹੱਡੀ ਬਣ ਗਈ, ਉਹਨਾਂ ਦੇ ਹਿੰਦੂਤਵ ਬਣ ਜਾਣਾ। ਦੋਹਾਂ ਦੇ ਐਸੀ ਹੱਡੀ ਬਣਨੀ ਨਾ ਗਾਹ ਨਾ ਪਿਛਾਂ। ਗੁਰਬਾਣੀ 'ਚ ਹਿੰਦੂ ਦਾ ਡੈਫੀਨੇਸ਼ਨ ਦਿੱਤੀ ਹੋਈ। ਹਿੰਦੂ ਦੀ ਡੈਫੀਨੇਸ਼ਨ ਹੈ ਨਾ। ਕੀ ਤੁਸੀਂ ਉਹੀ ਚਾਹੁੰਦੇ ਹੋ ਕਿ ਸ਼ਕਤੀ ਜੇ ਸੱਤ ਜੋਰ ਕਰ ਵੇਖੇ ਸੋਏ? ਕੀ ਵਰਣ ਫਿਰ ਬਣਾਉਣੇ ਚਾਹੁੰਦੇ ਹੋ? ਹਿੰਦੂ ਨੇ ਵਰਣ ਬਣਾਏ ਨੇ 4। ਉਹ ਹਿੰਦੂਏ ਸੀ ਜਿਹੜਾ ਛੱਕਾ ਢਾਲ ਕੇ ਪਾਉਂਦੇ ਸੀ, ਉਹਨਾਂ ਨੂੰ ਹਿੰਦੂ ਕਿਹਾ ਸੀ ਮੁਸਲਮਾਨਾਂ ਨੇ। ਹਿੰਦੂ ਮੁਸਲਮਾਨੀ ਭਾਸ਼ਾ ਦਾ ਲਫ਼ਜ਼ ਹੈ, ਹਿੰਦੂ ਲਫ਼ਜ਼ ਹੀ ਨਹੀਂ ਸਾਡੀ ਡਿਕਸ਼ਨਰੀ ਦਾ। ਹਿੰਦੂ ਕੌਣ ਕਹਿੰਦਾ ਸੀ? ਮੁਸਲਮਾਨ ਕਹਿੰਦੇ ਸੀ। ਕਿਉਂ ਕਹਿੰਦੇ ਸੀ? ਕਮਜ਼ੋਰ ਆਦਮੀ ਸੀ ਜਿਹੜੇ, ਜਿਨ੍ਹਾਂ ਨੂੰ ਇਹਨਾਂ ਨੇ ਕਹਿਤਾ ਅਛੂਤ ਨੇ। ਜੇ ਨਾਮ ਜਪ ਲੈਣ, ਸੁਣ ਲੈਣ, ਜਪਣ ਦੀ ਤਾਂ ਗੱਲ ਛੱਡੋ, ਜਪ ਲੈਣ ਗਲ ਵੱਢ ਦਿਓ, ਕਤਲ ਕਰ ਦਿਓ। ਜੇ ਸੁਣ ਲੈਣ ਗੱਲ 'ਚ ਸਿੱਕਾ ਢਾਲ ਕੇ ਪਾ ਦਿਓ। ਜਿਹੜੇ ਇਹ ਲੋਕ ਸੀ, ਇਹ ਹਿੰਦੂ ਸੀ, ਉਹਨਾਂ ਨੂੰ ਹਿੰਦੂ ਕਿਹਾ ਹੋਇਆ। ਕੋਈ ਸਭਿਅਤਾ ਦਾ ਉਹ ਨਹੀਂ, ਝੂਠ ਬੋਲਦੇ ਨੇ, ਡਿਸਕਸ ਕਰ ਲੈਣ ਜਿੱਥੇ ਮਰਜੀ। ਗੁਰਬਾਣੀ ਸ਼ਬਦ ਆਇਆ ਹੋਇਆ, ਕਬੀਰ ਨੇ ਕਿਹਾ, ਕਾਸ਼ੀ 'ਚ ਬੈਠ ਕੇ ਕਿਹਾ ਹਿੰਦੂ ਅੰਨਾ, ਕਬੀਰ ਨੇ ਕਿਹਾ ਹੋਇਆ। ਭਗਤ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਰਾਮ ਅੱਲਾ ਕੇ ਪਿੰਡ ਪ੍ਰਾਣ। ਮੁਸਲਮਾਨਾਂ ਤੇ ਵੀ ਦੂਰੀ ਬਣਾ ਕੇ ਰੱਖੀ ਹੈ, ਹਿੰਦੂਆਂ ਤੇ ਤਾਂ ਬਹੁਤ ਹੀ ਜ਼ਿਆਦਾ ਦੂਰੀ ਬਣਾ ਕੇ ਰੱਖੀ ਹੈ ਨਾ। ਦੋਹਾਂ 'ਚ ਮੁਸਲਮਾਨਾਂ 'ਚ ਥੋੜਾ ਡਿਫੈਕਟ ਹੈ, ਮੂਰਤੀ ਪੂਜਾ ਨੂੰ ਨਹੀਂ ਮੰਨਦੇ, ਪਰ ਨਿਰਾਕਾਰ ਦਾ ਗਿਆਨ ਹੈ ਜੀ। ਕਮ ਸੇ ਕਮ ਮੂਰਤੀ ਪੂਜਾ ਨੂੰ ਨਾ ਮੰਨਦੇ, ਫਿਰ ਆਜ਼ਾਦ ਪਾਤ ਨੂੰ ਨਹੀਂ ਮੰਨਦੇ। ਇਹ ਵੀ ਵੱਡੀ ਗੱਲ, ਵੱਡੀ ਗੱਲ ਹੈ। ਜਾਤ ਪਾਤ ਮੰਨਣ ਵਾਲੇ ਹਿੰਦੂ ਨੇ, ਸਿਮਰਤੀਆਂ ਨੂੰ ਮੰਨਣ ਵਾਲੇ ਹਿੰਦੂ ਨੇ। ਸਿਮਰਤੀਆਂ ਦੀ ਹੋਲੀ ਜਲਾ ਦੇਣ, ਫਿਰ ਮੰਨ ਲਾਂਗੇ ਵੀ ਤੁਸੀਂ ਹਿੰਦੂ ਨਹੀਂ ਹੈਗੇ। ਜੇ ਸਭਿਅਤਾ ਦਾ ਸਿਮਰਤੀਆਂ ਦੀ ਹੋਲੀ ਜਲਾਉਣ ਪਹਿਲਾਂ, ਫਿਰ ਇਹ ਦੂਈ ਡੈਫੀਨੇਸ਼ਨ ਦੇਣ, ਜਿਹੜੀ ਦੂਈ ਡੈਫੀਨੇਸ਼ਨ ਕਹਿੰਦੇ, ਫਿਰ ਮੰਨੋ। ਸਿਮਰਤੀਆਂ ਦੇ ਵਿਸ਼ਵਾਸ ਕਰਦੇ ਹੋ, ਡੈਫੀਨੇ ਠੱਗੀ ਕਿਹਦੇ ਨਾਲ ਕਰਦੇ ਹੋ? ਤੁਹਾਡੇ ਨਾਲ ਜ਼ਿਆਦਾ ਪੜ੍ਹ ਗਏ ਹੁਣ ਅਸੀਂ। ਧਰਮ ਦੀ ਖੋਜ ਸਾਡੇ ਕੋਲ ਜ਼ਿਆਦਾ, ਤੁਹਾਡੇ ਨੂੰ ਕਿਤੇ ਜ਼ਿਆਦਾ ਹੈ। ਸਾਡੇ ਕੋਲ ਬਾਣੀ ਹੈ ਨਾ, ਸਾਡੇ ਕੋਲ ਗੁਰਬਾਣੀ ਹੈ, ਸਾਨੂੰ ਇੱਥੋਂ ਪਤਾ ਲੱਗ ਗਿਆ। ਤੁਸੀਂ ਗੁਰਬਾਣੀ ਦਾ ਵਿਰੋਧ ਕਰਦੇ ਆਏ ਹੋ। ਗੁਰਬਾਣੀ ਦਾ ਕਿਉਂ ਵਿਰੋਧ ਕਰਦੇ ਆਏ ਹੋ? ਹੁਣ ਤੇ ਕੀ ਕਮੀ ਸੀ ਗੁਰਬਾਣੀ 'ਚ, ਕਿਉਂ ਵਿਰੋਧ ਕਰਦੇ ਆਏ? ਪੱਥਰ ਪੂਜਾ ਵਾਲੇ ਵਿਰੋਧ ਕਰਦੇ ਆਏ, ਮੂਰਤੀ ਪੂਜਾ ਵਾਲੇ। ਮੂਰਤੀ ਪੂਜਾ ਵਾਲੇ ਹਿੰਦੂ ਨਹੀਂ ਹਨ। ਇਹੀ ਵਿਰੋਧ ਕਰ, ਕਿਉਂਕਿ ਗੁਰਬਾਣੀ ਇਹਦਾ ਵਿਰੋਧ ਕਰਦੀ ਹੈ, ਮੁਸਲਮਾਨ ਇਹਦਾ ਪੱਥਰ ਪੂਜਦਾ। ਇਸੇ ਗੱਲ ਦਾ ਵਿਰੋਧ ਹੈ ਤੁਹਾਡਾ, ਮੂਰਤੀ ਪੂਜਾ ਦਾ ਵਿਰੋਧ ਹੈ। ਮੂਰਤੀ ਪੂਜਾ ਨੂੰ ਜਸਟੀਫਾਈ ਕਰਕੇ ਦਿਖਾਓ। ਤੇ ਇਸ ਵਿੱਚ ਜੀ ਜੁਗਤ ਕੇ ਰੰਗ, ਇਹ ਧਰਤੀ ਧਰਮਸਾਲ ਹੈ। ਧਰਤੀ ਤੇ ਧਰਮ ਪੜਾਇਆ ਜਾਣਾ, ਸੱਚ। ਜੇ ਸੰਸਾਰ ਨੂੰ ਲੋੜ ਹੈ, ਹੁਣ ਸੱਚ ਪੜਾਇਆ ਹੀ ਜਾਊਗਾ। ਨਾਲੇ ਪਤਾ ਲੱਗ ਜੂ ਜਿਹੜੇ ਸੰਸਾਰ ਦੇ ਰੌਲਾ ਪਾਉਂਦੇ ਨੇ, ਗੁਰਬਾਣੀ ਦਾ ਅਰਥ ਚਾਹੀਦੇ ਨੇ, ਅਰਥ ਚਾਹੀਦੇ, ਕਿੰਨੇ ਅਰਥਾਂ ਤੇ ਟਿਕਦੇ ਨੇ। ਇਹ ਰਾਮ ਕਸੌਟੀ ਹੈ। ਰਾਮ ਕਸੌਟੀ ਸੋ ਹੈ ਜੋ ਮਰ ਜੀਵਾ ਹੋਏ। ਕਸੌਟੀ ਹੈ, ਕਸੌਟੀ ਤੇ ਲੱਗੂਗਾ, ਪਤਾ ਲੱਗ ਜੂ। ਸਾਣ ਤੇ ਜਦੋਂ ਲੱਗਦਾ ਲੋਹਾ, ਚੰਗਿਆੜੇ ਨਿਕਲਦੇ ਨੇ। ਚੰਗਿਆੜੇ ਤਾਂ ਨਿਕਲਦੇ ਨੇ, ਪਰ ਰੂਪ ਵੀ ਬਦਲ ਜਾਂਦਾ ਹੈ। ਸਭ ਕਮੀਆਂ ਦੂਰ ਹੋ ਜਾਂਦੀਆਂ ਨੇ। ਜੰਗ ਜਿਹੜਾ ਦੇਖਣ ਨੂੰ ਜੀ ਨਹੀਂ ਕਰਦਾ ਨਾ, ਜਿਹੜੇ ਲੋਹੇ ਕਨੀ, ਉਹ ਐ ਨਿਕਲਦਾ ਨਵਾਂ, ਥੱਲੇ ਉਤਾਰ, ਸਾਰੀ ਕਾਲਸ ਲੈ ਜਾਂਦੀ ਹੈ।
ਤੇ ਜੀ ਜੁਗਤ ਕੇ ਰੰਗ। ਤੇ ਇਹਦੇ ਵਿੱਚ ਜੀ, ਇਹਦੇ ਵਿੱਚ ਜੀਵ ਨੇ ਪੈਦਾ ਕੀਤੇ ਹੋਏ। ਕਿਹਦੇ ਨੇ ਪੈਦਾ ਕੀਤੇ ਨੇ? ਜੁਗਤੀ ਹੈ। ਜੀ ਹੈ, ਜੁਗਤੀ ਕੀ ਹੈ? ਮਿੱਟੀ 'ਚ ਜੀ ਪਾਇਆ ਹੋਇਆ, ਇਹਦੇ ਨਾਲ ਜੋੜਿਆ। ਜੜ ਨਾਲ ਚੇਤਨ ਜੋੜਿਆ ਹੋਇਆ, ਜੁਗਤੀ। ਔਰ ਰੰਗ ਬਹੁਤ ਨੇ। ਰੰਗ ਜੀ ਦਾ ਅਲੱਗ ਹੈ, ਸਰੀਰ ਦਾ ਅਲੱਗ ਹੈ। ਜੀ ਦਾ ਰੰਗ ਅਲੱਗ ਹੈ, ਸਰੀਰ ਦਾ ਅਲੱਗ ਹੈ। ਜੀ ਦਾ ਰੰਗ ਤਾਂ, ਸਰੀਰ ਦਾ ਰੰਗ ਤਾਂ ਆਪਾਂ ਨੂੰ ਦੀਦੇ ਨੇ ਅੱਖਾਂ ਦੇ ਨਾਲ। ਜੀ ਦੇ ਵੀ ਕਈ ਰੰਗ ਨੇ, ਔਰ ਆਪੇ ਹੀ ਇੱਕ ਰੰਗ ਹੈ। ਆਪੇ ਬਹੁਰੰਗੀ ਕਿਵੇਂ? ਜਿਹੋ ਜਿਹਾ ਗਿਆਨ ਹੋਏ ਜਾਂ ਰੰਗ। ਜਿਹੜੀ ਸਟੇਜ ਦਾ ਗਿਆਨ ਹੋਏ, ਸਟੇਜ ਦਾ ਰੰਗ ਹੋਏ। ਜਿੰਨਾ ਜਿੰਨਾ ਉਹਦੇ ਕੋਲ ਸੱਚ ਸਮਝ ਆਉਣਾ, ਉਹਨਾਂ ਗੂੜਾ ਰੰਗ ਹੋਈ ਜਾਣਾ, ਰੰਗ ਵਧੀ ਜਾਣਾ। ਗਿਆਨ ਦਾ ਰੰਗ ਹੈ। ਜਿੰਨਾ ਚਿਰ ਧੁੰਦਲਾ ਗਿਆਨ ਹੈ, ਵਿੱਚ ਭਰਮ ਰਲਿਆ ਹੋਇਆ। ਪਾਣੀ 'ਚ ਕਾਹਦੀ ਗਹਿਰਾਈ ਹੈ? ਮਿੱਟੀ ਰਲੀ ਹੋਈ ਹੈ। ਜਿੰਨਾ ਚਿਰ ਮਾਇਆ ਦੀ ਮਿੱਟੀ ਰਲੀ ਹੋਈ ਹੈ, ਪਾਣੀ ਨਿਰਮਲ ਨਹੀਂ ਹੈ, ਪਾਰਦਰਸ਼ੀ ਨਹੀਂ ਹੈ ਪਾਣੀ। ਜਦ ਮਿੱਟੀ ਬੈਠ ਗਈ, ਹਟ ਗਈ, ਪਿਓਰ ਹੋ ਗਿਆ, ਤਾਂ ਪਾਰਦਰਸ਼ੀ ਹੋ ਜਾਂਦਾ। ਥੱਲੇ ਪਈ ਚੀਜ਼ ਦਿਖਦੀ ਹੈ। ਪਾਰਦਰਸ਼ੀ ਹੈ ਬੁੱਧੇ ਦੀ, ਇਹਦਾ ਗਿਆਨ ਪਾਰਦਰਸ਼ੀ ਹੈ। ਮਾਇਆ ਤੋਂ ਪਰੇ ਦੇਖ ਲੈਣਾ, ਸਰੀਰ ਵਿੱਚ ਆਤਮਾ ਨੂੰ ਦੇਖ ਲੈਣਾ, ਪਾਰਦਰਸ਼ੀ ਤੋਂ ਮਤਲਬ ਹੈ ਘਟ ਘਟ ਮੈਂ ਹਰਜੂ ਦੇਖ ਕੇ ਕਿਹਾ ਨਾ, ਦੇਖ ਕੇ ਕਿਹਾ। ਸੰਤਨ ਕਹਿਓ ਸੰਤਾਂ ਨੇ ਉੱਚੀ ਆਵਾਜ਼ ਨਾਲ ਕਿਹਾ, ਹਰਜੂ ਘਟ 'ਚ ਵਸਦਾ। ਇਹ ਸੰਤ ਕੀ ਕਹਿੰਦੇ ਨੇ? ਜਿਹੜੇ ਦੂਏ ਸੰਤ ਨੇ, ਇਹ ਕਹਿੰਦੇ ਨੇ ਖੋਪੜੀ 'ਚ ਵਸਦਾ। ਖੋਪੜੀ ਸ਼ੈਤਾਨ ਵਸਦਾ, ਸੰਤ ਨਹੀਂ ਵਸਦਾ। ਸ਼ੈਤਾਨ ਦੀਆਂ ਕਾਢਾਂ ਨੇ, ਖੋਪੜੀ ਦੀਆਂ ਕਾਢਾਂ ਸਾਰੀਆਂ। ਆਪਾਂ ਕਹਿੰਦੇ ਫਲਾਣੇ ਦੇ ਦਿਮਾਗ ਦੀ ਕਾਢ ਹੈ ਜੀ। ਇਹ ਦਿਮਾਗ ਦੀ ਕਾਢ ਸ਼ੈਤਾਨ ਦੀ ਕਾਢ ਹੁੰਦੀ। ਸਾਰੀ ਸੰਸਾਰ ਦਾ, ਸ੍ਰਿਸ਼ਟੀ ਦਾ ਗਿਆਨ ਦਿਮਾਗ ਦੀ ਕਾਢ ਹੈ। ਦਿਮਾਗ ਦੇ ਵਿੱਚ ਸੰਸਾਰ ਦਾ ਗਿਆਨ ਹੁੰਦਾ। ਬਸ ਸੰਸਾਰ ਦਾ ਗਿਆਨ ਸਮਝ ਦਿਮਾਗ 'ਚ ਆਉਂਦਾ। ਦਿਮਾਗ ਦੀ ਲੋੜ ਤਾਂ ਦੂਏ ਪਾਸੇ ਜ਼ਰੂਰ ਪੈਂਦੀ ਹੈ, ਕਿਉਂਕਿ ਭਾਸ਼ਾ ਇਹ ਹੈ, ਭਾਸ਼ਾ ਸੰਸਾਰੀ ਹੈ। ਭਾਸ਼ਾ ਵਾਸਤੇ ਦਿਮਾਗ ਦੀ ਲੋੜ ਪੈਂਦੀ ਹੈ। ਭਾਸ਼ਾ ਇਹ ਹੈ ਨਾ, ਬੋਲੀ ਇਹ 'ਚ ਗਿਆਨ। ਪਹਿਲਾਂ ਦਿਮਾਗ ਦੀ ਹੋਰ ਕੋਈ ਲੋੜ ਨਹੀਂ, ਬੁੱਧੀ ਦੀ ਲੋੜ ਹੈ। ਸਮਝਣ ਵਾਸਤੇ ਬੁੱਧੀ ਦੀ ਲੋੜ ਹੈ। ਦਿਮਾਗ ਦੇ ਵਿੱਚ ਸਾਡੇ ਭਾਸ਼ਾ ਜਿਹੜੀ ਹੈ ਨਾ, ਉਹ ਸਿੱਖੀ ਹੋਈ, ਉਹ ਦਿਮਾਗ 'ਚ, ਉਹ ਡਿਕਸ਼ਨਰੀ ਦਿਮਾਗ 'ਚ ਬਣੀ ਹੋਈ ਹੈ ਨਾ। ਮਾਇਆ ਦਾ ਗਿਆਨ, ਬੁੱਧੀ ਜਿਹੜੀ ਬੁੱਧੀ 'ਚ ਮਾਇਆ ਦਾ ਗਿਆਨ ਹੁੰਦਾ, ਉਹ ਸਾਰਾ ਦਿਮਾਗ 'ਚ ਲਿਖਿਆ ਹੋਇਆ ਹੁੰਦਾ। ਇਹ ਗਿਆਨ ਯਾਦ ਕਰਨ ਵਾਲਾ ਨਹੀਂ ਹੁੰਦਾ। ਯਾਦ ਕਰਨ ਵਾਲਾ ਦਿਮਾਗ 'ਚ ਹੁੰਦਾ ਸਾਰਾ। ਇਹ ਯਾਦ ਕਰਨ ਵਾਲਾ, ਇਹ ਤਾਂ ਭੁੱਲਦਾ ਹੀ ਨਹੀਂ। ਜੋ ਚੀਜ਼ ਭੁੱਲਦੀ ਨਹੀਂ, ਉਹਦਾ ਦਿਮਾਗ ਨਾਲ ਕੀ ਸੰਬੰਧ ਹੈ? ਦਿਮਾਗ ਨਾਲ ਸੰਬੰਧ ਨਹੀਂ। ਉਹ ਤਾਂ ਮਰੇ ਤੋਂ ਬਾਅਦ ਵੀ ਉੱਥੇ ਲੈ ਆਉਂਦੀ ਆ। ਮੋਹ ਕਿਉਂ ਹੈ? ਉਹ ਦਿਮਾਗ ਦੀ ਕਾਢ ਹੈ। ਉਹ ਦਿਮਾਗ ਦੀ ਕਾਢ ਹੈ। ਲੋਭ ਦਿਮਾਗ ਦੀ ਕਾਢ ਹੈ? ਨਹੀਂ ਹੈ, ਸੁਭਾਵ ਦੀ ਕਾਢ ਹੈ। ਮਨ ਦੇ ਨਾਲ ਮਿਕਸ ਹੋਇਆ ਹੋਇਆ। ਦਿਮਾਗ ਦਾ ਇਹਦਾ ਕੀ ਸੰਬੰਧ ਹੈ? ਲੋਭ ਕਿੱਥੇ, ਭਰਮ ਕਿੱਥੇ ਹੈ? ਜਿਨ ਕੇ ਮਨ ਮੈਂ ਭਰਮ, ਭਰਮ ਤਾਂ ਮਨ ਦੇ ਵਿੱਚ ਹੈ। ਦਿਮਾਗ ਦੇ ਰਾਹੀਂ ਦੂਰ ਕਰਨਾ ਹੈ, ਦਿਮਾਗ ਦੇ ਰਾਹੀਂ ਸਮਝਣਾ ਹੈ। ਉਹ ਮਧਾਣੀ ਰੜਕਦੀ ਜ਼ਰੂਰ ਹੈ। ਮਧਾਣੀ 'ਚ ਮੱਖਣ ਨਹੀਂ ਨਿਕਲਦਾ, ਮਧਾਣੀ 'ਚ ਨਹੀਂ ਹੁੰਦਾ ਮੱਖਣ। ਮਧਾਣੀ 'ਚ ਮੱਖਣ ਹੈ, ਮਧਾਣੀ ਮੱਖਣ ਬਣਾਉਂਦੀ ਹੈ। ਵੀ ਪਾਣੀ 'ਚੋਂ ਬਣਾ ਲਵੇ, ਰੜਕ ਕੇ ਪਾਣੀ 'ਚੋਂ ਬਣਾ ਲਵੇ। ਬੁੱਧੀ ਦਾ ਵਿਸ਼ਾ ਹੈ, ਇਹ ਵਿਚਾਰਨ ਦਾ ਵਿਸ਼ਾ ਹੈ।
ਦਿਮਾਗ ਦੀ ਲੋੜ ਜ਼ਰੂਰ ਹੈ। ਜਿਹੜਾ ਪੰਡਤ ਦਾ ਗਿਆਨ ਸੀ, ਜਿਹੜਾ ਦੂਆ ਗਿਆਨ ਹੁੰਦਾ ਸੰਸਾਰੀ ਹੁੰਦਾ, ਦਿਮਾਗ 'ਚ ਹੁੰਦਾ। ਇਸ ਕਰਕੇ ਕਿਹਾ ਹੈ, ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤਰ ਸੁਰਤ ਗਿਆ। ਪਰ ਉੱਥੇ 17 ਦਾ ਮਤਹੀਣ ਹੈ। ਕਹਤੇ ਦਿਮਾਗ ਬੇਕਾਰ ਹੋ ਜਾਂਦਾ। ਉੱਥੇ 17 ਦਾ ਮਤਹੀਣ, 80 ਦਾ ਵਿਵਹਾਰ ਨਾ ਪਾਵੇ। ਕਿਉਂ? ਉਹ ਸਰੀਰ ਨਾਲ ਕੀੜਾ ਹੈ, ਉਹ ਸਰੀਰ ਨਾਲ ਜੁੜਿਆ। ਇੱਥੇ 72 ਸਾਲ ਦੇ ਗੁਰੂ ਅਮਰਦਾਸ ਨੂੰ ਗਿਆਨ ਹੋਇਆ ਜੋ ਗੁਰਿਆਈ ਮਿਲੀ ਹੈ। 72 ਸਾਲ ਦੀ ਉਮਰ ਦੀ ਗੁਰਿਆਈ ਮਿਲੀ ਹੈ। ਗੁਰਬਾਣੀ ਕਹਿੰਦੀ ਹੈ 17 ਦਾ ਮਤਹੀਣ। ਉੱਥੇ 72 ਸਾਲ ਦੀ ਮੱਤ ਜਾਗੀ ਹੈ। ਕਬੀਰ ਨੂੰ ਉਹਦੇ ਵੀ ਬਾਅਦ ਹੋਇਆ ਗਿਆਨ। ਇਹ ਲਾਗੂ ਸੰਸਾਰ ਦੀਆਂ ਸਰੀਰ ਵਾਲੀਆਂ ਗੱਲਾਂ ਗੁਰਮੁਖਾਂ ਤੇ ਨਹੀਂ ਲਾਗੂ ਹੁੰਦੀਆਂ। ਸੰਸਾਰੀ ਆਦਮੀ ਤੇ ਲਾਗੂ ਹੁੰਦੀਆਂ ਨੇ ਗੱਲਾਂ, ਗੁਰਮੁਖ ਤੇ ਨਹੀਂ ਲਾਗੂ। ਗੁਰਮੁਖ ਦਾ ਸਰੀਰ ਨਾਲ ਸੰਬੰਧ ਹੈ ਕੋਈ ਨਹੀਂ, ਦਿਮਾਗ ਦਾ ਉਹਦਾ ਮਤਲਬ ਹੈ ਕੋਈ ਨਹੀਂ। ਤਿਰਕੁਟੀ ਦਾ ਛੁੱਟੀ ਹੋਈ ਆ ਉਹਦੀ। ਤਿਰਕੁਟੀ ਛੁੱਟਾ 10ਵਾਂ ਦਵਾਰ। ਇੱਥੇ ਤਾਂ ਤਿਰਕੁਟੀ ਆ, ਗਾਹਾਂ ਤਾਂ ਆਪੇ ਹੀ ਸਮਝ ਆਈ ਜਾਂਦਾ। ਫਿਰ ਅੰਦਰੋਂ ਗਿਆਨ ਅੰਦਰੋਂ ਆਉਣਾ, ਤਿਰਕੁਟੀ ਬਾਹਰ ਹੈ। ਇੱਥੇ ਤਾਂ ਕਿਸੇ ਹੱਦ ਤੱਕ ਲੋੜ ਹੈ ਦਿਮਾਗ ਦੀ, ਬਾਅਦ 'ਚ ਨਹੀਂ ਲੋੜ। ਬਾਅਦ ਤਾਂ ਦੇਖ ਕੇ ਪਤਾ ਲੱਗਦਾ ਵੀ ਆਹ ਉਲਟੇ ਅਰਥ ਕੀਤੇ ਨੇ ਇਹਨਾਂ ਦੇ। ਤਿਸਵੇਂ ਜੀ ਜੁਗਤ ਕੇ ਰੰਗ ਨਾ ਤਿਨਕੇ ਨਾਮ ਅਨੇਕ ਜੇ ਤਾਂ ਨਕਸ਼ਾ ਆਪਾਂ ਨੇ ਬਣਾਉਣਾ ਹੈ, ਫਿਰ ਤਾਂ ਦਿਮਾਗ ਦੀ ਔਰ ਬੁੱਧੀ ਦੋਹਾਂ ਦੀ ਲੋੜ ਹੈ। ਜੇ ਬਣਿਆ ਬਣਾਇਆ ਦੇਖਣਾ, ਉੱਥੇ ਅਕਲ ਦੀ ਉਹ ਲੋੜ ਹੈ। ਦਿਮਾਗ ਦਾ ਤਾਂ ਅੱਖਾਂ ਦਾ ਹੀ ਹੈ ਕੰਮ। ਅੱਖਾਂ ਦੇ ਦੇਖਿਆ ਨਹੀਂ ਜਾ ਸਕਦਾ ਬਿਨਾਂ ਦਿਮਾਗ ਦੇ। ਉਹ ਤਾਂ ਨਕਸ਼ਾ ਤਾਂ ਮੂਹਰੇ ਬਣਿਆ ਹੋਇਆ ਸਾਰਾ। ਨਕਸ਼ਾ ਤਾਂ ਸਾਰਾ ਬਣਿਆ ਪਿਆ, ਬਣਾਉਣਾ ਨਹੀਂ ਹੈ। ਜਿਨ੍ਹਾਂ ਨੇ ਬਣਾਈਆਂ ਨੇ ਮੱਤਾਂ, ਉਹਨਾਂ ਦੇ ਦਿਮਾਗ ਦੀ ਕਾਢ ਹੈ। ਜਿਨ੍ਹਾਂ ਨੇ ਨਵੀਆਂ ਮੱਤਾਂ, ਅਸੀਂ ਨਵੀਂ ਥੋੜ੍ਹੀ ਕੋਈ ਚੀਜ਼ ਬਣਾਉਣੀ। ਅਸੀਂ ਤਾਂ ਬਣੀ ਬਣਾਈ ਚੀਜ਼ ਲੈਣੀ ਹੈ। ਬੜੀ ਬਣਾਈ ਚੀਜ਼ ਲਿਆ ਕੇ ਅਸੀਂ ਕੋਈ ਬਲਬ ਲਿਆ ਕੇ ਰੱਖ ਲੈਂਦੇ, ਚਾਨਣ ਹੋ ਜਾਂਦਾ। ਹੁਣ ਅਸੀਂ ਆਪ ਬਣਾਉਣਾ। ਅਸੀਂ ਕਹਿੰਦੇ ਦਿਮਾਗ ਖਰਚ, ਦਿਮਾਗ ਉਹਨੇ ਖਰਚ ਕੀਤਾ ਜਿਹਨੇ ਬਣਾਇਆ। ਅਸੀਂ ਤਾਂ ਬਣੀ ਬਣਾਈ ਲਈ ਹੈ। ਸਾਨੂੰ ਤਾਂ ਗੁਰਬਾਣੀ ਪੱਕੀ ਪਕਾਈ ਮਿਲੀ ਹੈ, ਬਣੀ ਬਣਾਈ ਮਿਲੀ ਹੈ। ਕਿਸੇ ਹੱਦ ਤੱਕ ਸਮਝਣ ਵਾਸਤੇ ਦਿਮਾਗ ਦੀ ਲੋੜ ਹੈ, ਉਹ ਤੋਂ ਬਾਅਦ ਨਹੀਂ ਲੋੜ ਹੈ। ਨਲਕੇ 'ਚ ਪਾਣੀ ਉਦੋਂ ਤੱਕ ਉੱਤੋਂ ਪਾਈਦਾ ਜਿੰਨਾ ਚਿਰ ਥੱਲੇ ਵਾਲਾ ਨਾ ਆਵੇ। ਥੱਲੇ ਵਾਲਾ ਆਉਣ ਲੱਗ ਜਾਏ, ਉੱਤੋਂ ਕਾਹਦੇ ਨੂੰ ਪਾਉਣਾ? ਉੱਤੋਂ ਪਾਈਦਾ ਦਿਮਾਗ ਨਾਲ, ਥੱਲੇ ਦਾ ਫਿਰ ਆਪੇ ਹੀ ਆਉਂਦਾ। ਹਾਂ, ਦੇਣ ਵੇਲੇ ਦਿਮਾਗ ਦੀ ਲੋੜ ਹੈ। ਦੇਣ ਵੇਲੇ ਤਾਂ ਲੋੜ ਹੈ। ਜਦ ਬੋਲਦੇ ਆ ਜਦ ਤਾਂ ਲੋੜ ਹੈ। ਆਪ ਸਮਝਣ ਵਾਸਤੇ ਲੋੜ ਨਹੀਂ, ਵਿਚਾਰਨ ਵਾਸਤੇ ਕੋਈ ਲੋੜ ਨਹੀਂ। ਹਾਂਜੀ, ਤਿਸ ਵਿੱਚ ਜੀ ਜੁਗਤੀ ਕੇ ਰੰਗ ਤਿਨਕੇ ਇੱਥੇ ਸੰਸਾਰ ਵਿੱਚ ਧਰਤੀ ਥਾਪਰ ਕੇ ਧਰਮ ਜੀ ਜੁਗਤ ਕੇ ਰੰਗ, ਸਾਰੇ ਜੀ ਨੇ ਜਿੰਨੇ, ਸਾਰੇ ਹੀ ਧਰਮ ਸਾਰਿਆਂ ਵਾਸਤੇ, ਨਾ ਕਿ ਆਦਮੀ ਵਾਸਤੇ। ਸਾਰੇ ਹੀ ਪੌੜੀ ਆਪਣੀ ਆਪਣੀ ਚੜ੍ਹ ਰਹੇ ਨੇ, ਗਾਹਾਂ ਨੂੰ ਤਰੱਕੀ ਕਰ ਰਹੇ ਨੇ। ਆਦਮੀ ਤੱਕ ਸਾਰਿਆਂ ਨੇ ਪਹੁੰਚਣਾ। ਆਦਮੀ ਪਹੁੰਚ ਗਿਆ, ਦੂਜਿਆਂ ਨੇ ਪਹੁੰਚਣਾ। ਕੋਈ ਜਾ ਰਹੇ ਨੇ ਕਿਤੇ ਨੂੰ ਤੀਰਥ ਯਾਤਰਾ ਨੂੰ, ਇੱਕ ਅੱਜ ਤੁਰਿਆ, ਇੱਕ ਉੱਥੇ ਨੇੜੇ ਪਹੁੰਚਿਆ ਹੋਇਆ, ਇੱਕ ਚੱਲਿਆ ਹੋਇਆ, ਇੱਕ ਪਹੁੰਚਣ ਵਾਲਾ। ਲਾਈਨ 'ਚ ਲੱਗੇ ਨੇ ਸਾਰੇ। ਇੱਕ ਆਦਮੀ ਵਾਲੀ ਪੌੜੀ ਤੇ ਖੜਾ, 84 ਲੱਖ ਜੂਨ ਦੇ ਆਖਰੀ ਪੌੜੀ ਤੇ ਖੜਾ, ਇੱਕ ਜੋ ਥੱਲੇ ਜਾ ਰਿਹਾ ਪਿੱਛੇ ਪਿੱਛੇ। ਇਸ ਪੌੜੀ ਤੇ ਜੇ ਨਾ ਚੁੱਕੇ, ਜਿਹੜੇ ਚੁੱਕਣ ਨਾ ਜਾ ਹੁਣ ਤੂੰ ਇਸ ਪੌੜੀ ਤੋਂ, ਫਿਰ ਕਦ ਵਾਰੀ ਆਊਗੀ ਕੋਈ ਪਤਾ ਨਹੀਂ। ਵਾਰੀ ਫਿਰ ਵੀ ਆਊਗੀ, ਪਰ ਕਦ ਆਊਗੀ? ਕਦ ਨਾਨਕ ਆਵੇ ਵਾਰੀ। ਤਿਨਕੇ ਨਾਮ ਅਨੇਕ ਅਨੰਤ। ਨਾਮ ਅਨੇਕ ਅਨੰਤ।
ਕਿੰਨੇ ਜੀਵ ਨੇ? ਕੱਲੇ ਕੱਲੇ ਸ਼੍ਰੇਣੀ ਵਿੱਚ ਕਿੰਨੇ ਜੀਵ ਨੇ? ਅਨੰਤ ਨੇ ਕੱਲੇ ਕੱਲੇ। ਕਿਹਦੀ ਗਿਣਤੀ ਕਰੋਗੇ? ਕੀੜਿਆਂ ਦੀ ਕਰ ਲਓਗੇ? ਸ਼ੇਰਾਂ ਦੀ ਤਾਂ ਕਰ ਲਈ ਇਹਨਾਂ ਨੇ, ਥੋੜੇ ਨੇ। ਸਿਉਂਕ ਦੀ ਕਰ ਲੈਣ, ਕੀੜਿਆਂ ਦੀ ਕਰ ਲੈਣ, ਹੋਰ ਬਥੇਰਾ ਕੁਛ ਉਹਦੀ ਕਰ ਲੈਣ, ਚੂਹਿਆਂ ਦੀ ਕਰ ਲੈਣ, ਨਾਲੇ ਨੁਕਸਾਨ ਕਰਦੇ ਨੇ ਇਹਨਾਂ ਦਾ। ਇਹ ਕੋਈ ਅਨੰਤ ਕਹਿ ਦਿੱਤਾ ਉਹ ਜਿਨ੍ਹਾਂ ਨਾਲੇ ਜਿਹਦੀ ਆਪਾਂ ਨੇ ਗਿਣਤੀ ਕਰਕੇ ਉਹਨਾਂ ਨੂੰ ਖੁਰਾਕ ਦੇਣੀ, ਇੰਤਜ਼ਾਮ ਕਰਨਾ ਕੋਈ, ਜਾਂ ਰਹਿائش ਦੇਣੀ ਹੈ। ਸਾਡੀ ਸਿਰਦਰਦੀ ਕਿਉਂ? ਅਸੀਂ ਗਿਣਤੀ ਕਿਉਂ ਕਰੀਏ? ਜਿਹਦੀ ਪੈਦਾ ਕੀਤੇ ਨੇ ਉਹਦੀ ਸਿਰਦਰਦੀ ਹੈ, ਗਿਣਤੀ ਕਰੇ ਨਾ ਕਰੇ, ਆਪਣਾ ਵਿਸ਼ਾ ਹੀ ਨਹੀਂ ਹੈ। ਸਮਝ ਲਿਆ ਵੀ ਅਨੰਤ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਹੁਣ ਜਿਹੜੇ ਇਹਨਾਂ ਦੇ ਵਿੱਚੋਂ ਆਦਮੀ ਨੇ ਨਾ, ਉਹਨਾਂ ਦੀ ਗੱਲ ਆਪਾਂ ਕਰਦੇ, ਕਰਮ ਨੂੰ ਮੰਨਦੇ ਨੇ। ਚੰਗਾ ਕੰਮ ਕਰਦੇ ਹਾਂ ਅਸੀਂ, ਬੁਰਾ ਕੰਮ ਕਰਦੇ ਹਾਂ। ਮੈਂ ਕਰ ਸਕਦਾ। ਜਿਹੜੇ ਗੁਰਮੁਖ ਨੇ ਉਹ ਕਰਮੀ ਨਹੀਂ ਹੁੰਦੇ। ਭਾਣੇ 'ਚ ਰਹਿਣ ਵਾਲਾ ਕਰਮੀ ਨਹੀਂ ਹੁੰਦਾ। ਕਰਮ ਨੂੰ ਮੰਨਣ ਵਾਲਾ ਭਾਣੇ 'ਚ ਨਹੀਂ ਰਹਿੰਦਾ। ਮੰਨਦਾ ਹੈ ਭਾਵੇਂ ਉਹ। ਪੁੰਨ ਪਾਪ ਨੂੰ ਮੰਨਣ ਵਾਲਾ ਕਰਮੀ ਹੁੰਦਾ ਜੀਵ। ਪੁੰਨ ਪਾਪ ਜੋ ਬੀਜਦੇ ਤੇ ਸਭ ਧਰਮ ਰਾਏ ਕੇ। ਹੁਣ ਇਹਨਾਂ 'ਚੋਂ ਜਿਹੜੇ ਕਰਮੀ ਨੇ, ਪੁੰਨ ਪਾਪ ਜਿਨ੍ਹਾਂ ਨੇ ਬੀਜਿਆ, ਉਹ ਤਾਂ ਜਾਣਗੇ ਧਰਮ ਰਾਏ ਦੇ। ਉਹਨਾਂ ਦੇ ਖਿਲਾਫ ਇਹ ਵਿਚਾਰ ਹੋਣੀ ਹੈ। ਗੁਰਮੁਖਾਂ ਦੇ ਖਿਲਾਫ ਕੋਈ ਵਿਚਾਰ ਨਹੀਂ। ਉਹਨਾਂ ਦਾ ਹੋਰ ਰਸਤਾ। ਉਹ ਦੂਏ VIP ਗੇਟ ਚਲੇ ਜਾਂਦੇ ਨੇ। ਉਹ ਪਿੱਛੋਂ ਹੀ VIP ਗੇਟ ਆ ਉਹਨਾਂ ਦਾ। ਕਹਿੰਦੇ ਤੁਸੀਂ ਇੱਧਰ ਦੀ ਚਲੇ ਜਾਓ। ਇੱਧਰਲੇ ਪਾਸੇ ਕਿਤੇ ਨੇ, ਇੱਕ ਪਾਸੇ ਕਰਮੀ ਜਾਂਦੇ ਨੇ। ਜਿਨ੍ਹਾਂ ਨੇ ਬਾਟ ਪਾੜੀ ਹੈ ਨਾ, ਸਿੱਧੀ ਸੱਚਖੰਡ ਵਾਲੀ, ਪੰਡਤ ਨੇ। ਪੰਡਤ ਦੇ ਚੇਲੇ ਤੇ ਜਾਂਦੇ ਨੇ ਦੂਏ ਰਾਹ, ਧਰਮਰਾਜ ਦੇ। ਉੱਥੇ ਉਹ ਵਿਚਾਰ ਕਰਦੇ ਨੇ ਵੀ ਇਹਨੂੰ ਕਿੱਥੇ ਭੇਜੀਏ। ਹੁਣ ਕਮੀ ਤਾਂ ਰਹਿ ਗਈ ਇਹ 'ਚ। ਭਰਮ ਹੈ ਉਹਨਾਂ 'ਚ। ਜਿਨ੍ਹਾਂ 'ਚ ਭਰਮ ਹੈ, ਕਰਮੀ ਭਰਮ ਹੈ ਉਹਨਾਂ 'ਚ ਵੀ ਮੈਂ ਕੁਛ ਕਰ ਸਕਦਾ। ਭਰਮ ਦੀ ਵਜ੍ਹਾ ਨਾਲ ਜਨਮ ਹੈ ਉਹਨਾਂ ਨੂੰ। ਅਜੇ ਉਹਨਾਂ ਦਾ ਮਨ ਕਾਲਾ ਹੈ, ਕੁਛ ਲਿਖ ਲਿਆ ਹੈ, ਕਾਲੇ ਲੇਖ ਲਿਖ ਲਿਆ ਹੈ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ, ਜੇ ਗਿਆਨਵਾਨ ਹੈ ਕਿਉਂ ਮੰਨਦਾ ਮੈਂ ਕੁਛ ਕਰ ਸਕਦਾ? ਜੇ ਤੂੰ ਇਹ ਮੰਨਦਾ ਮੈਂ ਕੁਛ ਕਰ ਸਕਦਾ, ਕਾਲਾ ਲੇਖ ਹੈ ਫਿਰ ਵੀ ਲਿਖ ਰਿਹਾ, ਫਿਰ ਤੂੰ ਗਿਆਨਵਾਨ ਕਿੱਥੋਂ ਹੁੰਦਾ? ਨਾਲੇ ਮੰਨਦਾ ਸਭ ਕੁਝ ਪਰਮੇਸ਼ਰ ਕਰਦਾ, ਨਾਲੇ ਕਹਿੰਦਾ ਮੈਂ ਵੀ ਕਰ ਸਕਦਾ। ਫਿਰ ਤੂੰ ਅਕਲ ਲਤੀਫ ਨਹੀਂ ਹੈ ਜੇ ਦੋਏ ਗੱਲਾਂ ਮੰਨਦਾ। ਦੋਏ ਗੱਲਾਂ ਆਪਾਂ ਵਿਰੋਧੀ ਨੇ। ਅਕਲ ਲਤੀਫ ਵੀ ਕਹਿੰਦਾ, ਗਿਆਨਵਾਨ ਵੀ ਹੈ, ਸੰਤ ਵੀ ਹੈ, ਗੱਲਾਂ ਵੀ ਦੋਏ ਮੰਨੀ ਜਾਂਦਾ। ਇਹ ਤਾਂ ਆਪਾਂ ਵਿਰੋਧੀ ਨੇ ਦੋਏ ਗੱਲਾਂ। ਕਾਲੇ ਲਿਖਣਾ ਲੇਖ, ਆਪਣੇ ਅੰਦਰ ਵੀ ਕਾਲੇ ਲਿਖਦਾ, ਦੂਆਂ ਦੇ ਵੀ ਕਾਲੇ ਲਿਖਦਾ। ਜੇ ਕਾਲੇ ਲੇਖ ਨੇ ਉਹ ਤਾਂ ਭਾਈ ਮਿਟਾ ਕੇ ਜਾਣੇ ਪੈਣਗੇ। ਉਹਨਾਂ ਨੂੰ ਜਨਮ ਹੈ, ਉਹਨਾਂ ਤੇ ਵਿਚਾਰ ਹੈ। ਕਰਮੀ ਕਰਮੀ ਹੋਏ ਵਿਚਾਰ। ਕੇਵਲ ਕਰਮੀ ਲੋਕਾਂ ਦੇ ਵਿਚਾਰ ਹੋਊਗੀ ਕਿ ਇਹਨਾਂ ਦਾ ਹੁਣ ਕੀ ਬਣੇ, ਕਿਉਂਕਿ ਉਹਨਾਂ ਨੂੰ ਜਨਮ ਜੋ ਦੇਣਾ ਦੁਬਾਰਾ। ਹੁਕਮੀਆਂ ਦੇ ਵਿਚਾਰ ਨਹੀਂ ਹੋਣੀ। ਜਿਹੜੇ ਹੁਕਮੀ ਬੰਦੇ ਨੇ ਉਹਨਾਂ ਦੇ ਕੋਈ ਵਿਚਾਰ ਨਹੀਂ, ਕਰਮੀਆਂ ਦੇ ਵਿਚਾਰ ਹੈ। ਫਿਰ ਆਖੇ ਮੈਂ ਹੁਕਮੀ ਬੰਦਾ। ਜਿਹੜੇ ਹੁਕਮੀ ਨੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਸ਼ੁਰੂ 'ਚ ਆਇਆ ਸੀ। ਜਿਹੜੇ ਹੁਕਮੀ ਬੰਦੇ ਨੇ ਉਹਨਾਂ ਤੇ ਵਿਚਾਰ ਕਿਹਨੇ ਕਰਨੀ ਹੈ? ਉਹ ਬਥੇਰੀ ਹੋਲੀ ਉਹਨਾਂ ਤੇ। ਉਹ ਜਾਂ ਸੰਤੋਖ ਦੇ ਵਿੱਚ ਬੈਠੇ ਤੇ ਨਾ, ਜਦ ਪੁੱਛਦੇ ਤੇ ਕਾਰਨ ਕਬਣ ਬੋਲ, ਜਦ ਉਹਨਾਂ ਦੇ ਵਿਚਾਰ ਹੀ ਹੁੰਦੀ ਸੀ। ਉਹਨਾਂ ਦੇ ਜਦ ਹੋਲੀ ਵਿਚਾਰ, ਉਹਨਾਂ ਦੇ ਕਸੌਟੀ ਜਦ ਲਾ ਲਈ ਪਹਿਲਾਂ ਹੀ। ਉਹਨਾਂ ਨੂੰ ਨਾਮ ਵਿਚਾਰ ਤੋਂ ਬਾਅਦ ਹੀ ਮਿਲਿਆ। ਉਹਨਾਂ ਦੇ ਟੈਸਟ ਸਾਰੇ ਪਹਿਲਾਂ ਹੋ ਚੁੱਕੇ ਨੇ, ਜਿਉਂਦੇ ਜਿਉਂਦੇ ਹੀ। ਉਹਨਾਂ ਦੇ ਵਿਚਾਰ ਕੀ ਕਰਨੀ ਹੈ ਹੁਣ? ਉਹਨਾਂ ਤੇ ਤਾਂ ਉਹ ਕੰਮ ਕਰਵਾਇਆ ਜਿਹੜਾ ਪਰਮੇਸ਼ਰ ਨੇ ਆਪ ਕਰਨਾ। ਉਹਨਾਂ ਦੇ ਵਿਚਾਰ ਕਿਹਨੇ ਕਰਨੀ ਹੈ? ਕਾਹਦੇ ਵਾਸਤੇ ਕਰਨੀ ਹੈ? ਕਿਹੜੀ ਗਲਤੀ ਕਰਨੀ ਹੈ? ਉਹਨਾਂ ਦੇ ਪਹਿਲਾਂ ਹੋ ਚੁੱਕੀ ਬਹੁਤ ਕੁਛ। ਉਹ ਰਾਮ ਕਸੌਟੀ ਤੇ ਲੱਗ ਚੁੱਕੇ ਪਹਿਲਾਂ। ਰਾਮ ਕਸੌਟੀ ਸੋ ਹੈ ਜੋ ਮਰਜੀ ਕਰੋ। ਉਹਦਾ ਮਰਜੀ ਵੜਿਆ ਨੇ ਪਹਿਲਾਂ ਸਹਿ ਲਈ ਕਸੌਟੀ ਰਾਮ ਦੀ।
ਇਹਨਾਂ ਤੇ ਲੱਗਣੀ ਹੈ ਹੁਣ ਅਪਰਾਧੀਆਂ ਦੇ। ਕਮੀ ਹੈ ਜਿਨ੍ਹਾਂ 'ਚ ਕਰਮੀਆਂ ਤੇ ਇਹਨਾਂ ਤੇ ਲੱਗਣੀ ਹੈ ਕਸੌਟੀ। ਕਰਮੀ ਹੋਏ ਵਿਚਾਰ ਕਰਮੀ ਅੱਡ ਕੱਢ ਲੈ, ਹੁਕਮੀ ਅੱਡ ਨੇ। ਜੇ ਪੈਂਡੇ ਲੂਟੀ ਬਨਿਹਾਰੀ ਇੱਕ ਸਾਰ ਕੇ ਨਾਮ ਬਨੋ ਅੱਗੇ ਲਈਏ ਖੋਏ। ਸਭ ਕੁਝ ਖੋ ਲੈਂਦੇ ਨੇ ਉਹ ਸੋ ਪੈਂਡਾ ਸੰਤਨ, ਉਹ ਤਾਂ ਪੈਂਡਾ ਹੀ ਨਹੀਂ ਅਪਣਾਇਆ ਸੰਤਾਂ ਨੇ। ਉਹ ਤੋਂ ਤਾਂ ਦੂਰ ਦੀ ਲੰਘੇ ਬਚ ਕੇ। ਉਹ ਤਾਂ ਦਲਦਲ 'ਚ ਫਸਣ ਵਾਲਾ ਜਿਹੜਾ ਰਾਹ ਸੀ ਨਾ, ਦਲਦਲ ਨੂੰ ਜਾਂਦਾ, ਉਹ ਰਾਹ ਛੱਡ ਕੇ ਸਾਈਡ ਤੇ ਦੀ ਲੰਘੇ। ਉਹ ਰਾਹ ਹੀ ਨਹੀਂ ਗਏ, ਉਹ ਦਲਦਲ 'ਚ ਜਿਹੜੇ ਫਸਣ ਵਾਲੇ ਫਸ ਕੇ ਉੱਥੇ ਹੀ ਰਹਿ ਗਏ। ਸੱਚਾ ਆਪ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ। ਜਿੱਥੇ ਜਾਣਾ ਹੈ ਗਾਹਾਂ ਉੱਥੇ ਤਾਂ ਸੱਚਾ ਆਪ ਹੈ, ਸੱਚਾ ਦਰਬਾਰ। ਸੱਚਾ ਦਰਬਾਰ ਹੈ। ਸਾਰੇ ਦਰਬਾਰ ਸੱਚੇ ਹੀ ਨੇ, ਦਰਬਾਰ ਵੀ ਸੱਚਾ ਹੈ, ਤੇ ਸੱਚੇ ਹੀ ਸੱਚ ਨਿਬੜਿਆ। ਤਿੱਥੇ ਸੋਹਣੀ ਪੰਚ ਪ੍ਰਵਾਨ। ਉੱਥੇ ਕੌਣ ਨੇ ਦਰਬਾਰ 'ਚ? ਸਾਰੇ ਪੰਚ ਨੇ, ਸਾਰੇ ਭਗਤ ਨੇ। ਪੰਚ ਦਾ ਮਤਲਬ ਹੁੰਦਾ ਭਗਤ। ਸਾਰੇ ਪੰਚ ਨੇ, ਰਾਜਾ ਕੋਈ ਨਹੀਂ ਹੈ ਦਰਬਾਰ 'ਚ। ਰਾਜਾ ਹੁੰਦਾ ਨਾ, ਪ੍ਰਾਈਮ ਮਿਨਿਸਟਰ ਕੋਈ ਨਹੀਂ ਹੈ, ਮਿਨਿਸਟਰ ਕੋਈ ਨਹੀਂ ਹੈ, ਚੀਫ ਮਿਨਿਸਟਰ ਕੋਈ ਨਹੀਂ ਹੈ, ਰਾਸ਼ਟਰਪਤੀ ਕੋਈ ਨਹੀਂ ਹੈ। ਕੌਣ ਨੇ? ਸਾਰੇ ਹੀ ਪੰਚ ਨੇ, ਸਾਰੇ ਹੀ MP ਨੇ, ਸਾਰੇ ਮੈਂਬਰ ਪਾਰਲੀਮੈਂਟ ਨੇ, ਸਾਰੇ ਬਰਾਬਰ ਨੇ। ਤੇ ਸੋਹਣ ਪੰਚ ਪ੍ਰਵਾਨ ਹੋਏ ਪੰਚ ਨੇ ਜਿਹੜੇ। ਉਹ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਾਹ। ਉੱਥੇ ਉਹ ਨੇ ਸਾਰੇ ਪੰਚੇ ਪੰਚ ਨੇ, ਸਾਰੇ ਭਗਤੇ ਭਗਤ ਨੇ, ਇੱਕੋ ਹੀ ਲੈਵਲ ਦੇ ਨੇ। ਪੰਚੇ ਜਾ ਸਕਦੇ ਨੇ, ਚਲੋ ਆਪਾਂ ਭਗਤ ਨਹੀਂ ਕਹਿੰਦੇ, ਸਾਰੇ ਹੀ ਪੰਚ ਨੇ। ਆ ਜਿਹੜਾ ਝਗੜਾ ਹੁਣ ਪਿਆ ਹੋਇਆ ਰਵਿਦਾਸ ਦਾ ਨਾਨਕ ਦਾ, ਕਾਹਦਾ ਪਿਆ ਹੋਇਆ? ਉਹ ਤਾਂ ਪੰਚ ਨੇ, ਉਹ ਵੀ ਪੰਚ ਹੈ, ਉਹ ਵੀ ਪੰਚ ਹੈ। ਝਗੜਾ ਕਿਹੜੀ ਗੱਲ ਦਾ? ਕਿਹੜੀ ਗੱਲ ਦਾ ਝਗੜਾ? ਝਗੜਾ ਹੰਕਾਰ ਦਾ ਦੋਹਾਂ ਦੇ। ਗੁਰਬਾਣੀ ਨੂੰ ਦੋਏ ਨਹੀਂ ਮੰਨਦੇ, ਗੁਰਬਾਣੀ ਦੀ ਦੋਹਾਂ ਨੂੰ ਸਮਝ ਨਹੀਂ, ਹੋਮੇ ਟਕਰਾਉਂਦੀ ਹੈ, ਹੋਮੇ ਟਕਰਾਉਂਦੀ ਹੈ। ਉਹ ਕਹਿੰਦਾ ਵੀ ਆ ਜਿਹੜੀ ਇੰਨੇ ਨੇ, ਇਹਨਾਂ ਦੀ ਆਬਾਦੀ ਹੈ, ਮੈਂ ਆਪਣੇ ਨਾਲ ਲਾ ਲਾ, ਮੈਂ ਗੁਰੂ ਬਣ ਜਾਵਾਂ। ਗਾਂ ਵੋਟਾਂ ਹੋਣਗੀਆਂ, ਮੈਂ ਆਕੜ ਕੇ ਬੈਠਿਆ ਕਰੂੰ, ਇੰਨੇ ਬੰਦੇ ਮੇਰੇ ਨਾਲ ਨੇ, ਜਿਵੇਂ ਰਾਧਾ ਸਵਾਮੀ ਨੇ। ਗੱਲ ਤਾਂ ਇੰਨੀ ਹੋਈ ਹੈ, ਹੋਰ ਕੀ ਹੈ? ਉਹ ਤਾਂ ਕੋਈ ਗੱਲ ਨਹੀਂ ਇਹਦੇ ਪਿੱਛੇ। ਗੁਰਬਾਣੀ ਵਾਲੀ ਤਾਂ ਕੋਈ ਗੱਲ ਹੀ ਨਹੀਂ। ਇੱਥੇ ਤਾਂ ਲਿਖਿਆ ਤਿੱਥੇ ਸੋਹਣ ਪੰਜ ਪ੍ਰਵਾਨ। ਨਾ ਰਵਿਦਾਸ ਗੁਰੂ ਹੈ, ਨਾ ਗੁਰੂ ਹੈ। ਜੇ ਕੋਈ ਗਲਤੀ ਕਰਦਾ ਹੈ, ਜੇ ਕੋਈ ਸਾਕਤ ਹੈ, ਕਹਿੰਦਾ ਮੈਂ ਪੁੰਨ ਕਰ ਸਕਦਾ ਹਾਂ, ਤਾਂ ਅਸੀਂ ਉਹਦੀ ਰੀਸ ਕਰਨੀ ਹੈ। ਜੇ ਕੋਈ ਖਰਾ ਬਣ ਛੱਡ ਕੇ ਖੋਟਾ ਬਣਦਾ, ਤੁਸੀਂ ਕਿਉਂ ਖੋਟੇ ਬਣਦੇ ਹੋ? ਇਹ ਖੋਟ ਹੈ ਰਵਿਦਾਸ ਨੂੰ ਗੁਰੂ ਸਾਬਤ ਕਰਨਾ। ਜੇ ਸਿੱਖਾਂ 'ਚ ਖੋਟ ਹੈ, ਤੁਹਾਡੇ 'ਚ ਕਾਹਤੇ ਹੈ? ਤੁਸੀਂ ਆਪ ਤਾਂ ਖਰਾ ਬਣ ਰੱਖ ਲਓ ਕੋਲ, ਕਿਉਂਕਿ ਇਹ ਖੋਟੇ ਨੇ, ਅਸੀਂ ਵੀ ਖੋਟੇ ਬਣਨਾ। ਕਿਆ ਪਲਾਨ ਕਿਸੇ ਸੀਟ ਜਿੱਤਣ ਦਾ ਹੋਊ, MLA ਬਣਨ ਦਾ ਹੋਊ? ਸਰਕਾਰ ਨਾਲ ਰਲ ਕੇ ਕੋਈ 4 ਸੀਟਾਂ ਲੈਣ ਦਾ ਹੋਊ, ਜਾਂ ਕਿਸੇ ਦੀ ਮਦਦ ਕਰਕੇ ਕੋਈ ਬੈਨੀਫਿਟ ਲੈਣ ਦਾ ਹੋਊ? ਇਹਦੇ ਪਿੱਛੇ ਕੋਈ ਮਾਇਆ ਦਾ ਸਭ ਕੁਛ ਹੈ, ਚੱਕਰ ਹੈ, ਹੋਰ ਕੁਛ ਨਹੀਂ। ਧਰਮ ਦਾ ਕੋਈ ਇਹਦੇ 'ਚ ਰੌਲਾ ਨਹੀਂ, ਸਭ ਮਾਇਆ ਦਾ ਚੱਕਰ ਹੈ। ਧਰਮ ਦਾ ਇਹਦੇ ਨਾਲ ਕੀ ਸੰਬੰਧ ਹੈ? ਨਾ ਰਵਿਦਾਸ ਇਹਨਾਂ ਦੇ ਕਹੇ ਛੋਟਾ ਹੋਵੇ, ਨਾ ਇਹਨਾਂ ਦੇ ਕਰੇ ਤੇ ਵੱਡਾ ਹੋਵੇ। ਇਹ ਜੋ ਮਰਜ਼ੀ ਕਰੀ ਜਾ। ਉਹ ਭਗਤ ਹੈਗਾ, ਉਹ ਪੰਜ ਪ੍ਰਵਾਨ ਹੈਗਾ, ਦਰਗਾਹ 'ਚ ਬੈਠਾ ਉੱਥੇ ਹੀ ਰਹੂਗਾ, ਉਹਨੂੰ ਕੋਈ ਨਹੀਂ ਫਰਕ ਪੈਂਦਾ। ਨਾ ਨਾਨਕ ਨੂੰ ਫਰਕ ਪਵੇ, ਨਾ ਉਹਨੂੰ ਫਰਕ ਪਵੇ। ਉਹਨਾਂ 'ਚ ਲੜਾਈ ਨਹੀਂ ਕਰਾ ਸਕਦੇ ਇਹ ਆਪ ਲੜੀ ਜਾਣ। ਉਹਨਾਂ ਦੀ ਨਿਗਾਹ ਦੋਏ ਮੂਰਖ ਨੇ। ਉਹਨਾਂ ਦੀ ਹੁਣ ਸਾਡੀ ਨਿਗਾਹ 'ਚ ਮੂਰਖ ਨੇ। ਜਦ ਅਸੀਂ ਗੁਰਬਾਣੀ ਉਹਨਾਂ ਦੀ ਕਹੀ ਗੱਲ ਸਮਝਦਾ, ਸਾਡੀ ਨਿਗਾਹ 'ਚ ਮੂਰਖ ਨੇ, ਉਹਨਾਂ ਦੀ ਨਿਗਾਹ 'ਚ ਤਾਂ ਮੂਰਖ ਹੋਣੇ ਹੀ ਨੇ ਦੋਏ। ਇੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ।
ਤੇ ਉੱਥੇ ਪੰਜ ਪ੍ਰਵਾਨ ਤੇ ਉਹਨਾਂ ਦੀ ਪ੍ਰਵਾਨ ਪੰਚਾਂ ਦੀ ਨਜ਼ਰ ਹੈ, ਕਿਸੇ ਇਕੱਲੇ ਬੰਦੇ ਦੀ ਨਜ਼ਰ ਨਹੀਂ ਹੈ, ਸਾਰਿਆਂ ਦੀ ਉਹ ਮਿਹਰ ਹੋਣੀ ਹੈ। ਸਾਰੇ ਹਾਂ ਬਈ ਠੀਕ ਹੈ ਠੀਕ ਹੈ ਠੀਕ ਹੈ ਠੀਕ, ਠੀਕ ਨੂੰ ਠੀਕ ਕਹਿਣਾ, ਗਲਤ ਨੂੰ ਠੀਕ ਕਹਿਣਾ ਹੀ ਨਹੀਂ ਕਿਸੇ ਨੇ। ਠੀਕ ਨੂੰ ਠੀਕ ਕਹਿਣਾ ਹੈ, ਜਿਹਨੇ ਇੱਕ ਨੇ ਕਹਿਤਾ ਠੀਕ ਹੈ ਉਹ ਠੀਕ ਹੀ ਹੋਊਗਾ, ਸਭ ਨੇ ਕਹਿਣਾ ਹਾਂ ਠੀਕ ਹੈ। ਜੇ ਕਸੌਟੀ ਤੇ ਖਰਾ ਸੋਨਾ ਹੈ, ਜਿਹੜੇ ਮਰਜ਼ੀ ਸੁਨਿਆਰ ਕੋ ਲੈ ਜਾਓ ਠੀਕ ਹੈ ਕਹੂਗਾ। ਕਸੌਟੀ ਤੁਹਾਡੇ ਕੋਲ ਹੈ, ਲਾ ਕੇ ਦੇਖ ਲਈ, ਰਾਈਟ ਆਦਮੀ ਹੈ, ਦੇਖਣ ਵਾਲਾ ਪਾਰਖੂ ਪੂਰਾ, ਖਰੇ ਖੋਟੇ ਦੀ ਪਛਾਣ ਹੈ, ਉਹ ਜਿਹੜਾ ਮਰਜ਼ੀ ਦਿਖਾ ਦੋ ਕਹੂਗਾ ਠੀਕ ਹੈ। ਤੈਂ ਭਾਈ ਕਸੌਟੀ ਤੇ ਲਾ ਲਿਆ, ਦੇਖ ਲੈ ਮੇਰੀ ਕੀ ਲੋੜ ਹੈ। ਕੱਚ ਪਕਾਈ ਉੱਥੇ ਪਾਏ, ਉੱਥੇ ਕੱਚੇ ਪੱਕੇ ਦੀ ਪਤਾ ਲੱਗਦਾ, ਕਸੌਟੀ ਤੇ ਲਾ ਕੇ ਉੱਥੇ ਵਿਚਾਰ ਹੋਣੀ ਹੈ। ਜਿੱਥੇ ਪੰਜ ਪ੍ਰਵਾਨ ਬੈਠੇ ਨੇ ਉਹਨਾਂ ਨੂੰ ਖੋਟੇ ਖਰੇ ਦੀ ਪਛਾਣ ਹੈ। ਗੁਰਮੁਖ ਖੋਟੇ ਖਰੇ ਪਛਾਣ, ਸਾਰੇ ਬਰਾਬਰ ਨੇ, ਕੋਈ ਰਾਜਾ ਨਹੀਂ ਹੈ ਉੱਥੇ। ਇਹ ਭੁਲੇਖਾ ਹੈ ਪਰਮੇਸ਼ਰ ਕੀ ਹੈ, ਸੱਚਖੰਡ ਕੌਣ ਹੈ, ਕੀ ਹੈ। ਕਦੇ ਕੋਈ ਆਦਮੀ ਬੈਠਾ, ਆਦਮੀ ਕੋਈ ਨਹੀਂ, ਸਾਰੇ ਹੀ ਆਦਮੀ ਉਹਨੇ। ਆਦਮੀ ਤਾਂ ਨਹੀਂ ਹੈ ਉਹ, ਆਦਮੀ ਤਾਂ ਹਮ ਹੈ ਇੱਕਦਮ ਹੀ। ਉੱਥੇ ਜੋਤਾਂ ਨੇ, ਪੂਰਨ ਜੋਤਾਂ ਨੇ, ਪ੍ਰਚੰਡ ਜੋਤਾਂ ਨੇ। ਜੋਤ ਜਗਮਗਾ ਜਗਤ ਮੈਂ ਚੰਡ ਚਮੁੰਡ ਪ੍ਰਚੰਡ, ਭੁਜ ਦੰਡਨ ਖੰਡਨ ਅਸੁਰ, ਮੰਡਨ ਭੂ ਨਵ ਖੰਡ। ਐਸੀਆਂ ਜੋਤਾਂ ਨੇ, ਉਹਨਾਂ ਦਾ ਇੱਕ ਜੋਤ ਦੀ ਡੈਫੀਨੇਸ਼ਨ ਹੈ। ਨਾਨਕ ਗਿਆ ਜਾਪੈ ਪੂਰਨ ਜੋਤ ਜਗ੍ਹਾ ਘਟ ਮੈਂ, ਖਾਲਸਾ ਤਾਈ ਨਿਖਾਲਸ ਜਾਂਦਾ। ਪੂਰੀਆਂ ਜੋਤਾਂ ਨੇ, ਇੱਕ ਲੈਵਲ ਦੀਆਂ ਜੋਤਾਂ ਨੇ ਸਭ। ਨਾਨਕ ਗਿਆ ਜਾਪੈ ਜਾਏ, ਗਿਆ ਜਾਪੇ ਜਾਈ। ਜਦੋਂ ਤੇ ਪਹੁੰਚਾਂਗੇ ਆਪੇ ਜਦ ਪਤਾ ਲੱਗ ਜੂਗਾ। ਖੋਟਾ ਨਾ ਮੰਨੇ ਕੋਈ ਆਪਣੇ ਆਪ ਨੂੰ, ਜਾਂ ਜਾਊਗਾ ਆਪੇ ਮੰਨ ਲੂਗਾ ਮੇਰੇ 'ਚ ਖੋਟ ਹੈ। ਜਦ ਸੀਸੇ 'ਚ ਮੂੰਹ ਦਿਖਾਤਾ ਨਾ ਉਹਨਾਂ ਨੇ ਵੀ ਭਾਈ ਤੂੰ ਦੱਸ ਦੇ। ਬੱਤੀ ਦੰਦ ਸੁਲੱਖਣਾ ਜਿਹੜਾ ਹੈਗਾ, ਜਾਂ ਮੂੰਹ ਅੱਡਿਆ ਨਾ, ਉਹਨਾਂ ਨੇ ਸ਼ੀਸ਼ਾ ਦਿਖਾਇਆ, ਦੇਖਿਆ ਵੀ ਯਾਰ ਦੰਦ ਤਾਂ ਕੋਈ ਹੈ ਹੀ ਨਹੀਂ ਮੂੰਹ 'ਚ, ਆਪੇ ਮੰਨ ਜੂਗਾ। ਇੱਥੇ ਤਾਂ 32 ਸੁਲੱਖਣੇ ਸਾਰੇ ਹੀ ਨੇ। ਸਭ ਕੋ ਪੂਰਾ ਆਪੋ ਹੋਵੇ, ਘਟ ਨਾ ਕਹੂ ਆਖੈ, ਜਾਂ ਪਤ ਪਰਵਾਣਾ ਪਾਛੇ ਪਾਈਏ। ਉੱਥੇ ਸਾਰੇ ਆਪੇ ਕਹਿੰਦੇ, ਪੰਡਤ ਨੂੰ ਕਹਿੰਦਾ ਕਬੀਰ, ਜਾਣੋਗੇ ਜਬ ਤਬ ਜਾਣੋਗੇ ਜਬ ਉਗੜੋਗਾ ਪਾਜ। ਜਦ ਪਾਜ ਉਗੜ ਜੂ ਨਾ ਸੰਤਾਂ ਦਾ, ਸਾਰੇ ਪਖੰਡੀਆਂ ਦਾ, ਆਪੇ ਹੀ ਮੰਨ ਜਾਣਗੇ। ਚਿੰਤਾ ਕਰਨ ਦੀ ਲੋੜ ਨਹੀਂ। ਸਾਡਾ ਕਿਹੜਾ ਕਿਸੇ ਨਾਲ ਕੋਈ ਵੈਰ ਹੈ। ਜੇ ਕਿਸੇ ਨੂੰ ਚੰਗਾ ਹੋਣ ਨੂੰ ਕਹਿੰਦੇ ਆ ਤਾਂ ਉਹਦਾ ਹੀ ਫਾਇਦਾ, ਸਾਡਾ ਉਹਦੇ 'ਚ ਕੀ ਹੈ ਫਾਇਦਾ। ਸਾਨੂੰ ਕੋ ਮਿਲਣਾ ਉਹ 'ਚੋਂ, ਗੁਰੂ ਨਾਨਕ ਨੂੰ ਕੋ ਮਿਲਣਾ ਹੈ, ਭਗਤਾਂ ਨੂੰ ਕੋ ਮਿਲਣਾ ਹੈ। ਭਗਤ ਤਾਂ ਬੁਰੇ ਦਾ ਭਲਾ ਕਰਦੇ ਨੇ, ਗੁਰਬਾਣੀ ਤਾਂ ਬੁਰੇ ਦਾ ਭਲਾ ਕਰਦੀ ਹੈ। ਭਲਾ ਭਲਾਈ ਨਾ ਤਾਂ ਜਾਏ, ਬੁਰੀ ਬੁੱਧ ਨਾ ਦੇ। ਭਲੇ ਦਾ ਕੰਮ ਹੈ, ਭਲਾਈ ਨਹੀਂ ਤਾਂ ਜਿਹੜੀ ਬੁਰੀ ਬੁੱਧ ਨਹੀਂ ਦੇਣੀ। ਬਸ ਬੁਰੀ ਬੁੱਧ ਗੁਰਮਤ ਨਹੀਂ ਦਿੰਦੀ। ਗੁਰਮੁਖ ਬੁਰੀ ਬੁੱਧ ਨਹੀਂ ਦੇ ਸਕਦਾ। ਗੁਰਮੁਖ ਤਾਂ ਕੋਈ ਬਿਰਲਾ ਹੁੰਦਾ ਨਾ, ਬੁਰੀ ਬੁੱਧ ਦੇਣੇ ਵਾਲਿਆਂ ਦਾ ਤਾਂ ਬਹੁਤ ਨੇ। ਉਹ ਤਾਂ ਵਗ ਤੁਰੇ ਫਿਰਦੇ ਨੇ ਬੁਰੀ ਬੁੱਧ ਵਾਲਿਆਂ ਦੇ। ਕੋਈ ਤਾਂ ਚਾਹੀਦਾ ਭਲਾ ਠੀਕ ਬੁੱਧ ਦੇਣੇ ਵਾਲਾ, ਪਰ ਬੁਰੀ ਬੁੱਧ ਵਾਲੇ ਫਿਰ ਈਰਖਾ ਕਰਨ ਲੱਗਦੇ ਨੇ ਕਿ ਸਾਡਾ ਇਹ ਕੰਮ ਖਰਾਬ ਕਰਦਾ, ਸਾਡੀ ਇੱਜ਼ਤ ਨੂੰ ਖਤਰਾ ਠੇਸ ਪਹੁੰਚਦੀ। ਉਹਨਾਂ ਦੇ ਝੂਠੀ ਇੱਜ਼ਤ ਨੂੰ, ਝੂਠੇ ਮਾਣ ਨੂੰ ਠੇਸ ਪਹੁੰਚਦੀ। ਚਾਹੇ ਉਹ ਰਾਜੇ ਨੇ, ਚਾਹੇ ਉਹ ਕੋਈ ਹੋਰ ਸ਼ਕਤੀ ਹੈ ਉਹਨਾਂ ਦੀ ਸੰਸਾਰ 'ਚ, ਚਾਹੇ ਕੋਈ ਉਹ ਸੰਤ ਨੇ, ਡੇਰੇਦਾਰ ਨੇ, ਉਹਨਾਂ ਦੀ ਜਿਹੜੀ ਮਾਣ ਹੈ ਨਾ, ਝੂਠਾ ਮਾਣ, ਝੂਠੇ ਮਾਣ ਕਹਾ ਕਰੇ ਜਗ ਸੁਪਨੇ ਜੋ ਜਾਣ। ਉਹ ਝੂਠੇ ਮਾਣ ਨੂੰ ਠੇਸ ਪਹੁੰਚਦੀ ਹੈ, ਸੱਚੇ ਮਾਣ ਨੂੰ ਤਾਂ ਠੇਸ ਪਹੁੰਚਦੀ ਹੋ ਨਹੀਂ ਕਿਸੇ ਦੇ। ਜੇ ਸੱਚਾ ਹੋਵੇ ਉਹਦੇ ਤਾਂ ਠੇਸ ਪਹੁੰਚਦੀ ਹੋਣੀ ਹੈ, ਉਹਦੇ ਕਿੱਥੇ ਪਹੁੰਚਦੀ। ਉਹ ਤਾਂ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ।
ਕੌੜਾ ਝੜਕਿਆ ਇਹਨਾਂ ਨੂੰ ਲੱਗਦਾ ਹੈ, ਕੌੜਾ ਇਹਨਾਂ ਨੂੰ ਲੱਗਦਾ ਕਿਉਂਕਿ ਹੰਕਾਰ ਹੈ ਨਾ, ਹੋਵੇ ਹੈ ਨਾ, ਮਾਣ ਹੈ ਨਾ, ਮਾਣ ਘਟਦਾ। ਕਹਿ ਬੈਠੇ ਨਾ ਵੀ ਅਸੀਂ ਪੂਰੇ ਹਾਂ, ਅਧੂਰੇ ਕਿਵੇਂ ਮੰਨਣ।